ਵੀਰ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਖਾਲਸਾ ਵਾਹਿਗੁਰੂ ਜੀ ਫਤਿਹ ਜੀ। ਵੀਰ ਜੀ ਸੋ ਫਰਸਟ ਆਫ ਆਲ ਤੁਸੀਂ ਦੱਸੋ ਵੀ ਤੁਹਾਡਾ ਪ੍ਰੋਫੈਸ਼ਨ ਕੀ ਆ? ਮੈਂ ਜੀ ਮਾਰਗੇਜ ਏਜੰਟ ਹਾਂ। ਆਈ ਐਮ ਵਿਦ BRX ਮਾਰਗੇजेस। ਇਹ ਮੋਸਟਲੀ ਵਰਚੁਅਲ ਆ ਐਂਡ ਇਹਨਾਂ ਦੇ ਹੈੱਡਕੁਆਰਟਰਸ ਕਹਿ ਲਓ ਜਾਂ ਮੇਨ ਸੈਂਟਰ ਆ ਜਿਹੜਾ ਵੈਂਕੂਵਰ 'ਚ। ਤੇ ਤੁਹਾਡਾ ਮੇਨ ਫੋਕਸ ਕਿਹੜੀ ਮਾਰਗੇजेस ਦੇ ਵਿੱਚ ਹੈਗਾ ਵਾ? ਮੈਂ ਮੋਸਟਲੀ ਡੀਲ ਕਰਦਾ ਰੈਜ਼ੀਡੈਂਸ਼ੀਅਲ ਦੇ ਵਿੱਚ, ਬਟ ਸਾਡੀ ਟੀਮ ਆ ਕਮਰਸ਼ੀਅਲ ਵੀ ਡੀਲ ਕਰ ਲੈਂਦੇ ਨੇ। ਓਕੇ, ਸੋ ਹੁਣ ਆਪਾਂ ਰੈਜ਼ੀਡੈਂਸ਼ੀਅਲ ਦੇ ਵਿੱਚ ਯੂਜੂਅਲੀ ਮੇਨ ਜ਼ਿਆਦਾ ਲੋਕ ਜਿਹੜੇ ਹੁੰਦੇ ਉਹ ਫਰਸਟ ਟਾਈਮ ਹੋਮ ਬਾਇਰਸ ਹੁੰਦੇ ਆ। ਹਾਂਜੀ। ਸੋ ਫਰਸਟ ਟਾਈਮ ਹੋਮ ਬਾਇਰਸ ਨੂੰ ਬਹੁਤ ਪ੍ਰੋਬਲਮਸ ਆਉਂਦੀ ਕਿਉਂਕਿ ਮਾਰਗੇਜ ਏਜੰਟਸ ਕਹਿ ਦਿੰਦੇ ਨੇ ਬਈ ਹਾਂਜੀ ਹਾਂਜੀ ਭਾਜੀ ਹੋ ਜੂਗੀ, ਡਨ ਹੋ ਜੂਗਾ, ਕੋਈ ਚੱਕਰ ਨਹੀਂ ਹੈਗਾ, ਹੈ ਨਾ। ਐਂਡ ਐਂਡ ਪੁਆਇੰਟ ਤੇ ਆ ਕੇ ਕਹਿੰਦੇ ਨਹੀਂ ਭਾਜੀ ਹੋਣੀ ਨਹੀਂ ਹੈਗੀ, ਤੁਹਾਨੂੰ ਨਾ 10% ਹੋਰ ਦੇਣਾ ਪੈਣਾ, ਤੁਹਾਨੂੰ 15% ਹੋਰ ਦੇਣਾ ਪੈਣਾ ਵਾ। ਸੋ ਉਹ ਕਿਹੜੀਆਂ ਚੀਜ਼ਾਂ ਨੇ ਜਿਹਦੇ ਬੇਸ ਤੇ ਉਹ ਇਹ ਗੱਲ ਕਹਿੰਦੇ ਨੇ ਵੀ ਓਕੇ ਤੁਹਾਨੂੰ 10 ਜਾਂ 15% ਐਕਸਟਰਾ ਦੇਣਾ ਪੈਣਾ? ਸੋ ਮੈਂ ਪਹਿਲਾ ਪੁਆਇੰਟ ਫਸਟ ਟਾਈਮ ਹੋਮ ਬਾਇਰਸ ਨੂੰ ਗਾਈਡ ਕਰਾਂਗਾ ਕਿ ਬਿਫੋਰ ਪੁਟਿੰਗ ਐਨੀ ਆਫਰ ਜਾਂ ਕੋਈ ਵੀ ਡਿਪੋਜ਼ਿਟ ਦੇਣ ਤੋਂ ਪਹਿਲਾਂ ਪ੍ਰੀ ਅਪਰੂਵਲ ਲੈਣੀ ਬਹੁਤ ਜ਼ਰੂਰੀ ਹੈ। ਓਕੇ, ਫਰਸਟ ਹੁਣ ਪ੍ਰੀ ਅਪਰੂਵਲ ਵੀ ਐਕਸਪਲੇਨ ਕਰੋ। ਸੋ ਪ੍ਰੀ ਅਪਰੂਵਲ ਇਹਦੇ ਵਿੱਚ ਪ੍ਰੀ ਅਪਰੂਵਲ ਐਂਡ ਪ੍ਰੀ ਕੁਆਲੀਫਿਕੇਸ਼ਨ ਦੋ ਸੈਪਰੇਟ ਚੀਜ਼ਾਂ ਆ, ਇਹਨੂੰ ਇੰਟਰਚੇਂਜ ਕਰ ਦਿੰਦੇ ਨੇ ਮੋਸਟਲੀ। ਪ੍ਰੀ ਕੁਆਲੀਫਿਕੇਸ਼ਨ ਦੇ ਵਿੱਚ ਕੀ ਹੈ ਕਿ ਤੁਸੀਂ ਬੈਂਕ ਜਾਂਦੇ ਹੋ, ਉੱਥੇ ਵਰਬਲੀ ਤੁਸੀਂ ਦੱਸਣਾ ਕਿ ਮੇਰੀ ਇਨਕਮ ਕਿੰਨੀ ਹੈ, ਮੇਰੀ ਕ੍ਰੈਡਿਟ ਸਕੋਰ ਕਿੰਨੀ ਹੈ, ਉਹਨਾਂ ਨੇ ਵਰਬਲੀ ਤੁਹਾਨੂੰ ਦੱਸ ਦੇਣਾ, ਤੁਸੀਂ ਇੰਨੇ ਲਈ ਅਪਰੂਵ ਹੋ ਸਕਦੇ ਹੋ। ਤੁਹਾਡੀ ਕੋਈ ਡਾਕੂਮੈਂਟੇਸ਼ਨ ਚੈੱਕ ਨਹੀਂ ਹੋਣੀ, ਕੁਝ ਨਹੀਂ ਹੋਣਾ, ਸਿਰਫ ਵਰਬਲ ਕਮਿਊਨੀਕੇਸ਼ਨ। ਪ੍ਰੀ ਅਪਰੂਵਲ ਦੇ ਵਿੱਚ ਤੁਹਾਡੇ ਸਾਰੇ ਡਾਕੂਮੈਂਟਸ ਚੈੱਕ ਹੋਣੇ, ਤੁਹਾਡੀ ਇਨਕਮ, ਤੁਹਾਡੇ ਪੇ ਸਟਬਸ, ਤੁਹਾਡੀ ਲੈਟਰ ਆਫ ਇੰਪਲੋਇਮੈਂਟ, ਤੁਹਾਡਾ ਕ੍ਰੈਡਿਟ ਪੁੱਲ ਹੋਏਗਾ, ਲਾਇਬਿਲਿਟੀਜ਼ ਚੈੱਕ ਕੀਤੀਆਂ ਜਾਣਗੀਆਂ, ਡਾਊਨ ਪੇਮੈਂਟ ਦੇਖੀ ਜਾਏਗੀ, ਉਹਦਾ ਸੋਰਸ ਦੇਖਿਆ ਜਾਏਗਾ ਕਿੱਥੋਂ ਆ, 90 ਡੇ ਪੁਰਾਣੀ ਹੈਗੀ ਆ ਜੇ ਤੁਸੀਂ ਸੇਵਿੰਗਸ ਜੋ ਕਰ ਰਹੇ ਹੋ, ਗਿਫਟਡ ਫੰਡਸ ਨੇ ਦੇਖਿਆ ਜਾਊਗਾ ਕਿ ਕਿੱਥੋਂ ਆ ਰਿਹਾ ਗਿਫਟ, ਬਲੱਡ ਰਿਲੇਸ਼ਨ ਹੈਗਾ, ਗਿਫਟ ਲੈਟਰ ਦੇਖੀ ਜਾਏਗੀ। ਸੋ ਪ੍ਰੋਪਰ ਵੈਰੀਫਿਕੇਸ਼ਨ ਹੁੰਦੀ ਆ। ਸਿਰਫ ਇੱਕ ਪ੍ਰੋਪਰਟੀ ਡਿਟੇਲਸ ਮਿਸਿੰਗ ਹੁੰਦੀਆਂ, ਉਹ ਲੇਟਰ ਔਨ ਐਡ ਆਨ ਹੋ ਜਾਂਦੀਆਂ ਜਦੋਂ ਤੁਸੀਂ ਪ੍ਰੋਪਰਟੀ ਫਾਈਂਡ ਕਰ ਲੈਂਦੇ ਹੋ। ਓਕੇ, ਬਟ ਜਿਹੜੀ ਤੁਹਾਨੂੰ ਉਹਨਾਂ ਨੇ ਪ੍ਰੋਪਰਟੀ ਜਾਂ ਜਿਹੜੀ ਮਾਰਗੇਜ ਜਨਰਲੀ ਅਪਲਾਈ ਤੁਸੀਂ ਕੀਤਾ, ਉਹਨਾਂ ਨੇ ਅਪਰੂਵ ਕਰਤਾ, ਉਹਦੇ ਵਿਦਿਨ ਹੀ ਰਹੋਗੇ ਤੇ ਤੁਹਾਡੀ ਉਹ ਆਲਮੋਸਟ ਓਕੇ ਰਿਪੋਰਟ ਹੈ, ਡਨ ਓਕੇ ਰਿਪੋਰਟ ਹੁੰਦਾ। ਸੋ ਪ੍ਰੀ ਅਪਰੂਵਲ ਇਜ਼ ਕਾਈਂਡ ਆਫ ਦੀ ਸੇਮ ਥਿੰਗ ਜਦੋਂ ਆਪਾਂ ਪ੍ਰਾਪਰਟੀ ਬਾਏ ਕਰਨੇ ਤੇ ਐਪਲੀਕੇਸ਼ਨ ਬੈਂਕ 'ਚ ਪਾਉਂਦੇ ਆ। ਹਾਂਜੀ, ਸੇਮ ਥਿੰਗ ਹੈ ਐਗਜ਼ੈਕਟਲੀ। ਓਕੇ, ਕੁਝ ਕੰਡੀਸ਼ਨਸ ਅੱਜ ਕੱਲ੍ਹ ਜਿਵੇਂ ਅਪਰੇਜ਼ਲ ਥੋੜੀ ਆ ਰਹੀ ਹੈ, ਬੈਂਕ ਦੀ ਕੰਡੀਸ਼ਨ ਹੁੰਦੀ ਹੈ ਕਿ ਅਪਰੇਜ਼ਲ ਕੰਡੀਸ਼ਨ ਟੂ ਅਪਰੇਜ਼ਲ, ਹੁਣ ਥੋੜੀ ਆ ਜਾਏਗੀ ਜੇ ਅਪਰੇਜ਼ਲ ਦੈਨ ਤੁਹਾਨੂੰ ਆਪਣੇ ਕੋਲੋਂ ਪੈਸੇ ਪਾਣੇ ਪੈਣਗੇ। ਤੇ ਜਿਹੜੀ ਅਪਰੇਜ਼ਲ ਹੁੰਦੀ ਆ ਉਹ ਬੈਂਕ ਹੀ ਕਰਦੀ ਹੈ ਜਾਂ ਆਪਾਂ ਵੀ ਕਰਵਾ ਕੇ ਦੇ ਸਕਦੇ ਹੁੰਦੇ ਆ ਉਹਦੇ ਵਿੱਚ? ਮੋਸਟ ਆਫ ਦਾ ਟਾਈਮ ਜਿਹੜੇ ਬੈਂਕਸ ਨੇ ਉਹ ਉਹਨਾਂ ਦੇ ਆਪਣੇ ਅਪਰੇਜ਼ਰਸ ਨੇ, ਉਹਨਾਂ ਤੋਂ ਹੀ ਕਰਵਾਉਂਦੇ ਨੇ ਉਹ। ਓਕੇ, ਤੇ ਕੁਝ ਬੀ ਲੈਂਡਰ ਜਾਂ ਪ੍ਰਾਈਵੇਟ ਇਦਾਂ ਦੇ ਹੈਗੇ ਜਿਨ੍ਹਾਂ ਨੂੰ ਸਾਨੂੰ ਆਪਸ਼ਨ ਦਿੰਦੇ ਨੇ ਏਜੰਟਸ ਨੂੰ ਕਿ ਤੁਸੀਂ ਲਿਸਟ ਦੇ ਦਿੰਦੇ ਅਪਰੇਜ਼ਰਸ ਦੀ, ਤੁਸੀਂ ਉਹਨਾਂ ਤੋਂ ਕਰਵਾ ਸਕਦੇ ਹੋ। ਉਹਨਾਂ ਤੋਂ ਕਰਵਾ ਸਕਦੇ ਹੋ। ਓਕੇ, ਤੇ ਅੱਜ ਦੀ ਡੇਟ ਦੇ ਵਿੱਚ ਮਾਰਗੇजेस ਦਾ ਕਿੰਨੀ ਕੁ ਪਰਸੈਂਟ ਹੋ ਰਹੀ ਆ? ਬਿਕਾਜ਼ ਡੀਲਸ ਵੀ ਕਾਫੀ ਫਾਲ ਹੋ ਰਹੀਆਂ ਨੇ, ਸੋ ਤੁਹਾਨੂੰ ਕਿੱਦਾਂ ਲੱਗਦਾ? ਜੀ ਦੇਖੋ, ਇਹ ਤੁਹਾਡੀ ਇਨਕਮ ਦੇ ਉੱਤੇ ਆ। ਅਫੋਰਡੇਬਿਲਿਟੀ ਕ੍ਰਾਈਸਿਸ ਹੀ ਮੈਂ ਕਹਾਂਗਾ ਆਲਮੋਸਟ ਓਨਟਾਰੀਓ ਦੇ ਵਿੱਚ ਤਾਂ ਹੈਗਾ ਹੀ ਆ। ਸੋ ਜੇ ਤੁਹਾਡੀ ਇਨਕਮ ਇੰਨੀ ਹੈਗੀ ਹੈ ਕਿ ਤੁਸੀਂ ਇੱਕ ਪਾਰਟਿਕੂਲਰ ਮਾਰਗੇਜ ਲਈ ਕੁਆਲੀਫਾਈ ਕਰ ਰਹੇ ਹੋ ਤੇ ਉਹ ਤੁਸੀਂ ਮਿਨੀਮਮ ਡਾਊਨ ਪੇਮੈਂਟ 5% ਨਾਲ ਵੀ ਕੁਆਲੀਫਾਈ ਕਰ ਸਕਦੇ ਹੋ। ਜ਼ਰੂਰੀ ਨਹੀਂ ਹੈ ਕਿ 10 ਹੈ 15। ਸੋ ਜਿਹੜਾ ਏਜੰਟ ਕਹਿ ਰਿਹਾ ਪਹਿਲਾਂ 10% ਬਾਅਦ ਚੋਂ ਹੋਰ 5% ਲੈ ਕੇ ਆਓ, ਜਾਂ ਤਾਂ ਪਹਿਲਾਂ ਫਾਈਲ ਨਹੀਂ ਐਸੈਸ ਕਰ ਰਿਹਾ ਤੁਹਾਡੀ ਪ੍ਰੋਪਰਲੀ, ਜੇ ਪ੍ਰੋਪਰਲੀ ਐਸੈਸ ਕੀਤੀ ਹੈ ਦੈਨ ਬਾਅਦ ਚੋਂ ਇਦਾਂ ਇਨਕਰੀਜ਼ ਕਰਨ ਦਾ ਕੋਈ ਮਤਲਬ ਨਹੀਂ ਬਣਦਾ। ਓਕੇ, ਤੇ ਜਿਹੜਾ 5% ਹੈਗਾ ਇਹਦਾ ਵੀ ਥੋੜਾ ਜਿਹਾ ਐਲੈਬੋਰੇਟ ਕਰ ਸਕਦੇ ਹੋ ਵੀ ਓਕੇ 5% ਦੇ ਲਈ ਕੀ ਕੀ ਰਿਕੁਆਇਰਮੈਂਟਸ ਹੁੰਦੀਆਂ ਨੇ ਜਾਂ 10% ਲਈ? ਡਾਊਨ ਪੇਮੈਂਟ ਭਾਜੀ, ਮਿਨੀਮਮ ਡਾਊਨ ਪੇਮੈਂਟ ਦਾ ਕੈਨੇਡਾ 'ਚ ਰੂਲ ਆ ਕਿ ਜੇ ਮਿਨੀਮਮ ਕਰਨੀ ਹੈ ਉਹਦੇ 'ਚ 5% ਪਹਿਲੇ 5 ਲੱਖ ਤੱਕ ਹੈ, ਜੋ 25,000 ਬਣ ਜਾਂਦਾ। ਹੁਣ ਇਹਨੂੰ ਐਗਜ਼ਾਮਪਲ ਨਾਲ ਸਮਝ ਲੈਂਦੇ, ਸਪੋਜ਼ ਕਰੋ ਤੁਹਾਡੀ ਪ੍ਰਾਪਰਟੀ ਦਾ ਪ੍ਰਾਈਸ 8 ਲੱਖ ਹੈ, ਇਹਦੇ 'ਚ ਮਿਨੀਮਮ ਡਾਊਨ ਪੇਮੈਂਟ ਤੁਸੀਂ ਕਰਨੀ ਚਾਹੁੰਦੇ ਹੋ, ਉਹਦੇ 'ਚ ਪਹਿਲੇ 5 ਲੱਖ ਤੇ 5% 25,000 ਬਣ ਗਿਆ। ਉਸ ਤੋਂ ਉੱਤੇ ਜਿੰਨੀ ਅਮਾਊਂਟ ਆ ਉਹ ਤੇ 10%, ਇੱਥੇ 3 ਲੱਖ ਉੱਪਰ ਆ 8 ਲੱਖ ਬਣਨ 'ਚ, ਸੋ ਉਹ ਤੇ 10% 30,000 ਪਲੱਸ 25,000, ਸੋ 55,000 ਤੁਹਾਡੀ ਮਿਨੀਮਮ ਡਾਊਨ ਪੇਮੈਂਟ ਹੋਏਗੀ 8 ਲੱਖ ਦੀ ਪ੍ਰਾਪਰਟੀ ਤੇ। ਹੁਣ ਤੁਸੀਂ ਜ਼ਿਆਦਾ ਵੀ ਕਰ ਸਕਦੇ ਹੋ। ਓਵਰਆਲ ਦੇਖਿਆ ਜਾਏ ਇਹ 5% ਨਹੀਂ ਬਣਦੀ, ਇਹ 6 ਪੁਆਇੰਟ ਸਮਥਿੰਗ ਬਣ ਜਾਊਗੀ ਜਾਂ ਥੋੜੀ ਜਿਹੀ ਜ਼ਿਆਦਾ, ਬਟ ਇਹਨੂੰ ਮਿਨੀਮਮ ਡਾਊਨ ਪੇਮੈਂਟ ਕਹਿੰਦੇ। ਇਹ ਇੱਕ ਫਾਰਮੂਲਾ ਆ, ਇੱਕ ਜੋ ਉਹਨਾਂ ਵੱਲੋਂ ਦਿੱਤਾ ਗਿਆ ਹੈ ਇੰਸਟੀਟਿਊਸ਼ਨ ਵੱਲੋਂ, ਗਵਰਨਮੈਂਟ ਇੰਸਟੀਟਿਊਸ਼ਨ ਵੱਲੋਂ, ਐਂਡ ਇਹਦੇ ਅਕੋਰਡਿੰਗ ਅਸੀਂ ਮਿਨੀਮਮ ਡਾਊਨ ਪੇਮੈਂਟ ਕੱਢ ਸਕਦੇ ਹਾਂ। ਮੈਕਸਿਮਮ ਤਾਂ ਤੁਸੀਂ ਚਾਹੇ 20 ਕਰ ਦਿਓ, ਉਸ ਤੋਂ ਚਾਹੇ 100% ਕਰ ਦਿਓ। ਓਕੇ, ਸੋ ਜਦੋਂ ਆਪਾਂ ਬੇਅਰ ਮਿਨੀਮਮ ਕਰਦੇ ਇਹਦੇ ਵਿੱਚ ਹੋਰ ਕੀ ਕੀ ਚੀਜ਼ਾਂ ਬੈਂਕਸ ਦੇਖਦੇ ਨੇ? ਬੇਅਰ ਮਿਨੀਮਮ ਡਾਊਨ ਪੇਮੈਂਟ ਪਹਿਲਾਂ ਤਾਂ ਤੁਹਾਡੇ ਬੈਂਕ ਦੇ ਵਿੱਚ ਜੇ ਤੁਸੀਂ ਸੇਵਿੰਗਸ ਤੋਂ ਕਰ ਰਹੇ ਹੋ 90 ਡੇ ਪੁਰਾਣੀ ਹਿਸਟਰੀ ਹੋਣੀ ਚਾਹੀਦੀ ਆ। ਬੜੀ ਵਾਰੀ ਇੱਦਾਂ ਹੁੰਦਾ ਕਿ ਅਸੀਂ ਫਰੈਂਡ ਤੋਂ ਫੜ ਲਏ, ਇੱਦਾਂ ਕਰ ਲਿਆ ਆਪਣੇ ਅਕਾਊਂਟ 'ਚ ਵਾਲੇ, ਨਹੀਂ। ਜਦੋਂ ਬੈਂਕ ਸਟੇਟਮੈਂਟ ਚੈੱਕ ਹੋਣੀ ਆ ਉਦੋਂ ਬੈਂਕ ਨੇ ਓਬਜੈਕਟ ਕਰਨਾ।
ਸੋ 90 ਡੇ ਪੁਰਾਣੀ ਹਿਸਟਰੀ ਡਾਊਨ ਪੇਮੈਂਟ ਦੀ ਹੋਣੀ ਜ਼ਰੂਰੀ ਆ। 3 ਮਹੀਨੇ ਪੁਰਾਣਾ ਚਾਹੀਦਾ। 3 ਮਹੀਨੇ। ਓਕੇ। ਬਟ ਜੇ ਤੁਸੀਂ ਗਿਫਟਡ ਲੈ ਰਹੇ ਹੋ ਆਪਣੇ ਬਲੱਡ ਰਿਲੇਸ਼ਨ ਤੋਂ ਲੈ ਸਕਦੇ ਹੋ। ਓਕੇ। ਠੀਕ ਹੈ ਜੀ, ਫਾਦਰ ਮਦਰ ਬ੍ਰਦਰ ਸਿਸਟਰ ਗ੍ਰੈਂਡ ਪੇਰੈਂਟਸ, ਉਹ ਤੁਹਾਡੇ 90 ਡੇ ਪੁਰਾਣੀ ਨਹੀਂ ਬਟ ਤੁਹਾਡੇ ਅਕਾਊਂਟ ਦੇ ਵਿੱਚ ਆਈ ਊਡ ਸੇ 2 to 3 ਵੀਕਸ ਪਹਿਲਾਂ ਕਲੋਜ਼ਿੰਗ ਤੋਂ ਆ ਜਾਣੀ ਚਾਹੀਦੀ ਆ ਜਾਣੀ ਚਾਹੀਦੀ ਹੈ ਜੀ। ਓਕੇ ਠੀਕ ਆ। ਤੇ ਨਾਲ ਹੋਰ ਕਿਹੜੀਆਂ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਮੋਰਗੇजेस ਦੇ ਵਿੱਚ ਫਰਸਟ ਟਾਈਮ ਹੋਮ ਬਾਇਰਸ ਨੂੰ ਦੇਖਣੀਆਂ ਚਾਹੀਦੀਆਂ ਨੇ? ਕਲੋਜ਼ਿੰਗ ਕਾਸਟ ਮੋਸਟਲੀ ਨਹੀਂ ਦੇਖੀ ਜਾਂਦੀ, ਪਤਾ ਨਹੀਂ ਹੁੰਦਾ। ਸੋ ਕਲੋਜ਼ਿੰਗ ਕਾਸਟ ਵੀ ਇੱਕ ਵੱਡਾ ਫੈਕਟਰ ਆ, ਉਹ ਵੀ ਤੁਹਾਡੇ ਅਕਾਊਂਟ 'ਚ ਹੋਣੀ ਚਾਹੀਦੀ ਆ। ਥੋੜਾ ਜਿਹਾ ਹੋਰ ਐਲੈਬੋਰੇਟ ਕਰੋਗੇ ਕਲੋਜ਼ਿੰਗ ਕਾਸਟ ਹੁੰਦੀ ਕੀ ਆ? ਜੀ, ਸੋ ਕਲੋਜ਼ਿੰਗ ਕਾਸਟ ਹੈ ਕਿ ਜਿਵੇਂ ਲੈਂਡ ਟ੍ਰਾਂਸਫਰ ਟੈਕਸ, ਲੀਗਲ ਫੀਸ, ਲਾਇਰ ਦੀ, ਪੀਐਸਟੀ ਲੱਗ ਜਾਂਦਾ, ਪ੍ਰੋਵਿੰਸ਼ੀਅਲ ਸੇਲ ਟੈਕਸ, ਇਹ ਸਾਰਾ ਇੱਕ ਕਲੋਜ਼ਿੰਗ ਕਾਸਟ ਦੀਆਂ ਥੋੜੀਆਂ ਉਹਦੇ ਵਿੱਚ ਇਨਕਲੂਡ ਹੁੰਦੀਆਂ। ਇਹਨੂੰ ਓਵਰਆਲ 1.5 ਤੋਂ 2% ਆਫ ਦਾ ਪਰਚੇਸ ਪ੍ਰਾਈਸ ਕਹਿ ਲਓ ਐਟ ਦਾ ਟਾਈਮ ਆਫ ਫੰਡਿੰਗ ਤੁਹਾਡੇ ਕੋਲ ਹੋਣਾ ਚਾਹੀਦਾ। ਸੋ ਐਵਰੇਜ 2% ਚਾਹੀਦਾ। ਜੇ ਤੁਸੀਂ ਫਸਟ ਟਾਈਮ ਹੋਮ ਬਾਇਰ ਹੋ ਤਾਂ ਤੁਹਾਨੂੰ ਰਿਬੇਟ ਮਿਲ ਜਾਂਦਾ ਹੈ ਕੁਝ ਚੀਜ਼ਾਂ, ਬਟ 1.5 ਤੋਂ 2% ਲਗਾ, ਅਪਰ ਐਂਡ ਹੀ ਫੜ ਕੇ ਚਲੋ 2%। ਜੇ 8 ਲੱਖ ਦੀ ਪ੍ਰਾਪਰਟੀ ਹੈ ਤਾਂ 16,000 ਤੁਹਾਡੀ ਕਲੋਜ਼ਿੰਗ ਕਾਸਟ ਦੇ ਵਿੱਚ ਤੁਹਾਨੂੰ ਲੱਗੇਗਾ। ਓਕੇ। ਤੇ ਜਿਹੜੇ ਫਰਸਟ ਟਾਈਮ ਹੋਮ ਬਾਇਰਸ ਨੇ ਉਹਨਾਂ ਵਾਸਤੇ ਜਿਹੜੀ ਕਲੋਜ਼ਿੰਗ ਕਾਸਟ ਉਹ ਘਟ ਜਾਂਦੀ, ਉਹਦੇ ਵਿੱਚ ਕੋਈ ਰਿਬੇਟ ਤੁਸੀਂ ਕਹਿ ਵੀ ਰਿਬੇਟ? ਹਾਂਜੀ, ਰਿਬੇਟ ਹੈ। ਜਿਵੇਂ ਲੈਂਡ ਟ੍ਰਾਂਸਫਰ ਟੈਕਸ ਆ ਉਹ ਹਾਫ ਹੋ ਜਾਂਦਾ, ਬਟ ਉਸੇ ਟਾਈਮ ਨਹੀਂ ਬਾਅਦ ਚੋਂ ਤੁਹਾਨੂੰ ਰਿਬੇਟ ਮਿਲਦੀ ਆ, ਬਟ ਇਨੀਸ਼ੀਅਲੀ ਦੇਣਾ ਪੈਂਦਾ। ਸੋ ਹਾਫ ਹੁੰਦਾ ਜਾਂ $4,000 ਆਪਣਾ ਘੱਟ ਹੁੰਦਾ ਰਿਬੇਟ? ਹਾਂਜੀ, ਸੋ ਉਹ ਲੈਂਡ ਕਲੋਜ਼ਿੰਗ ਕਾਸਟ ਲੈਂਡ ਟ੍ਰਾਂਸਫਰ ਟੈਕਸ ਕੱਢਣ ਦਾ ਵੀ ਇੱਕ ਤਰੀਕਾ। ਉਹਦੇ ਵਿੱਚ ਜਿੰਨੀ ਵੀ ਲੈਂਡ ਟ੍ਰਾਂਸਫਰ ਟੈਕਸ ਹੈ ਟੋਟਲ, ਉਹਦੇ ਚੋਂ ਤੁਹਾਨੂੰ ਆਲਮੋਸਟ ਅੱਧਾ ਕੁ ਵਾਪਸ ਆ ਹੀ ਜਾਂਦਾ, ਬਟ ਡਿਪੈਂਡ ਕਰਦਾ ਤੁਸੀਂ ਪ੍ਰਾਪਰਟੀ ਕਿੰਨੇ ਦੀ ਲਈ ਆ ਕਿੰਨੇ ਦੀ ਨਹੀਂ। ਮੈਕਸਿਮਮ ਤੁਹਾਨੂੰ 4,000 ਸਮਥਿੰਗ ਹੈ, ਮੈਨੂੰ ਐਗਜ਼ੈਕਟ ਫਿਗਰਸ ਨਹੀਂ ਯਾਦ, ਬਟ ਉਹ ਪਰਚੇਜ਼ ਪ੍ਰਾਈਸ ਦੇ ਉੱਤੇ ਡਿਪੈਂਡ ਕਰਦਾ। ਓਕੇ। ਕਿਉਂਕਿ ਜਦੋਂ ਹੁਣ ਫੋਰ ਐਗਜ਼ਾਮਪਲ ਹੁਣ ਮੇਰੀ ਵੈਬਸਾਈਟ ਉੱਤੇ ਮੌਰਗੇਜ ਕੈਲਕੂਲੇਟਰ ਆ, ਹੈ ਨਾ, ਤੇ ਜਦੋਂ realtor.ca ਤੇ ਜਾਂਦੇ ਸੇਮ ਕੈਲਕੂਲੇਟਰ ਸਾਡੇ ਵਾਲੀ ਵੈਬਸਾਈਟ ਤੇ ਆ, ਤੇ ਉਹਦੇ ਵਿੱਚ ਜਦੋਂ ਅਸੀਂ ਫਰਸਟ ਟਾਈਮ ਹੋਮ ਬਾਇਰ ਕਲਿੱਕ ਕਰਦੇ ਆ ਤੇ ਉਹਦੇ ਤੇ ਲਿਖਿਆ ਹੁੰਦਾ ਰਿਬੇਟ $4,000। ਠੀਕ ਆ। ਸੋ ਫੋਰ ਐਗਜ਼ਾਮਪਲ ਤੁਹਾਡਾ $14,000 ਬਣਿਆ ਵਾ, ਮੈਕਸਿਮਮ $4,000। ਸੋ ਮੈਕਸਿਮਮ 4, ਇਹ ਤੋਂ ਉੱਪਰ ਨਹੀਂ ਹੁੰਦਾ, ਇਹਦੇ ਉੱਤੇ ਨਹੀਂ। ਸੋ ਹਾਫ ਨਹੀਂ ਹੁੰਦਾ ਹੈਗਾ ਉਹ? ਨਹੀਂ, ਮੈਕਸਿਮਮ $4,000 ਤੁਹਾਨੂੰ ਵਾਪਸ ਮਿਲ ਜਾਏਗਾ। ਓਕੇ ਠੀਕ ਆ। ਤੇ ਹੋਰ ਆਪਣਾ ਸੋ ਫੋਰ ਐਗਜ਼ਾਮਪਲ ਕੋਈ ਇੰਡੀਆ ਤੋਂ ਜਾਂ ਲਾਈਕ ਫੋਰਨ ਕੰਟਰੀ ਤੋਂ ਬਾਹਰ ਆਪਣਾ ਇੱਥੇ ਆ ਰਿਹਾ ਵਾ, ਤੇ ਲੋਕਾਂ ਨੂੰ ਹੋਰ ਕਿਹੜੀਆਂ ਇਦਾਂ ਦੀਆਂ ਚੀਜ਼ਾਂ ਨੇ ਜਿਹੜੀਆਂ ਕ੍ਰੈਡਿਟ ਬਾਰੇ ਸੋਚਣੀਆਂ ਚਾਹੀਦੀਆਂ ਨੇ, ਜਾਂ ਇੱਕ ਕਹਿ ਲਓ ਪਲੈਨਿੰਗ ਦੇ ਨਾਲ ਕਿੱਦਾਂ ਚੱਲਣਾ ਚਾਹੀਦਾ ਵਾ? ਇੱਥੇ ਆ ਕੇ ਤਾਂ ਪਹਿਲੀ ਗੱਲ ਫਜ਼ੂਲ ਖਰਚੇ ਜਾਂ ਕਾਰ ਆਪਣੇ ਕ੍ਰੈਡਿਟ 'ਤੇ ਨਾ ਇੰਪੈਕਟ ਨਾ ਪਾਓ। ਤੁਹਾਡੀ ਫਾਈਲ ਹੁੰਦੀ ਆ ਥਿਨ, ਜੇ ਤੁਸੀਂ ਵਰਕ ਪਰਮਿਟ 'ਤੇ ਹੋ ਬੈਂਕ ਇੰਨਾ ਵੈਸੇ ਹੀ ਤੁਹਾਨੂੰ ਕ੍ਰੈਡਿਟ ਨਹੀਂ ਦਿੰਦਾ, ਬਟ ਜੇ PR ਆ ਰਹੇ ਹੋ ਦੈਨ ਕ੍ਰੈਡਿਟ ਇਸ਼ੂ ਕਰਨਾ ਸ਼ੁਰੂ ਕਰ ਦਿੰਦਾ। ਆਈ ਵੁੱਡ ਸੇ ਕਿ ਜੇ ਤੁਸੀਂ ਪਿੰਨ ਵੀ ਲੈਣੀ ਹੈ ਛੋਟੀ ਜਿਹੀ ਆਪਣੇ ਕ੍ਰੈਡਿਟ ਤੋਂ ਲਓ, ਇਹਦੇ ਨਾਲ ਤੁਹਾਡੀ ਕ੍ਰੈਡਿਟ ਹਿਸਟਰੀ ਬਣਦੀ ਆ, ਐਂਡ ਦੈਨ ਆਫਟਰ ਦੈਟ ਟ੍ਰਾਂਸਫਰ ਕਰ ਦਿਓ ਆਪਣੇ ਡੈਬਿਟ ਤੋਂ। ਆਨਲਾਈਨ ਹੀ ਟ੍ਰਾਂਸਫਰ ਕਰਨਾ ਹੁੰਦਾ। 40% ਤੋਂ ਉੱਤੇ ਯੂਟਿਲਾਈਜ਼ ਨਾ ਕਰੋ। 40% ਜਦੋਂ 40% ਹੁੰਦਾ ਆ ਦੈਨ ਟ੍ਰਾਂਸਫਰ ਕਰਕੇ ਉਹਨੂੰ ਜ਼ੀਰੋ ਪੇ ਆਫ ਕਰ ਦਿਓ। ਹਾਂਜੀ, ਐਂਡ ਸਲੋਲੀ ਐਂਡ ਸਟੈਡਲੀ ਤੁਹਾਡਾ ਕ੍ਰੈਡਿਟ ਬਿਲਡਅਪ ਹੋਣਾ ਸ਼ੁਰੂ ਹੋ ਜਾਂਦਾ। ਪਰ ਯੂਜੂਅਲੀ ਇਹ ਵੀ ਕਿਹਾ ਜਾਂਦਾ ਵਾ ਵੀ 70% ਤੋਂ ਉੱਪਰ ਨਾ ਹੋਵੇ ਆਪਣਾ ਯੂਟਿਲਾਈਜੇਸ਼ਨ। ਯਾ ਬਟ ਹੈਲਦੀ 40 ਮੰਨਿਆ ਜਾਂਦਾ। ਤੁਸੀਂ ਇਦਾਂ ਤਾਂ ਫਿਰ 100% ਵਾਲੇ ਵੀ ਆਉਂਦੇ ਆ ਕਲਾਇੰਟਸ, ਉਹਨਾਂ ਕੋਲ ਵੀ ਲਾਈਕ, ਬਟ ਉਹਨਾਂ ਦੇ ਸਕੋਰ ਤੇ ਇੰਪੈਕਟ ਪਿਆ ਹੁੰਦਾ। ਯੂਟਿਲਾਈਜੇਸ਼ਨ ਪਲੇਜ਼ ਅ ਮੇਜਰ ਪਾਰਟ। ਥੋੜਾ ਯੂਟਿਲਾਈਜੇਸ਼ਨ ਪੰਜਾਬੀ 'ਚ ਹੋਰ ਐਕਸਪਲੇਨ ਕਰਾਂਗੇ ਵੀ ਹੁੰਦਾ ਕੀ ਹੈ ਇਹ? ਵਰਤਣਾ। ਕਿੰਨੇ ਪੈਸੇ, ਤੁਹਾਡੀ ਇੱਕ ਲਿਮਿਟ ਆ, ਜਿਵੇਂ 10,000 ਦੀ ਲਿਮਿਟ ਆ ਕ੍ਰੈਡਿਟ ਦੀ, ਹੁਣ ਤੂੰ 4,000 ਤੱਕ ਤੁਸੀਂ ਵਰਤ ਲਓਗੇ, ਉਸ ਤੋਂ ਜ਼ਿਆਦਾ ਵਰਤੋਗੇ ਦੈਨ ਉਹ ਇੱਕ ਨੈਗੇਟਿਵ ਇੰਪੈਕਟ ਪਾਉਂਦਾ ਤੁਹਾਡੀ ਕ੍ਰੈਡਿਟ ਸਕੋਰ ਤੇ। ਉਹਨੂੰ ਪੇ ਆਫ ਕਰ ਦਿਓ ਦੈਨ ਯੂਜ਼ ਕਰੀ ਜਾਓ। ਤੇ ਕ੍ਰੈਡਿਟ ਜਿਹੜਾ ਹੁੰਦਾ ਵਾ, ਇਹ ਕੀ ਕੰਪਨੀਜ਼ ਹੈਗੇ, ਕਿਹੜੇ ਬੇਸ ਤੇ ਉਹ ਕ੍ਰੈਡਿਟ ਤੁਹਾਨੂੰ ਜਿਹੜਾ ਸਕੋਰ ਬਣਾਇਆ ਜਾਂਦਾ ਵਾ, ਉਹ ਕਿਹੜੇ ਬੇਸ ਤੇ ਬਣਾਇਆ ਜਾਂਦਾ ਵਾ ਵੀ ਓਕੇ ਹੁਣ ਇਹਦਾ 700 ਹੋਣਾ ਚਾਹੀਦਾ, ਉਹਨਾਂ ਦਾ 600 ਹੋਣਾ ਚਾਹੀਦਾ? ਇੱਕ ਤਾਂ ਤੁਸੀਂ ਕਹਿੰਦੇ ਵੀ ਵਰਤੋ ਜਿਹੜੀ ਯੂਟਿਲਾਈਜੇਸ਼ਨ ਆ ਉਹ ਆ, ਹੋਰ ਵੀ ਕੋਈ ਚੀਜ਼ਾਂ ਇੰਪੈਕਟ ਪਾਉਂਦੀਆਂ ਨੇ? ਤੁਸੀਂ ਪੇ ਕਿਵੇਂ ਕਰਦੇ ਹੋ, ਟਾਈਮਲੀ ਮੈਨਰ 'ਚ ਪੇ ਕਰ ਰਹੇ ਹੋ, ਹਿਸਟਰੀ ਮੈਟਰ ਕਰਦੀ ਆ। ਹੋਰ ਚੀਜ਼ਾਂ ਵੀ ਹੈਗੀਆਂ, ਹੁਣ ਇਸ ਟਾਈਮ ਮੇਰੇ ਸਟ੍ਰਾਈਕ ਨਹੀਂ ਕਰਦੀ, ਮੈਂ ਪ੍ਰੋਪਰ ਚਾਰਟ ਆ ਉਹ, ਬਟ ਮੇਨ ਦੋ ਚੀਜ਼ਾਂ ਹੈ, ਇੱਕ ਯੂਟਿਲਾਈਜੇਸ਼ਨ ਐਂਡ ਪੇ ਬੈਕ ਤੁਹਾਡਾ ਕਿਵੇਂ ਚੱਲਦਾ, ਪੇ ਬੈਕ ਕਿੱਦਾਂ, ਤੇ ਕੋਈ ਮਿਸ ਪੇਮੈਂਟ ਨਾ ਹੋਈ ਹੋਵੇ। ਉਹ ਤਾਂ ਨਹੀਂ, ਉਹ ਫਿਰ ਤੁਹਾਡੀ ਹਿਸਟਰੀ ਦੇ ਵਿੱਚ ਕਾਫੀ ਟਾਈਮ ਤੱਕ ਰਹਿੰਦੀ। ਕਲੈਕਸ਼ਨਸ ਵਗੈਰਾ ਹੋ ਗਈਆਂ ਜਾਂ ਕੁਝ ਇਦਾਂ ਦਾ, ਉਹ ਨਾ ਹੀ ਕਰੋ ਤੇ ਬੈਟਰ ਆ। ਓਕੇ ਠੀਕ ਆ। ਇੱਕ ਬੈਂਕਰਪਸੀ ਤੇ ਜਿਹੜੀ ਇਨਸੋਲਵੈਂਸੀ ਹੁੰਦੀ ਹੈ, ਇਹ ਵੀ ਕਾਫੀ ਇਫੈਕਟ ਪਾਉਂਦੀ ਹੈ ਆਪਣੇ ਕ੍ਰੈਡਿਟ ਤੇ। ਸੋ ਇਹ ਦੋ ਚੀਜ਼ਾਂ ਦੇ ਵਿੱਚ ਕੀ ਫਰਕ ਕੀ ਹੈ? ਬੈਂਕਰਪਸੀ ਆਲਮੋਸਟ ਆਈ ਵੁੱਡ ਸੇ 6 ਤੋਂ 7 ਸਾਲ ਰਹਿੰਦੀ ਆ ਤੁਹਾਡੇ ਕ੍ਰੈਡਿਟ ਬਿਊਰੋ ਰਿਪੋਰਟ ਤੇ। ਕੁਝ ਕਈਆਂ ਦੇ 6 ਰਹਿੰਦੀ, ਕਈਆਂ ਦੇ 7 ਸਾਲ ਰਹਿੰਦੀ ਆ। ਸੋ ਕਾਫੀ ਵੱਡੀ ਚੀਜ਼ ਆ। ਬਾਅਦ ਚੋਂ ਦੇਖੋ ਬੈਂਕਰਪਸੀ ਡਿਕਲੇਅਰ ਕੀਤੀ, ਦੈਟ ਮੀਨਸ ਕਿ ਤੁਸੀਂ, ਤੁਹਾਡੇ ਕੋਲ ਪੈਸੇ ਨਹੀਂ ਆ, ਤੁਸੀਂ ਹੁਣ ਅੱਗੇ ਕੋਈ ਵੀ ਲੈਂਡਰ ਤੁਹਾਨੂੰ
ਕੋਈ ਵੀ ਕ੍ਰੈਡਿਟ ਦੇਣ ਤੋਂ ਪਹਿਲਾਂ ਕਾਫੀ ਵਾਰੀ ਸੋਚੇਗਾ। ਸੋ ਬੇਸਿਕਲੀ ਜਿੱਦਾਂ ਆਪਾਂ ਪੰਜਾਬ 'ਚ ਕਹਿ ਦਿੰਦੇ ਸੀਗੇ ਵੀ ਬੰਦੇ ਦਾ ਦਿਵਾਲਾ ਨਿਕਲ ਗਿਆ, ਸੋ ਉਹਨੂੰ ਬੈਂਕਰਪਸੀ ਕਹਿ ਦਿੰਦੇ ਆ। ਬਿਲਕੁਲ ਠੀਕ ਹੈ। ਤੇ ਜਿਹੜੀ ਇਨਸੋਲਵੈਂਸੀ ਹੁੰਦੀ ਹੈ ਇਹ ਕੀ ਹੁੰਦਾ ਵਾ ਜੀ? ਮੋਰ ਔਰ ਲੈਸ ਸੇਮ ਹੀ ਆ, ਕੋਈ ਜ਼ਿਆਦਾ ਫਰਕ ਨਹੀਂ ਆ, ਬਟ ਐਸ ਸੱਚ ਮੈਂ ਕਦੀ ਕੋਈ ਕੇਸ ਕੀਤਾ ਨਹੀਂ ਭਾਜੀ ਇਨਸੋਲਵੈਂਸੀ ਦਾ। ਓਕੇ, ਠੀਕ ਹੈ। ਪਰ ਇਨਸੋਲਵੈਂਸੀ ਜਿੰਨੀ ਕਿ ਮੈਨੂੰ ਟ੍ਰੇਨਿੰਗ ਦਿੱਤੀ ਗਈ ਉਹਦੇ ਵਿੱਚ ਇਹ ਗੱਲ ਦੱਸੀ ਗਈ ਆ ਬਈ ਜਿਹੜੀ ਇਨਸੋਲਵੈਂਸੀ ਹੁੰਦੀ ਉਹ ਇੱਕ ਸਟੈਪ ਬੈਂਕਰਪਸੀ ਤੋਂ ਪਹਿਲਾਂ ਹੁੰਦਾ, ਜਿਹਦੇ ਵਿੱਚ ਕੰਪਨੀਜ਼ ਹੁੰਦੀਆਂ ਨੇ ਜਿਹਦੇ ਕੋਲ ਤੁਸੀਂ ਜਾਂਦੇ ਹੋ ਤੇ ਉਹ ਜਿਹੜੇ ਤੁਸੀਂ ਡੈਟ ਲੈਣੇ ਹੁੰਦੇ ਆ, ਆਈ ਮੀਨ ਦੇਣੇ ਹੁੰਦੇ, ਨਾਟ ਲੈਣੇ ਹੁੰਦੇ, ਦੇਣੇ ਹੁੰਦੇ ਆ ਪੇ ਆਫ ਲੋਕਾਂ ਨੇ, ਤੇ ਉਹਦੇ ਵਿੱਚ ਉਹ ਜਿਹੜਾ ਮਿਡਲਮੈਨ ਹੁੰਦਾ, ਜਿਹੜੇ ਇਨਸੋਲਵੈਂਸੀ ਵਾਲੀ ਟੀਮ ਹੁੰਦੀ ਆ, ਉਹ ਤੁਹਾਡੇ ਬਿਹਾਫ ਤੇ ਨੈਗੋਸ਼ੀਏਟ ਕਰਦੀ ਆ। ਤੇ ਉਹ ਤੋਂ ਬਾਅਦ ਫੋਰ ਐਗਜ਼ਾਮਪਲ ਬਈ ਤੁਸੀਂ $1,00,000 ਦੇਣਾ ਤੇ ਉਹ ਨੈਗੋਸ਼ੀਏਟ ਕਰਕੇ 50,000 ਤੇ ਲੈ ਕੇ ਆਉਂਦੇ ਆ। ਦੈਨ ਉਹ $50,000 ਆਪਣੇ ਵੱਲੋਂ ਟੀਮ ਉਹਨਾਂ ਨੂੰ ਦੇ ਦਿੰਦੀ ਆ। ਦੈਨ ਤੁਸੀਂ ਇੱਕ ਪੇਮੈਂਟ ਹੀ ਕਰਦੇ ਹੋ $50,000 ਦੀ। ਤੁਸੀਂ ਫਿਰ ਉਸ ਟੀਮ ਨੂੰ ਕਿਸੇ ਤਰੀਕੇ ਤੁਹਾਡੇ ਨਾਲ ਪੇਮੈਂਟ ਉਹ ਪਲਾਨ ਬਣਾ ਲੈਂਦੇ ਆ, ਫਿਰ ਤੁਸੀਂ ਉਹਨਾਂ ਨੂੰ ਪੇ ਕਰਦੇ ਹੋ, ਹਨਾ। ਇੱਕ ਚੀਜ਼ ਇੱਥੇ ਮੈਂ ਗਾਈਡ ਜ਼ਰੂਰ ਕਰਾਂਗਾ ਹੋਰ, ਇਹ ਰਿਗਾਰਡਿੰਗ ਡਾਊਨ ਪੇਮੈਂਟ ਆ। ਜਦੋਂ ਫਸਟ ਟਾਈਮ ਹੋਮ ਬਾਇਰ, ਜਦੋਂ ਅਸੀਂ ਗਿਫਟਡ ਪੇਮੈਂਟ ਲੈਂਦੇ ਆਪਣੇ ਪੇਰੈਂਟਸ ਤੋਂ, ਜੇ ਤਾਂ ਤੁਹਾਡੇ ਪੇਰੈਂਟਸ ਇੱਥੇ ਆ ਕੈਨੇਡਾ ਦੇ ਵਿੱਚ ਹੀ ਕੰਮ ਕਰ ਰਹੇ ਆ ਜਾਂ ਜਿਵੇਂ ਵੀ, ਉਹ ਠੀਕ ਆ। ਮੋਸਟ ਆਫ ਦਾ ਟਾਈਮ ਲੈਂਡਰਸ ਇੱਕ ਗਿਫਟ ਲੈਟਰ ਨਾਲ ਹੀ ਕੰਮ ਚਲਾ ਲੈਂਦੇ ਆ। ਉੱਥੇ ਲਿਖਿਆ ਹੁੰਦਾ ਕਿ ਦਿਸ ਇਜ਼ ਅ ਗਿਫਟ ਫਰੋਮ ਅਸ, ਤੇ ਇਹ ਕੋਈ ਲਾਇਬਿਲਿਟੀ ਨਹੀਂ ਹੈ, ਸਾਨੂੰ ਇਹ ਵਾਪਸ ਨਹੀਂ ਚਾਹੀਦੇ। ਠੀਕ ਹੈ ਜੀ, ਇਦਾਂ ਦੀ ਲੈਂਗੁਏਜ ਹੁੰਦੀ ਆ। ਬਟ ਜੇ ਤੁਸੀਂ ਬੈਕ ਹੋਮ ਇੰਡੀਆ, ਪਾਕਿਸਤਾਨ, ਜਿੱਥੋਂ ਵੀ ਤੁਸੀਂ ਮੰਗਾ ਰਹੇ ਹੋ ਆਪਣੇ ਪੇਰੈਂਟਸ ਕੋਲੋਂ, ਕਾਫੀ ਲੈਂਡਰਸ ਫਿਰ ਤੁਹਾਡੇ ਪੇਰੈਂਟਸ ਦੀ ਵੀ 4 ਤੋਂ 6 ਮਹੀਨੇ ਦੀ ਜਾਂ ਜ਼ਿਆਦਾ ਵੀ ਬੈਂਕ ਸਟੇਟਮੈਂਟ ਮੰਗਾ ਸਕਦੇ ਆ, ਟੂ ਸੀ ਦਾ ਸੋਰਸ ਕਿ ਉਹਨਾਂ ਕੋਲ ਉੱਥੇ ਪਏ ਵੀ ਸੀ ਕਿ ਨਹੀਂ। ਠੀਕ ਹੈ ਜੀ। ਸੋ ਉਹ ਕਿਉਂਕਿ ਲਾਸਟ ਮੂਮੈਂਟ ਤੇ ਆ ਕੇ ਕਦੀ ਕਦੀ ਕਲਾਇੰਟਸ ਨੂੰ ਜਾਂ ਏਜੰਟਸ ਦੱਸਦੇ ਨਹੀਂ, ਕਲਾਇੰਟਸ ਨੂੰ ਤਾਂ ਵੈਸੇ ਨਹੀਂ ਪਤਾ ਹੁੰਦਾ। ਡੇ ਐਂਡ ਨਾਈਟ ਦਾ ਫਰਕ ਆ। ਇੱਕਦਮ ਉਹਨਾਂ ਨੂੰ ਵੀ ਕਹਿਣਾ ਕਿ ਬੈਂਕ ਸਟੇਟਮੈਂਟਸ 6 ਮਹੀਨੇ ਦੀਆਂ, ਸਾਲ ਦੀਆਂ ਤੁਸੀਂ ਆਪਣੀਆਂ ਭੇਜੋ, ਇੱਥੇ ਲੈਂਡਰ ਮੰਗ ਰਿਹਾ। ਸੋ ਇਹ ਵੀ ਇੱਕ ਅਵੇਅਰਨੈਸ, ਇਹ ਇੱਕ ਬਹੁਤ ਵਧੀਆ ਪੁਆਇੰਟ ਦੱਸਿਆ ਤੁਸੀਂ, ਇਹ ਪਤਾ ਲੱਗਣਾ ਚਾਹੀਦਾ। ਲਾਸਟ ਮੂਮੈਂਟ ਤੇ ਆ ਕੇ ਨਾ ਫਿਰ ਕਲਾਇੰਟਸ ਦੇਖੋ ਸਿੱਧੀ ਜੀ ਗੱਲ ਆ, ਉਹ ਫਰਸਟ੍ਰੇਟ ਹੁੰਦੇ ਆ, ਹਰਾਸਮੈਂਟ ਟਾਈਪ ਆਫ ਸਮਝਦੇ ਆ, ਕਿਉਂਕਿ ਫਸਟ ਟਾਈਮ ਹੋਮ ਬਾਇਰ ਨੂੰ ਨਹੀਂ ਪਤਾ ਹੁੰਦਾ ਡਾਕੂਮੈਂਟਸ ਦਾ ਐਕਸਚੇਂਜ ਬਹੁਤ ਹੁੰਦਾ, ਬਹੁਤ ਜ਼ਿਆਦਾ ਹੁੰਦਾ ਜੀ। ਤੇ ਜਦੋਂ ਆਪਾਂ ਮੌਰਗੇਜ ਕਰਾਉਣੀ ਆ, ਕੋਈ ਪ੍ਰੀ ਅਪਰੂਵਲ ਕਰਾਉਣੀ ਆ, ਕਿੱਦਾਂ ਦੇ ਡਾਕੂਮੈਂਟਸ ਚਾਹੀਦੇ ਹੁੰਦੇ ਆ? ਸਾਰੀ ਭਾਜੀ ਤੁਹਾਡੇ ਇਨਕਮ ਡਾਕੂਮੈਂਟਸ, ਮੋਸਟ ਰੀਸੈਂਟ ਪੇ ਸਟਬਸ, ਤੁਹਾਡੀ ਲੈਟਰ ਆਫ ਐਮਪਲੋਇਮੈਂਟ, ਜਾਂ ਜੇ ਤੁਸੀਂ ਕਾਫੀ ਟਾਈਮ ਤੋਂ ਲੱਗੇ ਹੋ ਨੋਟਿਸ ਆਫ ਅਸੈਸਮੈਂਟ ਲਾਸਟ ਈਅਰ ਦੇ 2, ਲਾਸਟ ਈਅਰ ਐਂਡ ਉਸ ਤੋਂ 1 ਸਾਲ ਪਹਿਲਾਂ ਦਾ। ਤੁਹਾਡੀ EMPLOYER ਨੂੰ ਕਾਲ ਕਰਕੇ ਵੀ ਪੁੱਛਿਆ ਜਾ ਸਕਦਾ ਟੂ ਵੈਰੀਫਾਈ ਕਿ ਤੁਸੀਂ ਲੱਗੇ ਹੋਏ ਹੋ। ਤੁਹਾਡੀ ਕ੍ਰੈਡਿਟ ਕੌਨਸੈਂਟ ਮੰਗੀ ਜਾਂਦੀ ਆ, ਕ੍ਰੈਡਿਟ ਪੁੱਲ ਕੀਤਾ ਜਾਂਦਾ, ਲਾਇਬਿਲਿਟੀਜ਼ ਦੇਖੀਆਂ ਜਾਂਦੀਆਂ। ਵਰਬਲੀ ਤਾਂ ਤੁਸੀਂ ਦੱਸ ਦਿੰਦੇ ਹੋ ਕਿ ਆਈ ਥਿੰਕ ਮੇਰਾ ਸਕੋਰ ਇੰਨਾ, ਬਟ ਐਗਜ਼ੈਕਟਲੀ ਜੇ ਪਤਾ ਕਰਨਾ ਤਾਂ ਉਹ ਤਾਂ ਕ੍ਰੈਡਿਟ ਪੁੱਲ ਕਰਕੇ ਹੀ ਪਤਾ ਲੱਗਦਾ। ਓਕੇ, ਸੋ ਜੇ ਕਿਉਂਕਿ ਜਿੰਨੀ ਵਾਰੀ ਵੀ ਆਪਾਂ, ਇਹ ਮੈਂ ਸੁਣੀ ਹੋਈ ਗੱਲ ਕਰਦਾ ਮੈਂ, ਵੀ ਜਿੰਨੀ ਵਾਰੀ ਆਪਾਂ ਕ੍ਰੈਡਿਟ ਪੁੱਲ ਕਰਦੇ ਆਪਣਾ ਕ੍ਰੈਡਿਟ ਸਕੋਰ ਡਾਊਨ ਜਾਂਦਾ ਵਾ, ਇਹ ਸਹੀ ਗੱਲ ਆ? ਐਜ਼ ਲੌਂਗ ਐਜ਼ ਤੁਸੀਂ ਜਿਹੜਾ ਪਰਪਸ ਹੈ ਉਹ ਫੁੱਲਫਿਲ ਕਰ ਰਹੇ ਹੋ, ਆਈ ਡੋਂਟ ਥਿੰਕ ਸੋ ਕੋਈ ਇੰਪੈਕਟ ਪੈਂਦਾ। ਓਕੇ, ਮੈਨੂੰ ਫਿਗਰਸ ਐਗਜ਼ੈਕਟਲੀ ਨਹੀਂ ਪਤਾ, ਬਟ ਆਈ ਥਿੰਕ 45 ਡੇਜ਼ ਦਾ ਟਾਈਮ ਆ। ਜੇ ਤੁਸੀਂ ਉਹਦੇ ਵਿੱਚ ਹੀ ਤੁਸੀਂ, ਕਿਉਂਕਿ ਸ਼ੌਪ ਅਰਾਊਂਡ ਸਾਰੇ ਕਰਦੇ ਆ, ਤੇ ਮਲਟੀਪਲ ਜ਼ਿਆਦਾ ਹੀ ਜਾਓਗੇ ਤੇ ਇੰਪੈਕਟ ਪਏਗਾ। 1-2 ਕੋਲ ਜਾਓਗੇ ਐਂਡ ਇਵੈਂਚੁਅਲੀ ਤੁਸੀਂ ਮੌਰਗੇਜ ਲੈ ਲਈ, ਦੈਨ ਵਿਦ ਇਨ ਅ ਟਾਈਮ ਫਰੇਮ 45 ਔਰ 60 ਡੇਜ਼ ਤੇ ਨਹੀਂ ਇੰਪੈਕਟ ਪੈਂਦਾ। ਸੋ ਆਪਾਂ ਇਦਾਂ ਵੀ ਕਹਿ ਸਕਦੇ ਹਾਂ ਵੀ 45 ਦਿਨਾਂ ਦੇ ਵਿੱਚ ਜੇ ਕ੍ਰੈਡਿਟ ਡਾਊਨ ਜਾਂਦਾ, ਸੋ 45 ਦਿਨਾਂ ਦੇ ਵਿੱਚ ਆਪਾਂ ਜਿੰਨੀ ਮਰਜ਼ੀ ਵਾਰੀ ਆਈ ਵੁੱਡ ਨਾਟ ਸੁਜੈਸਟ ਦੈਟ ਕਿ ਜਿੰਨੀ ਮਰਜ਼ੀ ਵਾਰ ਸ਼ੌਪ ਰਾਊਂਡ ਕਰੋ, ਬਟ ਤੁਸੀਂ ਆਪਣਾ ਕ੍ਰੈਡਿਟ ਸਕੋਰ ਆਪ ਵੀ ਚੈੱਕ ਕਰ ਸਕਦੇ ਹੋ। ਇਕੁਫੈਕਸ ਨੇ ਫ੍ਰੀ ਸਰਵਿਸ ਦਿੱਤੀ ਹੋਈ ਆ, ਮੰਥਲੀ ਤੁਸੀਂ ਇੱਕ ਵਾਰੀ ਚੈੱਕ ਕਰ ਸਕਦੇ ਹੋ, ਜਾਂ ਪੇ ਵੀ ਉਹਨਾਂ ਦਾ $20 ਕਿ $25 ਆ, ਉਹ ਪ੍ਰੋਪਰ ਰਿਪੋਰਟ ਤੁਸੀਂ ਆਪ ਚੈੱਕ ਕਰ ਸਕਦੇ ਹੋ। ਸੋ ਡਾਊਨਲੋਡ ਕਰਕੇ ਤੁਸੀਂ ਆਪਣਾ ਲੈ ਕੇ ਜਾ ਸਕਦੇ ਹੋ, ਬਟ ਏਜੰਟ ਤੁਹਾਡਾ ਕਨਸੈਂਟ ਦੁਬਾਰਾ ਮੰਗੇਗਾ ਹੀ ਮੰਗੇਗਾ, ਕਿਉਂਕਿ ਇਹ ਚੀਜ਼ ਐਡਿਟ ਕਰਕੇ ਵੀ ਕੋਈ ਦੇ ਸਕਦਾ ਆ, ਕੁਝ ਹੋ ਸਕਦਾ, ਬਟ ਉਹਨਾਂ ਨੇ ਖੁਦ ਬੋਲ ਆਪਣੇ ਸਿਸਟਮ ਤੋਂ ਕਰਨਾ ਹੀ ਕਰਨਾ। ਸੋ ਐਡਿਟ ਕਰਕੇ ਵੀ ਹੁੰਦਾ ਹੋ ਸਕਦਾ ਜੀ, ਕੋਈ ਵੱਡੀ ਗੱਲ ਨਹੀਂ ਹੈ, ਬਟ ਏਜੰਟ ਨੇ ਕਨਸੈਂਟ ਤੁਹਾਡਾ ਲੈ ਕੇ ਆਪਣੇ ਸਿਸਟਮ ਤੋਂ ਪੁੱਲ ਕਰਨਾ ਹੀ ਕਰਨਾ। ਇੱਕ ਕੁਐਸਚਨ ਮੇਰੇ ਕੋਲ ਇਹ ਹੈ ਜੀ, ਸੋ ਫੋਰ ਐਗਜ਼ਾਮਪਲ ਬੰਦਾ ਅੱਜ ਲੈਂਡ ਹੋਇਆ ਵਾ ਇੱਥੇ ਤੇ ਕੱਲ ਨੂੰ ਘਰ ਬਾਏ ਕਰਨਾ ਚਾਹੁੰਦਾ, ਤੇ ਕੁਝ ਹੋ ਸਕਦਾ ਇਦਾਂ ਦਾ, ਕੁਝ ਬਈ ਬਾਏ ਕਰ ਸਕਦਾ ਵਾ ਉਹ? ਭਾਜੀ ਕ੍ਰੈਡਿਟ ਹਿਸਟਰੀ ਨਹੀਂ ਹੈ, ਪ੍ਰੋਬਲਮ ਆਏਗੀ। ਲੈਂਡਰ ਕਾਫੀ ਆਪਣੀਆਂ ਕੰਡੀਸ਼ਨਸ ਰੱਖ ਸਕਦਾ, ਡਾਊਨ ਪੇਮੈਂਟ ਜ਼ਿਆਦਾ ਕਹਿ ਸਕਦੇ ਆ, ਕਿਸੇ ਦੀ ਗਰੰਟੀ ਜਾਂ ਕੋ-ਸਾਈਨਰ ਮੰਗ ਸਕਦੇ ਆ, ਬਟ ਕਾਫੀ ਪ੍ਰੋਬਲਮ ਆਏਗੀ। ਇੰਨੀ ਹੋ ਸਕਦਾ ਕੁਝ ਲੈਂਡਰ ਕਰ ਵੀ ਦੇਣ, ਆਈ ਐਮ ਨਾਟ ਸ਼ੋਰ,
ਮੈਂ ਇੱਦਾਂ ਕਦੀ ਇੱਕਦਮ ਇੱਕ ਦਿਨ ਦਾ ਹੀ ਰਿਹਾ ਆਇਆ ਇੱਕ ਕਲਾਇੰਟ ਮੈਂ ਨਹੀਂ ਕਦੇ ਕੀਤੀ ਬਟ ਕੁਝ ਟਾਈਮ ਸਾਲ ਆਇਆ ਕਿਉਂਕਿ ਫਸਟ ਟਾਈਮ ਹੋਮ ਬਾਇਰ ਦੇ ਕੁਝ ਨਿਊ ਟੂ ਕੈਨੇਡਾ ਦੇ ਪ੍ਰੋਗਰਾਮ ਹੈਗੇ ਆ PR ਹੋਣੀ ਬਹੁਤ ਜ਼ਰੂਰੀ ਆ ਤੁਹਾਡੀ ਲਾਈਕ ਲੈਂਡ ਹੋਇਆ ਆਂਦਿਆਂ ਦਾ ਜੌਬ ਨਹੀਂ ਹੋਣੀ ਸੋ ਜੌਬ ਤਾਂ ਇੱਕ ਮੇਜਰ ਫੈਕਟਰ ਹੈ ਨਾ ਤੁਹਾਡੀ ਇਨਕਮ ਹੀ ਨਹੀਂ ਹੈਗੀ ਤੁਹਾਨੂੰ ਲੈਂਡਰ ਕਿੱਦਾਂ ਕਰੇਗਾ ਲੈਂਡਰ ਦੈਟਸ ਟਰੂ ਯਾਰ ਉਹਨਾਂ ਨੇ ਇਹ ਦੇਖਣਾ ਵੀ ਸਾਨੂੰ ਪੈਸੇ ਵਾਪਸ ਆ ਵੀ ਸਕਦੇ ਤੁਹਾਡੀ ਕ੍ਰੈਡਿਟ ਹਿਸਟਰੀ ਨਹੀਂ ਆ ਬਟ ਜਿਵੇਂ ਨਿਊ ਟੂ ਕੈਨੇਡਾ ਪ੍ਰੋਗਰਾਮ ਆ ਉਹਦੇ 'ਚ ਤੁਹਾਡੇ ਲੈਂਡਲੋਰਡ ਲੀਜ਼ ਐਗਰੀਮੈਂਟ ਵੀ ਮੰਗਦੇ ਆ ਤੁਹਾਡੇ ਕਿਉਂਕਿ ਤੁਸੀਂ ਨਵੇਂ ਹੁੰਦੇ ਹੋ ਕੈਨੇਡਾ ਦੇ ਵਿੱਚ ਤੁਹਾਡੀ ਕ੍ਰੈਡਿਟ ਹਿਸਟਰੀ ਇੰਨੀ ਨਹੀਂ ਹੁੰਦੀ ਤੇ ਉਹਨੂੰ ਦੇਖਣ ਵਾਸਤੇ ਲੀਜ਼ ਐਗਰੀਮੈਂਟ ਦੇਖਦੇ ਕਿ ਤੁਸੀਂ ਆਪਣੀ ਪੇਮੈਂਟਸ ਕਰ ਰਹੇ ਹੋ ਮੰਥਲੀ ਜਿੱਥੇ ਵੀ ਰੈਂਟ ਤੇ ਰਹਿ ਰਹੇ ਹੋ ਉਹ ਬੈਂਕ ਸਟੇਟਮੈਂਟਸ ਮੰਗ ਸਕਦੇ ਆ ਤੁਹਾਡੇ ਮੋਬਾਈਲ ਦਾ ਬਿੱਲ ਦੇਖ ਸਕਦੇ ਹੋ ਸਟੇਟਮੈਂਟਸ ਦੇਖ ਸਕਦੇ ਕਿ ਮੰਥਲੀ ਤੁਸੀਂ ਕਰ ਰਹੇ ਹੋ ਕਿ ਸਕਿਪ ਕਰ ਰਹੇ ਹੋ ਸੋ ਇਹ ਐਜ਼ ਅ ਪ੍ਰੂਫ ਮੰਗਦੇ ਹੁੰਦੇ ਆ ਸੋ ਜੋ ਮੈਨੂੰ ਅਜੇ ਤੱਕ ਆਪਣੀ ਗੱਲਬਾਤ ਹੋਈ ਉਹਦੇ ਵਿੱਚ ਮੈਨੂੰ ਇਹ ਸਮਝ ਆ ਰਿਹਾ ਵੀ ਇੱਕ ਤਾਂ ਕੰਸਿਸਟੈਂਟ ਪੇਮੈਂਟਸ ਦੇਖਦੇ ਆ ਉਹ ਜੀ ਠੀਕ ਆ ਜੀ ਦੈਨ ਉਹ ਇਹ ਚੀਜ਼ ਦੇਖਦੇ ਆ ਵੀ ਕਿਹੜੇ ਮੈਨਰ ਦੇ ਵਿੱਚ ਤੁਸੀਂ ਪੇਮੈਂਟਸ ਕਰ ਰਹੇ ਹੋ ਹਾਂਜੀ ਤੇ ਟਾਈਮਲੀ ਮੈਨਰ ਜਾਂ ਤੁਸੀਂ ਲਾਈਕ ਸਕਿਪ ਕਰਦੇ ਹੋ ਜਾਂ ਕਿੱਦਾਂ ਹੈਗਾ ਦੈਨ ਯੂਟਿਲਾਈਜੇਸ਼ਨ ਜਿਹੜੀ ਵਰਤੋਂ ਹੈਗੀ ਆ ਉਹ ਕਿੰਨੇ ਟਾਈਮ 'ਚ ਯੂਜ਼ ਕਰਕੇ ਕਿੰਨੀ ਵਾਪਸ ਕਰ ਰਹੇ ਹੋ ਤੇ ਕਿੰਨੇ % ਕਰ ਰਹੇ ਹੋ ਬਿਲਕੁਲ ਮੇਨ ਸੋ ਆਹੀ ਤਿੰਨ ਚੀਜ਼ਾਂ ਜਿਹੜੀਆਂ ਕ੍ਰੈਡਿਟ ਦੇ ਵਿੱਚ ਮੈਨੂੰ ਲੱਗ ਰਹੀਆਂ ਨੇ ਜੀ ਐਂਡ ਟ੍ਰੇਡ ਲਾਈਨਸ ਇੱਕ ਦੋ ਕ੍ਰੈਡਿਟ ਲਓ ਦੋ ਬੈਂਕਸ ਦੇ ਲੈ ਲਓ ਬਹੁਤ ਨੇ ਤੇ ਉਹਦੇ ਨਾਲ ਇਹ ਹੈ ਕਿ ਤੁਹਾਡੀ ਜਿਵੇਂ 40% ਇੱਕ ਪਾਸੇ ਯੂਜ਼ ਹੋ ਗਿਆ ਤਾਂ ਦੂਸਰੇ ਪਾਸੇ ਵੀ ਹੈਗਾ ਹੈ ਜੇ ਤੁਹਾਨੂੰ ਦੂਜੇ ਬੈਂਕ ਨੇ ਵੀ ਕੁਝ ਦਿੱਤਾ ਹੋਇਆ ਕ੍ਰੈਡਿਟ ਕਾਰਡ ਜਾਂ ਲਾਈਨ ਆਫ ਕ੍ਰੈਡਿਟ ਉਹ ਵੀ ਯੂਜ਼ ਕਰ ਸਕਦੇ ਹੋ ਬਟ ਡਿਊ ਡੇਟ ਤੋਂ ਪਹਿਲਾਂ ਉਹਨੂੰ ਪੇ ਆਫ ਕਰ ਦਿਓ ਇਨਵੈਸਟਰਸ ਜਿਹੜੇ ਹੈਗੇ ਨੇ ਉਹ ਕਿਹੜੀ ਮੌਰਗੇਜ ਤੇ ਕਿੱਦਾਂ ਦੀ ਮੌਰਗੇजेस ਉਹਨਾਂ ਨੂੰ ਲੈਣੀਆਂ ਚਾਹੀਦੀਆਂ ਨੇ ਜੀ ਸੋ ਇਨਵੈਸਟਮੈਂਟ ਜਦੋਂ ਤੁਸੀਂ ਕਰਨੀ ਭਾਜੀ ਤੁਸੀਂ 20% ਡਾਊਨ ਪੇਮੈਂਟ ਇਹ ਲਾਜ਼ਮੀ ਆ ਓਕੇ ਠੀਕ ਹੈ ਜੀ ਇਹਦੇ 'ਚ ਤੁਸੀਂ ਚਲੋ ਡਿਪੈਂਡ ਕਰਦਾ ਉਹਨਾਂ ਨੇ ਕਿੱਥੇ ਇਨਵੈਸਟਮੈਂਟ ਕਰਨੀ ਹੈ ਬਟ ਪ੍ਰਾਇਮਰੀ ਆਕਿਊਪਾਈਡ ਘਰ ਹੈ ਜਿਹੜਾ ਉੱਤੇ ਤੁਸੀਂ ਮਿਨੀਮਮ ਡਾਊਨ ਪੇਮੈਂਟ ਕਰ ਸਕਦੇ ਹੋ ਬਟ ਵੈਨ ਇਟ ਕਮਸ ਟੂ ਬਾਏ ਇਨਵੈਸਟਮੈਂਟ ਪ੍ਰਾਪਰਟੀ ਉਹ ਤੁਹਾਨੂੰ 20% ਹੀ ਕਰਨਾ ਪੈਣਾ ਜੇ ਤੁਹਾਡੇ ਕੋਲ ਇਕੁਇਟੀ ਹੈਗੀ ਹੈ ਪ੍ਰਾਇਮਰੀ 'ਚ ਇਕੁਇਟੀ ਕਢਾਓ 20% ਜਾਂ ਕੁਝ ਤੁਹਾਡੇ ਕੋਲ ਆਪਣੀ ਸੇਵਿੰਗਸ ਆ ਤੁਸੀਂ ਕਰਕੇ ਇਨਵੈਸਟਮੈਂਟ ਪ੍ਰਾਪਰਟੀ ਬਾਏ ਕਰ ਸਕਦੇ ਹੋ ਤੁਹਾਡੀ ਜਿਹੜੀ ਰੈਂਟਲ ਇਨਕਮ ਆਣੀ ਹੈ ਇਨਵੈਸਟਮੈਂਟ ਪ੍ਰਾਪਰਟੀ ਤੋਂ ਉਹਨੂੰ ਵੀ ਤੁਸੀਂ ਆਪਣੀ ਇਨਕਮ ਕੰਸੀਡਰ ਕਰਾ ਸਕਦੇ ਹੋ ਓਕੇ ਸੋ ਇਹ ਡਿਪੈਂਡ ਕਰਦਾ ਬੜੇ ਲੈਂਡਰਸ ਨੇ ਕਈ ਲੈਂਡਰਸ 50% ਕਰਦੇ ਕਈ 75 ਕਰਦੇ ਆ ਕਈ 20 ਲੈਂਡਰਸ ਇਹੋ ਜਿਹੇ ਨੇ ਜਿਹੜੇ 100% ਹੀ ਕਰ ਲੈਂਦੇ ਆ ਲੈਂਡਰ ਟੂ ਲੈਂਡਰ ਡਿਪੈਂਡ ਕਰਦਾ ਐਂਡ ਤੁਹਾਡੀ ਪ੍ਰੋਫਾਈਲ ਤੇ ਡਿਪੈਂਡ ਕਰਦਾ ਸੋ 100% ਮੀਨਸ ਟੂ ਸੇ ਵੀ ਜੇ 8 ਲੱਖ ਦਾ ਘਰ ਹੋ ਇਨਵੈਸਟਮੈਂਟ ਪ੍ਰਾਪਰਟੀ ਲੈ ਰਿਹਾ ਤੇ 8 ਲੱਖ ਹੀ ਲੈਂਡਰ ਦੇ ਦਿੰਦਾ ਤੁਹਾਨੂੰ ਨਹੀਂ ਆਈ ਐਮ ਜਸਟ ਟਾਕਿੰਗ ਅਬਾਊਟ ਰੈਂਟਸ ਸਪੋਜ਼ ਕਰੋ ਉਸ ਪ੍ਰਾਪਰਟੀ ਤੋਂ ਤੁਹਾਨੂੰ 4000 ਰੈਂਟ ਆ ਰਿਹਾ ਕੁਝ ਲੈਂਡਰਸ ਨੇ ਜਿਹੜੇ ਸਿਰਫ ਇਹ ਕਹਿਣਗੇ ਕਿ ਅਸੀਂ 50% ਹੀ ਕੰਸੀਡਰ ਕਰਨਾ ਹੈ ਰੈਂਟ 2000 ਹੀ ਤੁਹਾਡੀ ਇਨਕਮ ਕੰਸੀਡਰ ਕਰਾਂਗੇ ਸਾਲ ਦੀ 24000 ਹੋਗੀ ਕੁਝ 75 ਕਰਦੇ ਆ ਕੁਝ 100% ਹੀ ਰੈਂਟ ਕੰਸੀਡਰ ਕਰ ਲੈਂਦੇ ਆ ਠੀਕ ਹੈ ਜੀ ਔਰ ਲਾਈਕ ਦੇਖੋ ਡਿਪੈਂਡ ਹੁਣ 24000 ਤੇ 48000 ਜਿਹਨੇ 100% ਹੀ ਕਰ ਲਿਆ ਉਹ ਸਾਰਾ ਤੁਹਾਡੀ ਇਨਕਮ 'ਚ ਹੀ ਐਡ ਹੋਣਾ ਨਾ ਤੇ ਜੇ ਅੱਛੀ ਪ੍ਰਾਪਰਟੀ ਹੈ ਇਨਵੈਸਟਮੈਂਟ ਪ੍ਰਾਪਰਟੀ ਤੇ ਜਿੰਨੀ ਤੁਹਾਡੀ ਮੌਰਗੇਜ ਬਣੀ ਉਹ ਬੈਲੈਂਸ ਆਫ ਹੋ ਰਹੀ ਹੈ ਤੁਹਾਡੇ ਰੈਂਟ ਨਾਲ ਹੀ ਹਾਂਜੀ ਸੋ ਸੌਰਟ ਆਫ ਤੁਹਾਡਾ ਕੁਝ ਜਾ ਨਹੀਂ ਰਿਹਾ ਠੀਕ ਹੈ ਜੀ ਤੁਹਾਡੀ ਇੱਕ ਪ੍ਰਾਪਰਟੀ ਬਣ ਗਈ ਤੁਸੀਂ ਆਪਣੀ ਇਕੁਇਟੀ ਕਢਾਈ ਪ੍ਰਾਇਮਰੀ ਜਿਹੜੀ ਵੀ ਪ੍ਰਾਪਰਟੀ ਆ ਤੁਹਾਡੇ ਕੋਲ ਕੈਸ਼ ਸੇਵਿੰਗਸ ਹੈਗੀਆਂ ਕੁਝ ਵੀ ਆ ਤੁਸੀਂ ਉਹ ਕੀਤੀ 20% ਕੀਤੀ ਐਂਡ ਦੈਨ ਤੁਸੀਂ ਗੁੱਡ ਟੂ ਗੋ ਓਕੇ ਹੁਣ ਥੋੜਾ ਜਿਹਾ ਐਕਸਪਲੇਨ ਕਰਾਂਗੇ ਵੀ ਇਕੁਇਟੀ ਕੀ ਹੁੰਦੀ ਹੈ ਫਰਸਟ ਜੀ ਸੋ ਇਹਨੂੰ ਐਗਜ਼ਾਮਪਲ ਨਾਲ ਵਧੀਆ ਸਮਝਦੇ ਆ ਸਪੋਜ਼ ਕਰੋ 5 ਲੱਖ ਦਾ ਤੁਸੀਂ ਘਰ ਲਿਆ 2-4 ਸਾਲ ਪਹਿਲਾਂ ਅੱਜ ਦੇ ਟਾਈਮ ਉਹਦੀ ਵੈਲਿਊ ਵੱਧ ਗਈ ਆ ਠੀਕ ਹੈ ਜੀ 8 ਲੱਖ ਚਲੀ ਗਈ ਆ 3 ਸਾਲ ਹੋ ਗਏ ਤੁਹਾਨੂੰ ਘਰ ਲਿਆ ਅੱਜ 8 ਲੱਖ ਵੈਲਿਊ ਆ 5 ਲੱਖ ਚੋਂ ਤੁਸੀਂ ਪੇ ਆਫ ਵੀ ਕੁਝ ਕੀਤਾ ਸਪੋਜ਼ ਕਰੋ ਤੁਸੀਂ 4 ਤੱਕ ਆ ਗਏ ਹੋ $1,00,000 ਤੁਸੀਂ ਪੇ ਆਫ ਕਰਤੀ ਮੌਰਗੇਜ ਹਾਂਜੀ ਹੁਣ ਜੇ ਤੁਸੀਂ ਇਕੁਇਟੀ ਕਢਾਣੀ ਆ ਇਕੁਇਟੀ ਮੈਕਸਿਮਮ 80% ਆਫ ਦਾ ਵੈਲਿਊ ਆਫ ਦਾ ਹਾਊਸ ਹੀ ਹੁੰਦੀ ਆ ਲਾਈਕ 80% ਆਫ 8 ਲੱਖ ਠੀਕ ਹੈ ਜੋ ਬਣ ਗਿਆ 6,40,000 ਆਈ ਗੈਸ ਹੁਣ 6,40,000 ਤੱਕ ਤੁਸੀਂ ਮੈਕਸਿਮਮ ਆਪਣੇ ਘਰ ਤੋਂ ਕਢਾ ਸਕਦੇ ਹੋ ਉਹਦੇ 6,40,000 ਚੋਂ 4 ਲੱਖ ਤਾਂ ਤੁਹਾਡੀ ਮੌਰਗੇਜ ਆ ਜਿਹੜੀ ਤੁਸੀਂ ਦੇ ਰਹੇ ਹੋ ਅਜੇ ਦੇਣੀ ਆ ਸੋ ਤੁਹਾਨੂੰ ਜਿਹੜਾ ਅਮਾਊਂਟ ਆਣੀ ਤੁਹਾਡੇ ਕੋਲ ਉਹ ਆਈ ਗੈਸ 2,40,000 ਆਣੀ ਹੈ 2 ਲੱਖ ਹਾਂ ਜੇ ਤੁਸੀਂ ਸੈਲ ਹੀ ਕਰ ਦੋਗੇ ਘਰ ਤੇ ਫਿਰ 8 ਲੱਖ ਦਾ 8 ਲੱਖ ਹੀ ਤੁਹਾਡੇ ਕੋਲ ਪਰ ਉਹਦੇ ਵਿੱਚ ਮਾਰਗੇਜ ਪੇ ਆਫ ਹੋਗੀ ਫਿਰ ਹਾਂ ਫਿਰ 4 ਲੱਖ ਹਾਂਜੀ ਓਕੇ ਠੀਕ ਆ ਸੋ ਇਹਦੇ ਵਿੱਚ ਇਨਵੈਸਟਰਸ ਨੂੰ 20% ਹੀ ਪਾਉਣਾ ਪੈਣਾ ਵਾ ਹਾਂ ਇਨਵੈਸਟਰਸ ਨੂੰ 20% ਓਕੇ ਕੁਝ ਹੋਰ ਵੀ ਇੰਡਸਟਰੀ ਦੇ ਵਿੱਚ ਚੱਲ ਰਿਹਾ ਜਿਹਦੇ ਵਿੱਚ ਇਨਵੈਸਟਰਸ ਨੂੰ 20% ਨਹੀਂ ਪਾਉਣਾ ਪੈਂਦਾ
ਵੇ ਆਊਟ ਹੈ ਜੀ। ਕਈ ਕਲਾਇੰਟਸ ਮੇਰੇ ਦੇਖੇ ਆ ਕਿ ਲਾਈਕ ਪ੍ਰਾਇਮਰੀ ਆਕਿਊਪਾਈਡ ਘਰ ਜਿਹੜਾ ਹੁੰਦਾ ਉਹ ਫਿਰ ਜਿਹੜਾ ਪ੍ਰਾਇਮਰੀ ਆਕਿਊਪਾਈਡ ਆ ਉਹਨੂੰ ਰੈਂਟਲ ਤੇ ਕਰ ਦਿੰਦੇ ਆ, ਉਹਨੂੰ ਇਨਵੈਸਟਮੈਂਟ ਬਣਾ ਕੇ ਪ੍ਰਾਇਮਰੀ ਤੇ ਆ ਜਾਂਦੇ ਤੇ ਫਿਰ ਜਿਹੜਾ ਨਵਾਂ ਲਿਆ ਉਹਦੇ 'ਚ ਸ਼ਿਫਟ ਹੋ ਜਾਂਦੇ। ਉਹ ਇਦਾਂ ਵੀ ਤੁਸੀਂ ਕਰ ਸਕਦੇ। ਫਿਰ ਜੇ ਤੁਸੀਂ ਨਵੇਂ 'ਚ ਜਾਣਾ ਹੋ ਤਾਂ ਤੁਹਾਡੀ ਪ੍ਰਾਇਮਰੀ ਪ੍ਰਾਪਰਟੀ ਹੋਈ ਨਾ, ਉਹ 'ਚ ਤੁਸੀਂ ਆਪ ਰਹਿਣਾ ਜਾ ਕੇ, ਫਿਰ ਤੁਸੀਂ ਉਹਨੂੰ ਮਿਨੀਮਮ ਡਾਊਨ ਪੇਮੈਂਟ ਤੇ ਵੀ ਕਰ ਸਕਦੇ ਹੋ, ਲੈ ਸਕਦੇ ਹੋ। ਸੋ ਲਾਈਕ ਪਹਿਲੇ $1 ਤੋਂ ਲੈ ਕੇ 5 ਲੱਖ ਤੱਕ 5% ਤੇ ਹਾਂਜੀ ਹਾਂਜੀ। ਉਸ ਤੋਂ ਉੱਤੇ ਜਿੰਨੀ ਵੀ ਆ ਲੈਸ ਦੈਨ 1 ਮਿਲੀਅਨ ਉੱਤੇ 10%। ਉਹ 10%। ਸੋ ਬੇਅਰ ਮਿਨੀਮਮ ਤੇ ਫਿਰ ਜਿੱਦਾਂ ਕਿ ਐਜ਼ ਅ ਫਰਸਟ ਟਾਈਮ ਹੋਮ ਬਾਇਰ ਤੁਸੀਂ ਕਰ ਸਕਦੇ ਹੋ ਜਸਟ ਨਹੀਂ, ਫਸਟ ਟਾਈਮ ਹੋਮ ਬਾਇਰ ਨਹੀਂ। ਫਿਰ ਕਿਉਂਕਿ ਤੁਹਾਡੇ ਕੋਲ ਘਰ ਵੀ ਪਹਿਲਾਂ ਆ ਚੁੱਕਾ, ਠੀਕ ਹੈ, ਤੁਸੀਂ ਫਸਟ ਟਾਈਮ ਹੋਮ ਬਾਇਰ ਦਾ ਉਹ ਕ੍ਰਾਈਟੇਰੀਆ ਕਲੀਅਰ ਕਰ ਚੁੱਕੇ ਹੋ। ਹੁਣ ਤੁਹਾਡਾ ਇਹ ਸੈਕਿੰਡ ਹੋਮ ਆ, ਤੇ ਜੇ ਕੋਈ ਰਿਬੇਟ ਵਗੈਰਾ ਮਿਲਦੀ ਹੈ ਉਹ ਤੁਹਾਨੂੰ ਪਹਿਲਾਂ ਮਿਲ ਚੁੱਕੀ ਆ, ਹੁਣ ਦੁਬਾਰਾ ਨਹੀਂ ਮਿਲਣੀ। ਸੋ ਰਿਬੇਟਸ ਨੂੰ ਛੱਡ ਕੇ ਬਾਕੀ ਬੇਅਰ ਮਿਨੀਮਮ ਜਿਹੜੀ ਡਾਊਨ ਪੇਮੈਂਟ ਹੈਗੀ ਆ ਉਹ ਸੈਕੰਡ ਪ੍ਰਾਪਰਟੀ ਤੇ ਵੀ ਉਦਾਂ ਕਰ ਸਕਦੇ ਆ ਜੇ ਐਜ਼ ਲੌਂਗ ਐ ਤੁਸੀਂ ਉਹਨੂੰ ਆਪਣੀ ਪ੍ਰਾਪਰਟੀ ਨੂੰ ਪ੍ਰਾਇਮਰੀ ਆਕਿਊਪਾਈਡ ਘਰ ਬਣਾਉਣਾ ਹੈ। ਉਹਨੂੰ ਤੁਸੀਂ ਦੱਸ ਦਿਓ ਗਵਰਨਮੈਂਟ ਨੂੰ ਵੀ ਆਪਾਂ ਇਹ ਪ੍ਰਾਇਮਰੀ ਆ, ਦੂਜੀ ਅਸੀਂ ਇਨਵੈਸਟਮੈਂਟ ਬਣਾਤੀ ਆ। ਹਾਂਜੀ ਹਾਂਜੀ। ਉਹਦੇ 'ਚ ਇਨਵੈਸਟਮੈਂਟ ਪ੍ਰਾਪਰਟੀ ਜਿਹੜੀ ਤੁਸੀਂ ਜਿਹ 'ਚ ਪਹਿਲਾਂ ਰਹਿੰਦੇ ਸੀ ਉਹਦਾ ਮਾਰਕੀਟ ਐਨਾਲਾਈਸਿਸ ਹੋਊਗਾ, ਰੈਂਟਲ ਮਾਰਕੀਟ ਐਨਾਲਾਈਸਿਸ। ਉਹ 'ਚ ਦੇਖਿਆ ਜਾਊਗਾ ਕਿ ਲਾਈਕ ਐਨਾਲਾਈਜ਼ ਕਰਦੇ ਆਲੇ ਦੁਆਲੇ ਇੰਨੀ ਕੁ ਪ੍ਰਾਪਰਟੀ ਦਾ ਕਿੰਨਾ ਕੁ ਰੈਂਟ ਚੱਲ ਰਿਹਾ, ਠੀਕ ਹੈ ਜੀ। ਉਹ ਫਿਰ ਉਹ ਜਿੰਨਾ ਰੈਂਟ ਹੋਊਗਾ ਉਹਦਾ 50% 70 ਲੈਂਡਰ ਟੂ ਲੈਂਡਰ ਡਿਪੈਂਡ ਕਰਦਾ। ਤੁਹਾਡਾ ਰੈਂਟ ਉਹਨਾਂ ਜਿੰਨਾ ਵੀ ਬਣਿਆ ਤੁਹਾਡੀ ਇਨਕਮ 'ਚ ਐਡ ਕਰ ਦਿੱਤਾ ਜਾਏਗਾ, ਬਟ ਤੁਹਾਨੂੰ ਕੁਆਲੀਫਾਈ ਜ਼ਰੂਰ ਫਿਰ ਕੀਤਾ ਜਾਏਗਾ। ਕੁਆਲੀਫਿਕੇਸ਼ਨ ਉਹਨਾਂ ਨੇ ਫਿਰ ਪੇਪਰ ਵਰਕ ਸਾਰਾ ਚੈੱਕ ਕਰਨਾ। ਸੋ ਫੋਰ ਐਗਜ਼ਾਮਪਲ ਮੈਂ ਫਰਸਟ ਟਾਈਮ ਹੋਮ ਬਾਇਰ ਆ ਜਾਂ ਮੈਂ ਇੱਕ ਇਨਵੈਸਟਰ ਆ, ਮੈਂ ਆ ਕੇ ਪੇਪਰ ਦਿੱਤੇ ਹੈ ਨਾ ਵੀ ਓਕੇ ਤੁਸੀਂ ਮੈਨੂੰ ਕਿਹਾ ਮੈਨੂੰ 3 ਮਹੀਨੇ ਦੀਆਂ ਪੇ ਸਟਾਫਸ ਚਾਹੀਦੀਆਂ, ਐਨਓਏਸ ਚਾਹੀਦੇ ਆ, T1 T2 ਜਨਰਲ ਜੋ ਵੀ ਆਪਣੀ ਬੈਂਕ ਸਟੇਟਮੈਂਟ ਸਾਰੀਆਂ ਚਾਹੀਦੀਆਂ, ਕਰ ਚੈੱਕ ਦੇਤਾ। ਹੁਣ ਤੁਹਾਨੂੰ ਸਾਰਾ ਕੁਝ ਮਿਲ ਗਿਆ, ਹੁਣ ਤੁਹਾਡੀ ਡੈਸਕ ਤੋਂ ਪਿੱਛੇ ਜੀ ਕੀ ਚੀਜ਼ਾਂ ਚੱਲਦੀਆਂ ਨੇ ਜਿਹੜੀਆਂ ਇੱਕ ਨਾਰਮਲ ਲੋਕਾਂ ਨੂੰ ਪਤਾ ਹੀ ਨਹੀਂ ਹੈਗੀਆਂ ਵੀ ਤੁਸੀਂ ਕਿਹੜੇ ਹਿਸਾਬ ਨਾਲ ਵਰਕ ਕਰਦੇ ਹੋ। ਫੋਰ ਐਗਜ਼ਾਮਪਲ ਜੇ ਤੁਸੀਂ ਉਹ ਕਰਨੀ ਹੋਵੇ ਸਾਰੀ, ਤੁਸੀਂ ਕਿਹੜੇ ਹਿਸਾਬ ਨਾਲ ਕੀ ਪ੍ਰੋਸੀਜਰਸ ਹੁੰਦੇ ਆ? ਸੋ ਮੈਂ ਸਭ ਤੋਂ ਪਹਿਲਾਂ ਜੀ ਫਾਈਲ ਸਟਰਕਚਰ ਕਰਨੀ ਆ ਆਪਣੇ ਸਿਸਟਮ ਦੇ ਵਿੱਚ, ਠੀਕ ਹੈ ਜੀ। GDS TDS ਰੇਸ਼ੋਸ ਹੁੰਦੀਆਂ, ਤੁਸੀਂ ਵੀਡੀਓ ਵੀ ਬਣਾਈ ਆ, ਮੈਂ ਉਹ ਦੇਖਣਾ ਕਿ ਉਹ ਲਾਈਨ ਦੇ ਵਿੱਚ ਹੀ ਨੇ। ਸੋ 39 and 44 ਦੇ ਵਿੱਚ ਹੋਣੀਆਂ ਚਾਹੀਦੀਆਂ। ਸੋ ਥੋੜਾ GDS TDS ਵੀ ਐਕਸਪਲੇਨ ਕਰ ਦੋਗੇ? GDS ਜੋ ਵੀ ਤੁਹਾਡੇ ਘਰ ਦੇ ਰਿਲੇਟਡ ਖਰਚੇ ਨੇ, ਮਾਰਗੇਜ, ਤੁਹਾਡਾ ਗੈਸ, ਹੀਟ, ਜੋ ਘਰ ਦੇ ਰਿਲੇਟਡ ਖਰਚੇ ਨੇ, ਗ੍ਰੋਸ ਡੈਟ ਸਰਵਿਸ, ਟੋਟਲ ਡੈਟ ਸਰਵਿਸ, ਘਰ ਦੇ ਰਿਲੇਟਡ ਖਰਚੇ ਜਿੰਨੇ ਪਲੱਸ ਪਰਸਨਲ ਵੀ, ਜਿਵੇਂ ਤੁਹਾਡੀ ਕੋਈ ਕਾਰ ਦਾ ਕ੍ਰੈਡਿਟ ਕਾਰਡ ਦਾ, ਉਹ ਵੀ ਉਹਦੇ 'ਚ ਇਨਕਲੂਡ ਹੁੰਦੇ ਆ। ਸੋ ਫਿਰ ਇੱਥੇ ਟਰਬਲ ਕਾਰਾਂ ਦੀ ਤੇ ਲੋਨਾਂ ਦੀ ਆਉਂਦੀ ਆ ਇਹ ਹੋਣੀ ਤਾਂ ਹੀ ਕਹਿੰਦੇ ਕਿ ਗੱਡੀ ਇੰਨੀ ਇੱਕ ਪੇ ਆਫ ਹੋਵੇ। ਹਾਂ, ਪੇ ਆਫ ਹੋਵੇ, ਜਾਂ ਬਹੁਤ ਕਦੀ ਕਿ ਸਾਡੇ ਇੰਡੀਆ ਤੋਂ ਆਉਂਦੇ ਆ ਉਹ ਛੇਤੀ ਇੱਥੇ ਅਪਰੂਵ ਹੋ ਜਾਂਦੀਆਂ ਗੱਡੀਆਂ। ਵੱਡੀ ਲੈ ਲਈ $1000 ਤੋਂ ਉਹਦੀ ਕਿਸ਼ਤੀ ਜਾ ਰਹੀ ਆ, ਤੇ ਉਹ ਫਿਰ ਤੁਹਾਨੂੰ ਇਵੈਂਚੁਅਲੀ ਕਾਫੀ ਵੱਡਾ ਇੰਪੈਕਟ ਪਾਉਂਦੀ ਮਾਰਕੀਟ ਤੇ। ਸੋ ਇਹਦੇ ਵਿੱਚ ਵੀ ਆਈ ਨੋ ਮੈਂ ਥੋੜਾ ਜਿਹਾ ਸਾਈਡ ਦੇ ਬੇਸ ਤੇ ਲੈ ਕੇ ਜਾ ਰਿਹਾ। ਹੁਣ ਜਿਹੜੇ ਗੱਡੀ ਦਾ ਫੋਰ ਐਗਜ਼ਾਮਪਲ ਗੱਡੀ ਇੱਥੇ ਜਿੰਨੇ ਵੀ ਮੈਂ ਕਲਾਇੰਟਸ ਨਾਲ ਜ਼ੀਰੋ ਡਾਊਨ ਵਾਲੀ ਪ੍ਰੋਗਰਾਮ ਤੇ ਵੀ ਗੱਲ ਕਰ ਰਿਹਾ, ਮੈਂ ਉਹ ਗੱਲ ਕਹਿੰਦੇ ਆ ਭਾਜੀ ਸਾਡੇ ਕੋਲ ਗੱਡੀ ਦਾ 30,000 ਜਾਂ 40,000 ਲੋਨ ਆ। ਸੋ 30-40,000 ਦਾ ਲੋਨ ਜਿਹੜਾ ਹੈਗਾ ਉਹ ਇੱਕ ਮਾਰਗੇਜ ਤੇ ਕਿੱਡਾ ਵੱਡਾ ਇੰਪੈਕਟ ਪਾਉਂਦੀ ਆ? ਕਾਫੀ ਆ ਜੀ। 30-40,000 ਦੀ ਗੱਡੀ ਦੀ ਕਿਸ਼ਤ ਹੋਏਗੀ $500-600 ਐਟਲੀਸਟ, ਜਿੰਨੀ ਕਿ ਮੇਰੀ ਸਮਝ ਆ। ਤੇ ਉਹ $500-600 ਤੁਹਾਡੀ ਲਾਇਬਿਲਿਟੀ ਹੈ ਮੰਥਲੀ। ਕਾਫੀ ਫਰਕ ਪੈ ਜਾਂਦਾ। ਆਈ ਵੁੱਡ ਸੇ ਲਾਈਕ 60-70,000 ਤੱਕ ਆਰਾਮ ਨਾਲ ਪੈ ਹੀ ਜਾਂਦਾ। ਘੱਟ ਤੁਸੀਂ ਉਹਦੇ ਲਈ ਇੰਨੀ ਲਈ ਮਾਰਗੇਜ ਲਈ ਘੱਟ ਅਪਰੂਵ ਹੋਵੋਗੇ, ਘੱਟ ਅਪਰੂਵ ਲਈ ਹੋਵਾਂਗੇ। ਓਕੇ, ਸੋ ਦੈਟ ਮੀਨਸ ਟੂ ਸੇ ਵੀ 60 ਤੋਂ $80,000 ਦਾ ਜੇ ਆਪਾਂ ਲੈ ਕੇ ਚੱਲੀਏ ਐਵਰੇਜ ਵੀ ਇੰਨੇ ਲਈ। ਸੋ ਜੇ ਤੁਸੀਂ 8 ਲੱਖ ਦਾ ਘਰ ਲੈ ਸਕਦੇ ਸੀ ਤੇ ਹੁਣ ਤੁਸੀਂ 7-20 ਦਾ ਲੈ ਸਕਦੇ ਹੋ। ਤੁਹਾਡੀ ਅਫੋਰਡੇਬਿਲਿਟੀ ਘੱਟ ਜਾਂਦੀ, ਅਫੋਰਡੇਬਿਲਿਟੀ ਘੱਟ ਜਾਂਦੀ ਹੈ ਜੀ। ਜੇ ਗੱਡੀ ਤੋਂ ਆਪਾਂ ਨੂੰ ਇਨਕਮ ਆਉਂਦੀ ਜਿੱਦਾਂ ਉਬਰ ਡਰਾਈਵਰਸ ਹੁੰਦੇ ਆ ਉਹ ਸਕਦੇ? ਹਾਂਜੀ। ਸੋ ਉਬਰ ਡਰਾਈਵਰ ਵਗੈਰਾ ਜਾਂ ਜਿਹੜੇ ਸਕਿਪ ਹੋ ਗਈ, ਉਬਰ ਹੋ ਗਈ, ਇਹ ਸਾਰੇ ਲੈ ਸਕਦੇ ਨੇ ਐਜ਼ ਲੌਂਗ ਐਜ਼ 2 ਸਾਲ ਦੀ ਇਹਨਾਂ ਕੋਲ ਹਿਸਟਰੀ ਕੀ ਕੰਮ ਕਰਨ ਦੀ, ਠੀਕ ਹੈ ਜੀ। ਇਹ ਨਹੀਂ ਹੈ ਕਿ ਜਿਵੇਂ 6 ਮਹੀਨੇ ਹੋਇਆ ਉਬਰ ਚਲਾਉਂਦੇ ਆ ਜਾਂ ਸਕਿਪ ਚਲਾਉਂਦੇ ਆ, ਉਹਦੇ ਲਈ ਮਾਰਗੇਜ ਬੈਂਕ ਨੇ, ਲੈਂਡਰ ਨੇ ਨਹੀਂ, ਇਹ ਲੈਂਡਰ ਨੇ ਤਾਂ ਸਪੈਸੀਫਿਕਲੀ ਨਹੀਂ ਕਰਨਾ, ਠੀਕ ਹੈ। ਬੀ ਲੈਂਡਰ ਕਿਤੇ ਨਾ ਕਿਤੇ ਸ਼ਾਇਦ ਕੋਈ ਇਹੋ ਜਿਹਾ ਹੋਏ ਜਿਹੜਾ ਈਅਰ ਟੂ ਡੇਟ ਦੇਖ ਲੈ ਕਿੰਨੀ ਅਰਨਿੰਗ ਆ, ਬਟ ਉੱਦਾਂ ਨਹੀਂ। ਓਕੇ, ਸੋ ਆਪਾਂ ਹੁਣ ਵਾਪਸ ਆਈਏ TDS GDS ਰੇਸ਼ੋਸ ਦੇ ਵਿੱਚ। ਸੋ GDS ਦੇ ਵਿੱਚ ਤੁਸੀਂ ਦੱਸਿਆ ਵੀ ਆਪਣੀ ਹੀਟਿੰਗ ਕਾਸਟ ਐਂਡ ਘਰ ਦਾ ਸਾਰਾ ਕੁਝ ਹੁੰਦਾ, ਪਲੱਸ ਜਿਹੜਾ TDS ਹੁੰਦਾ ਉਹਦੇ ਵਿੱਚ ਜਾਂ ਕਾਰਾਂ ਦੇ ਲੋਨ ਹੋ ਗਏ ਜਾਂ ਸਟੂਡੈਂਟ ਲੋਨਸ ਹੋ ਗਏ, ਉਹ ਸਾਰੇ ਕੁਝ ਨਾ ਉਹ ਹੋ ਗਿਆ। ਹੁਣ ਉਹ ਤੋਂ ਬਾਅਦ ਤੁਸੀਂ ਹੋਰ ਜਦੋਂ ਫਾਈਲ ਬਣਾਉਣੇ, ਤੁਸੀਂ ਕਿਹਾ ਵੀ ਫਾਈਲ ਬਣਾਉਣਾ। ਹਾਂਜੀ। ਸੋ ਰੇਸ਼ੋਸ ਲਾਈਨ 'ਚ ਆ ਗਈਆਂ, ਸਾਰਾ ਕੁਝ ਦੇਖ ਲਿਆ, ਕ੍ਰੈਡਿਟ ਪੁੱਲ ਕਰ ਲਿਆ, ਚੈੱਕ ਕਰ ਲਿਆ ਲਾਇਬਿਲਿਟੀਜ਼ ਕਿੰਨੀਆਂ ਆ, ਇਨਕਮ ਦੇਖ ਲਈ, ਇਨਕਮ ਵੈਰੀਫਾਈ ਕਰ ਲਈ ਪੇ ਸਟੱਬਸ ਤੋਂ, ਬਾਈ ਵੀਕ 19 ਬਣਦੀ ਪਈ ਕਿ ਨਹੀਂ ਬਣਦੀ ਪਈ। ਸਪੋਜ਼ਿੰਗਲੀ ਫੈਬਰਰੀ ਚੱਲਦੀ
ਚੱਲਦੀ ਪਈ ਆ, ਉਹਨਾਂ ਨੇ 90,000 ਕਿਹਾ, ਦੈਨ ਆਈ ਗੋਨਾ ਸੀ ਕਿ ਫੈਬਰਰੀ ਤੱਕ ਜਿੰਨੀ ਮੰਥਲੀ ਇਹਨਾਂ ਦੀ ਇਨਕਮ ਆ, ਜਿਹਨੂੰ ਮੈਂ ਈਅਰਲੀ ਕਨਵਰਟ ਕਰਾਂ ਮਲਟੀਪਲਾਈ ਕਰਕੇ, ਤੇ ਉਨੀ ਬਣਦੀ ਆ ਜਿੰਨੀ ਇਹਨਾਂ ਨੇ ਕਹੀ ਹੈ ਲੈਟਰ ਆਫ ਇੰਪਲੋਇਮੈਂਟ ਤੇ ਜਿੰਨੀ ਲਿਖੀ ਹੋਈ ਆ। ਉਹ ਵੈਰੀਫਾਈ ਕਰਕੇ ਸਾਰਾ ਕੁਝ, ਡਾਊਨ ਪੇਮੈਂਟ ਦਾ ਸੋਰਸ ਦੇਖ ਕੇ 90 ਡੇ ਪੁਰਾਣੀ ਹੈਗੀ ਆ ਜਾਂ ਨਹੀਂ ਹੈਗੀ, ਇਹ ਸਾਰੀਆਂ ਚੀਜ਼ਾਂ ਵੈਰੀਫਾਈ ਕਰਕੇ ਫਿਰ ਸਾਡੀ ਬ੍ਰੋਕਰੇਜ ਦੇ ਵਿੱਚ ਅੰਡਰਰਾਈਟਰ ਕੋਲ, ਬ੍ਰੋਕਰੇਜ ਦੇ ਅੰਡਰਰਾਈਟਰ ਕੋਲ ਜਾਂਦੀ ਫਾਈਲ। ਬ੍ਰੋਕਰੇਜ ਦਾ ਅੰਡਰਰਾਈਟਰ ਕੀ ਹੁੰਦਾ ਵਾ, ਉਹਨੂੰ ਥੋੜਾ ਜਿਹਾ ਹੋਰ ਐਕਸਪਲੇਨ ਕਰੋਗੇ? ਹੈਡ ਆਫ ਦਾ ਬ੍ਰੋਕਰੇਜ ਇਨ ਅ ਵੈਰੀ ਸਿੰਪਲ ਵੇ, ਠੀਕ ਹੈ, ਉਹ ਪ੍ਰਿੰਸੀਪਲ ਬ੍ਰੋਕਰ ਕਹਿ ਦਿੰਦੇ ਉਹਨੂੰ। ਓਕੇ। ਸੋ ਉਹਦੇ ਲਈ ਇੱਕ ਵੱਖਰਾ ਪੇਪਰ ਹੁੰਦਾ, ਐਟਲੀਸਟ 2 ਸਾਲ ਦਾ ਤੁਹਾਡੇ ਕੋਲ ਮਾਰਗੇਜ ਦਾ ਏਜੰਟ ਦਾ ਲਾਇਸੈਂਸ ਦਾ ਐਕਸਪੀਰੀਅੰਸ ਹੋਣਾ ਚਾਹੀਦਾ, ਫਿਰ ਤੁਸੀਂ ਉਹ ਐਗਜ਼ਾਮ ਦੇ ਸਕਦੇ ਹੋ। ਬਟ ਉਹ ਬ੍ਰੋਕਰੇਜ ਦੇ ਵਿੱਚ ਪ੍ਰੋਪਰ ਡਿਪਾਰਟਮੈਂਟ ਹੁੰਦੇ ਆ, ਅੰਡਰਰਾਈਟਰਸ ਹੁੰਦੇ ਆ, ਜਿਨ੍ਹਾਂ ਦਾ ਕੰਮ ਹੀ ਫਾਈਲਸ ਨੂੰ ਗੋ ਥਰੂ ਕਰਾਉਣਾ ਹੁੰਦਾ। ਟੈਕਨੀਕੈਲਿਟੀ ਸਾਰੀ ਉਹਨਾਂ ਨੂੰ ਪਤਾ ਹੁੰਦੀ ਆ ਜ਼ਿਆਦਾ, ਕਿ ਕਿਹੜੇ ਲੈਂਡਰਸ ਦੇ ਕਿਹੜੇ ਪ੍ਰੋਡਕਟ ਨੇ, ਇਹ ਫਾਈਲ ਕਿਹਦੇ ਅੰਦਰ ਫਾਲ ਕਰ ਸਕਦੀ ਆ। ਸਾਡਾ ਕੰਮ ਹੁੰਦਾ ਫਾਈਲ ਨੂੰ ਵੱਧ ਤੋਂ ਵੱਧ ਵਧੀਆ ਤਰੀਕੇ ਨਾਲ ਕਰਕੇ ਤੇ ਉਹਨਾਂ ਨੂੰ ਸਬਮਿਟ ਕਰਨੀ ਆਪਣੀ ਬ੍ਰੋਕਰੇਜ ਨੂੰ ਪਹਿਲਾਂ। ਫਿਰ ਬ੍ਰੋਕਰੇਜ ਦਾ ਅੰਡਰਰਾਈਟਰ ਚੈੱਕ ਕਰਦਾ। ਨੋਟਸ ਵਗੈਰਾ ਅਸੀਂ ਨੋਟਸ ਵੀ ਲਿਖ ਕੇ ਦਿੰਦੇ ਆ, ਜੇ ਥੋੜੀ ਬਹੁਤੀ ਕੋਈ ਸਪੋਜ਼ ਕਰੋ ਮਿਸ ਪੇਮੈਂਟ ਹੈ, 1-2 ਬਿੱਲ ਨਹੀਂ ਦਿੱਤੇ ਗਏ ਫਾਈਡੋ ਦੇ ਜਾਂ ਕੋਈ ਵੀ ਮੋਬਾਈਲ ਦੇ ਬਿੱਲ, ਸੋ ਅਸੀਂ ਕਲਾਇੰਟ ਨੂੰ ਪੁੱਛਦੇ ਹਾਂ ਕਿ ਇਦਾਂ ਕਿਉਂ ਹੋਇਆ, ਤੇ ਕਦੀ ਕਦੇ ਹੁੰਦਾ ਆਟੋ ਪੇਮੈਂਟ ਤੇ ਨਹੀਂ ਲੱਗੇ ਹੁੰਦੇ, ਕੋਈ ਰੀਜ਼ਨ ਵੀ ਹੋ ਸਕਦਾ। ਸੋ ਐਕਸਪਲੇਨੇਸ਼ਨ 'ਚ ਸਾਨੂੰ ਦੱਸਣਾ ਪੈਂਦਾ, ਕਿਉਂਕਿ ਲੈਂਡਰ ਨੇ ਬਾਅਦ 'ਚ ਪੁੱਛਣਾ ਹੀ ਪੁੱਛਣਾ। ਲੈਂਡਰ ਲਈ ਸਿੰਪਲੀਫਾਈ ਕਰਨ ਵਾਸਤੇ ਅਸੀਂ ਇਹ ਚੀਜ਼ਾਂ ਕਰਦੇ ਹਾਂ। ਸੋ ਅੰਡਰਰਾਈਟਰ ਨੇ ਗੋ ਥਰੂ ਕਰਨੀ ਹੈ ਫਾਈਲ, ਸਾਰਾ ਕੁਝ ਠੀਕ ਹੈ, ਜਿੱਥੇ ਸਾਡੇ ਤੋਂ ਕਮੀ ਪੇਸ਼ੀ ਰਹਿ ਗਈ ਉਹਨਾਂ ਨੇ ਹੋਰ ਵਧੀਆ ਕਰਕੇ ਲੈਂਡਰ ਦੇਖਣਾ ਕਿਹੜਾ, ਫਿਰ ਉਹ ਲੈਂਡਰ ਕੋ ਸਬਮਿਟ ਹੋਣੀ, ਫਿਰ ਉਹ ਲੈਂਡਰ ਜਿਹੜਾ ਵੀ ਹੈ ਉਹਨਾਂ ਦਾ ਅੰਡਰਰਾਈਟਰ ਫਾਈਲ ਗੋ ਥਰੂ ਕਰੇਗਾ। ਓਕੇ, ਠੀਕ ਹੈ ਜੀ। ਹਾਂਜੀ, ਸਾਰਾ ਕੁਝ ਜੇ ਠੀਕ ਹੋਇਆ ਦੈਨ ਉਹਨੂੰ ਅਪਰੂਵ ਕਰ ਦੇਣੀ ਹੈ, ਜੇ ਨਹੀਂ ਠੀਕ ਹੋਇਆ ਦੈਨ ਉਹਨਾਂ ਨੇ ਦੱਸ ਦੇਣਾ ਕਿ ਸਾਨੂੰ ਇਹ ਲੀਆਂ ਚੀਜ਼ਾਂ ਹੋਰ ਦਿਓ, ਦੈਨ ਨਹੀਂ ਤੇ ਅਸੀਂ ਤਾਂ ਅਪਰੂਵ ਕਰਾਂਗੇ। ਕਦੀ ਕਦੇ ਕੰਡੀਸ਼ਨਸ ਆ ਜਾਂਦੀਆਂ ਅਪਰੂਵਲ, ਬਟ ਵਿਦ ਕੰਡੀਸ਼ਨ ਕਿ ਇਹਦੀ ਅਪਰੇਜ਼ਲ ਜੇ ਇੰਨੀ ਆ ਗਈ ਜਿੰਨੀ ਤੁਸੀਂ ਕਹਿ ਰਹੇ ਹੋ, ਠੀਕ ਹੈ, ਜਾਂ ਹੋਰ ਵੀ ਕੰਡੀਸ਼ਨ ਕਿ ਕੋਈ ਵੀ ਹੋ ਸਕਦੀ ਕੰਡੀਸ਼ਨ ਦਾ, ਤੁਹਾਡੇ ਪੇ ਸਟੱਬ ਥੋੜੇ ਪੁਰਾਣੇ ਆ, ਨਵੇਂ ਮੰਗ ਸਕਦੇ ਆ। ਸੋ ਜੇ ਸਾਰਾ ਕੁਝ ਠੀਕ ਰਹਿ ਗਿਆ ਦੈਨ ਬੈਂਕ ਦਾ ਜਾਂ ਲੈਂਡਰ ਦਾ ਜਿਹੜਾ ਅੰਡਰਰਾਈਟਰ ਹੈ ਉਹ ਕਮਿਟਮੈਂਟ ਇਸ਼ੂ ਕਰਦਾ। ਠੀਕ ਹੈ, ਕਮਿਟਮੈਂਟ ਲੈਟਰ ਜਿਹੜੀ ਆਉਂਦੀ ਹੈ ਕਿ ਹਾਂਜੀ ਠੀਕ ਹੈ ਸਾਰਾ ਕੁਝ, ਤੁਹਾਡੀ ਅਸੀਂ ਮੌਰਗੇਜ ਅਪਰੂਵ ਕਰ ਦਾਂਗੇ। ਠੀਕ ਹੈ, ਫਿਰ ਉਹ ਜਦੋਂ ਵੀ ਫੰਡਿੰਗ ਡੇਟ ਹੁੰਦੀ ਆ ਉਦੋਂ ਬੈਂਕ ਫਿਰ ਸੈਲਰ ਨੂੰ ਪੇ ਕਰ ਦਿੰਦੀ ਹੈ। ਹਾਂਜੀ, ਲਾਇਰ ਥਰੂ ਹੁੰਦਾ, ਇਨਸਟਰਕਸ਼ਨਸ ਜਾਂਦੀਆਂ ਨੇ ਲਾਇਰ ਨੂੰ, ਹਫ਼ਤਾ 10 ਦਿਨ ਡਿਪੈਂਡ ਕਰਦਾ ਕਦੋਂ ਫਾਈਲ ਅਪਰੂਵ ਹੋਈ ਹੈ, ਪਹਿਲਾਂ ਵੀ ਜਾ ਸਕਦੀਆਂ, 2-3 ਦਿਨ ਪਹਿਲਾਂ ਵੀ ਜਾ ਸਕਦੀਆਂ। ਫਿਰ ਲਾਇਰ ਕੋਲ ਜਾਂਦੀ ਹੈ ਇਨਸਟਰਕਸ਼ਨਸ, ਫਿਰ ਲਾਇਰ ਆਪੇ ਸੈਲਰ ਨੂੰ ਦਿੰਦਾ ਹੈ ਜੋ ਕਲੋਜ਼ਿੰਗ ਕਾਸਟ ਵਗੈਰਾ ਪੇ ਕਰਨੀ, ਉਹ ਸਾਰਾ ਕੁਝ ਲਾਇਰ ਕਰਦਾ। ਓਕੇ, ਠੀਕ ਹੈ। ਤੇ ਸੋ ਇਹਦਾ ਜਿਹੜਾ ਤੁਸੀਂ ਕਾਫੀ ਲੈਂਥੀ ਪ੍ਰੋਸੈਸ ਦੱਸਿਆ ਵਾ, ਕਿਉਂਕਿ ਇਹ ਪਤਾ ਨਹੀਂ ਹੁੰਦਾ ਲੋਕਾਂ ਨੂੰ, ਇਹ ਹੁੰਦਾ ਵੀ ਯਾਰ ਮਾਰਗੇਜ ਵਾਲਿਆਂ ਨੇ ਦਿੱਤੀ ਸੀ, ਉਹਨੇ ਅਜੇ ਤੱਕ ਕੁਝ ਵੀ ਨਹੀਂ ਕੀਤਾ ਹੈਗਾ। ਕਾਫੀ ਲੈਂਥੀ ਹੈ ਨਾ, ਸੋ ਲੈਂਥੀ ਪ੍ਰੋਸੈਸ ਤੁਸੀਂ ਕਾਫੀ ਇੱਕ ਜਸਟ ਥੋੜੀ ਟਾਈਮ ਦੇ ਵਿੱਚ ਐਕਸਪਲੇਨ ਕਰਨ ਦੀ ਕੋਸ਼ਿਸ਼ ਕੀਤੀ ਆ। ਤੇ ਇਹਨੂੰ ਪੂਰੇ ਨੂੰ ਕਿੰਨਾ ਕੁ ਟਾਈਮ ਲੱਗ ਜਾਂਦਾ ਵਾ? ਭਾਈ ਆਈ ਵੁੱਡ ਸੇ ਜੇ ਡਾਕੂਮੈਂਟ ਅਪ ਫਰੰਟ ਆ ਜਾਣ, ਸਭ ਤੋਂ ਵੱਡੀ ਪ੍ਰੋਬਲਮ ਇਹ ਹੁੰਦੀ ਸਾਨੂੰ ਕਿ ਕਾਫੀ ਮਾਰਗੇਜ ਏਜੰਟ ਵੀ ਐਕਸੈਪਟ ਕਰਨਗੇ ਇਹ ਚੀਜ਼ ਨੂੰ ਕਿ ਸਾਨੂੰ ਡਾਕੂਮੈਂਟਸ ਨਹੀਂ ਆਉਂਦੇ। ਸੋ ਸਪੋਜ਼ ਕਰੋ ਤੁਸੀਂ ਮੇਰੇ ਕੋਲ ਮਾਰਗੇਜ ਕਰਾਇਆ ਹੋਇਆ, ਮੈਂ ਤੁਹਾਨੂੰ ਲਿਸਟ ਆਫ ਡਾਕੂਮੈਂਟਸ ਭੇਜਤੀ ਆ। ਕਲਾਇੰਟਸ ਕਦੀ ਕਦਾਈ ਇੱਦਾਂ ਹੁੰਦਾ ਕਿ ਪੂਰੇ ਡਾਕੂਮੈਂਟਸ ਨਹੀਂ ਭੇਜਦੇ ਜਾਂ ਗਲਤ ਆ ਜਾਂਦੇ ਕਦੀ ਕਦੇ ਡਾਕੂਮੈਂਟਸ, ਕਿਉਂਕਿ ਹੈਵੀ ਐਕਸਚੇਂਜ ਹੁੰਦਾ ਡਾਕੂਮੈਂਟਸ ਦਾ। ਜਿੰਨਾ ਟਾਈਮ ਸਾਡੇ ਕੋਲ ਪ੍ਰੋਪਰ ਡਾਕੂਮੈਂਟਸ ਨਹੀਂ ਆਣਗੇ ਅਸੀਂ ਅੱਗੇ ਫਾਈਲ ਨਹੀਂ ਭੇਜ ਸਕਦੇ। ਸਪੋਜ਼ ਕਰੋ ਸਾਡੇ ਕੋਲ ਡਾਕੂਮੈਂਟਸ ਆ ਗਏ ਅਪ ਫਰੰਟ, ਵੈਰੀਫਾਈ, ਆਈ ਵੁੱਡ ਸੇ ਮੇਰੇ ਕੋਲ ਜੇ ਮੈਂ ਇੱਕ ਦਿਨ 'ਚ ਇੱਕ ਫਾਈਲ ਈਜ਼ੀਲੀ ਕੋਈ ਵੀ ਮਾਰਗੇਜ ਏਜੰਟ ਕਰ ਸਕਦਾ, ਗੋ ਥਰੂ ਆਪਣੇ ਬ੍ਰੋਕਰੇਜ ਸਬਮਿਟ ਕਰ ਸਕਦਾ, ਬਟ ਅਪ ਫਰੰਟ ਡਾਕੂਮੈਂਟਸ ਆ ਜਾਣ, ਡਾਕੂਮੈਂਟਸ ਬਕਾਇਦਾ ਡਾਕੂਮੈਂਟਸ ਹੋਣ, ਤੇ ਸਾਰੇ ਡਾਕੂਮੈਂਟਸ ਆ ਜਾਂਦੇ। ਸੋ ਵੀਕ ਦੇ ਵਿੱਚ ਸਾਰਾ ਇਹ ਜਿਹੜਾ ਪ੍ਰੋਸੈਸ ਹੈਗਾ ਇਹ ਬੈਕ ਐਂਡ ਫੋਰਥ ਹੋ ਜਾਂਦਾ ਹੈ। ਹਾਂਜੀ, ਸੋ ਆਈ ਵੁੱਡ ਸੇ ਕਿ ਜਦੋਂ ਵੀ ਤੁਹਾਡੀ ਫੰਡਿੰਗ ਆ, ਕਲੋਜ਼ਿੰਗ ਆ, ਐਟਲੀਸਟ ਸਵਾ ਕੁ ਮਹੀਨਾ ਪਹਿਲਾਂ ਆਪਣਾ ਕੰਮ ਪ੍ਰੋਸੈਸ ਸ਼ੁਰੂ ਕਰ ਦਿਓ। ਕਿਉਂਕਿ ਇੱਦਾਂ ਹੁੰਦਾ ਹੈ ਕਿ ਡਾਕੂਮੈਂਟ ਲੈਟਰ ਆਫ ਇੰਪਲੋਇਮੈਂਟ ਹੀ ਜੇ ਤੁਹਾਡੇ ਕੋਲ ਮੰਗ ਲਏ ਏਜੰਟ, ਹੁਣ HR ਜਿਹੜੀ ਵੀ ਕੰਪਨੀ ਤੁਸੀਂ ਲੱਗੇ ਹੋ ਲਾਈਕ ਉਹ ਵੀ ਟਾਈਮ ਲਏਗਾ ਤੁਹਾਨੂੰ ਲੈਟਰ ਆਫ ਇੰਪਲੋਇਮੈਂਟ ਦੇਣ ਲਈ, 1-2 ਦਿਨ ਹੋ ਸਕਦਾ, ਜ਼ਿਆਦਾ ਹੀ ਹੋ ਸਕਦੇ ਨੇ। ਸੋ ਅਨਲੈਸ ਉਹ ਚੀਜ਼ਾਂ ਨਹੀਂ ਆਉਂਦੀਆਂ ਤੇ ਤੁਸੀਂ ਏਜੰਟ ਵੀ ਪ੍ਰੋਸੀਡ ਹੈਡ ਨਹੀਂ ਕਰ ਸਕਦਾ। ਹੋ ਸਕਦਾ ਕਰ ਵੀ ਦੇ, ਬਟ ਉਹ ਕੰਡੀਸ਼ਨਲੀ ਲੈ ਕੇ ਦਊਗਾ ਤੁਹਾਨੂੰ ਕਮਿਟਮੈਂਟ, ਉੱਤੇ ਵੀ ਲਿਖਿਆ ਹੋਏਗਾ ਕਿ ਲੈਟਰ ਆਫ ਇੰਪਲੋਇਮੈਂਟ ਸਾਨੂੰ ਚਾਹੀਦੀ ਹੈ। ਰਾਦਰ ਦੈਨ ਉਹ ਚੀਜ਼ ਤੋਂ ਤੁਸੀਂ ਪੱਕੀ ਕਮਿਟਮੈਂਟ ਲਓ ਪਹਿਲਾਂ ਹੀ, ਕਿਉਂਕਿ ਮੈਂ ਹਮੇਸ਼ਾ ਸਾਰੇ ਡਾਕੂਮੈਂਟ ਅਪ ਫਰੰਟ ਲੈਣਾ, ਦੈਨ ਪ੍ਰੋਸੀਡ ਹੈਡ ਕਰਦੇ, ਉਹਦੇ ਵਿੱਚ ਟਾਈਮ ਬੈਕ ਐਂਡ ਫੋਰਥ ਨਹੀਂ ਹੁੰਦਾ, ਟਾਈਮ ਬਚ ਜਾਂਦਾ। ਟਾਈਮ ਬਚ ਜਾਂਦਾ। ਓਕੇ, ਠੀਕ ਹੈ ਵੀਰ ਜੀ। ਬਾਕੀ ਲੈਂਡਰਸ ਦੀਆਂ ਕੀ ਟਾਈਪਸ ਹੁੰਦੀਆਂ, ਜੇ ਲੈਂਡਰਸ ਬਾਰੇ ਥੋੜਾ ਜਿਹਾ ਹੋਰ ਦੱਸੋ। ਠੀਕ ਹੈ ਜੀ। ਸੋ ਮੋਸਟ ਆਫ ਦਾ ਟਾਈਮ ਅਸੀਂ
ਬੈਂਕਸ ਨੂੰ ਹੀ ਲੈਂਡਰ ਸਮਝਦੇ ਆ, ਬਟ ਇਦਾਂ ਨਹੀਂ ਆ, ਹੋਰ ਬਹੁਤ ਲੈਂਡਰਸ ਨੇ। ਬੈਂਕਸ ਦੀ ਪ੍ਰੈਜ਼ੈਂਸ ਬਹੁਤ ਆ, ਮੋਸਟ ਆਫ ਤੁਸੀਂ ਦੇਖੋ ਪਲਾਜ਼ਿਆਂ ਦੇ ਵਿੱਚ ਤੁਹਾਨੂੰ ਬੈਂਕ ਦੀ ਕੋਈ ਨਾ ਕੋਈ ਬ੍ਰਾਂਚ ਮਿਲ ਹੀ ਜਾਂਦੀ ਆ, ਟੌਪ 5 ਸਪੈਸ਼ਲੀ ਹੈ ਨਾ, CIBC RBC। ਬਟ ਬੜੇ ਲੈਂਡਰਸ ਨੇ ਜਿਹੜੇ ਮਾਰਕੀਟ 'ਚ ਹੈਗੇ ਨੇ ਐਂਡ ਜਿਨ੍ਹਾਂ ਦੇ ਰੂਲਸ ਰੈਗੂਲੇਸ਼ਨ ਥੋੜ੍ਹੇ ਜਿਹੇ ਰਿਲੈਕਸਡ ਨੇ। ਜਿਹੜੇ ਬੈਂਕਸ ਨੇ ਟੌਪ 5 ਇਹ ਕਾਫੀ ਸਟ੍ਰਿਕਟ ਨੇ। ਈਵਨ ਮੈਂ ਤੁਹਾਨੂੰ ਆਪਣਾ ਇੱਕ ਪ੍ਰੈਜ਼ੈਂਟ ਕੇਸ ਹੀ ਥੋੜ੍ਹਾ ਜਿਹਾ ਦੱਸ ਦਿੰਦਾ ਕਿ ਕਲਾਇੰਟ ਮੇਰੇ ਦੀ ਸੈਲਰੀ ਹੈਗੀ ਆ, ਸੈਲਰੀ ਨਹੀਂ ਲਾਈਕ ਹੀ ਇਜ਼ ਔਨ ਸੈਲਰੀ ਪਲੱਸ ਕਮਿਸ਼ਨ 1,70,000, ਬਟ ਉਹਦੀ ਬੇਸ ਸੈਲਰੀ ਜਿਹੜੀ ਉਹ 93,000 ਆ, ਉੱਤੇ ਜਿੰਨੀ ਵੀ ਉਹ ਕਮਿਸ਼ਨ ਪਰ ਉਹਨੂੰ 1.5 ਸਾਲ ਹੋਇਆ ਜੇ ਜੌਬ ਕਰਦਿਆਂ। ਹੁਣ ਇਹ ਲੈਂਡਰ ਇੰਨਾ ਕੁ ਸਟ੍ਰਿਕਟ ਹੈ ਕਿ ਉਹ 2 ਸਾਲ ਦੀ ਹਿਸਟਰੀ ਮੰਗਦੇ ਆ ਜੇ ਤੁਹਾਡੀ ਜੌਬ ਕਮਿਸ਼ਨ ਬੇਸਡ ਆ। ਨਹੀਂ ਤੇ ਉਹਨਾਂ ਨੇ ਸਿਰਫ ਬੇਸਿਕ ਸੈਲਰੀ ਹੀ ਲੈਣੀ ਹੈ, ਕਮਿਸ਼ਨ ਤੁਸੀਂ ਜਿੰਨੀ ਮਰਜ਼ੀ ਕਮਾਈ ਹੈ ਉਹਨਾਂ ਨੇ ਨਹੀਂ ਐਕਸੈਪਟ ਕਰਨੀ ਉਹ। ਸੋ ਦੇਰ ਆਰ ਲੈਂਡਰਸ ਆਊਟ ਦੇਅਰ ਜਿਵੇਂ ਜਿਹਨਾਂ ਨੂੰ ਆਪਾਂ ਬੀ ਲੈਂਡਰ ਕਹਿ ਦਿੰਦੇ ਜਾਂ ਅਲਟਰਨੇਟ ਲੈਂਡਰਸ, ਜਿਨ੍ਹਾਂ ਦੇ ਰੂਲਸ ਥੋੜ੍ਹੇ ਜਿਹੇ ਰਿਲੈਕਸਡ ਹੁੰਦੇ ਆ, ਉਹ ਐਕਸੈਪਟ ਕਰ ਲੈਂਦੇ ਬਹੁਤ ਹੱਦ ਤੱਕ ਚੀਜ਼ਾਂ। ਬਟ ਉਹਨਾਂ ਦੀ ਇੱਕ ਕੰਡੀਸ਼ਨ ਹੁੰਦੀ ਹੈ ਕਿ 20% ਡਾਊਨ ਪੇਮੈਂਟ ਕਰੋ। ਓਕੇ, ਕ੍ਰੈਡਿਟ ਯੂਨੀਅਨਸ ਵੀ ਨੇ ਬਾਹਰ। ਇੱਕ ਹੋਰ ਚੀਜ਼ ਦੱਸਾਂਗਾ ਕਿ ਜਿਹੜੇ ਬੈਂਕਸ ਨੇ ਇੱਕ ਆਉਂਦੇ ਆ ਮੋਨੋਲਾਈਨ ਲੈਂਡਰਸ। ਓਕੇ, ਸੋ ਬੈਂਕਸ ਦਾ ਕੰਮ ਇਕੱਲਾ ਮੌਰਗੇਜ ਦੇਣਾ ਨਹੀਂ ਹੁੰਦਾ, ਇਹ ਹੋਰ ਪ੍ਰੋਡਕਟਸ ਵੀ ਤੁਹਾਨੂੰ ਬਹੁਤ ਦਿੰਦੇ ਆ, ਸੇਵਿੰਗਸ ਅਕਾਊਂਟ, ਇਹ ਉਹ ਤੁਸੀਂ ਡਰਾਫਟ ਫੈਸਿਲਿਟੀ, ਬੜੀਆਂ ਚੀਜ਼ਾਂ ਨੇ ਸਰਵਿਸਿਜ਼ ਦੀਆਂ, ਇਹਨਾਂ ਦੀ ਆਲਮੋਸਟ ਹਰ ਪਲਾਜ਼ੇ 'ਚ ਬ੍ਰਾਂਚ ਹੁੰਦੀ ਆ। ਮੋਨੋਲਾਈਨ ਲੈਂਡਰਸ ਨੇ ਜਿਹੜੇ, ਉਹਨਾਂ ਦਾ ਕੰਮ ਹੀ ਇਕੱਲਾ ਮੌਰਗੇਜ ਦੇਣਾ, ਉਸ ਤੋਂ ਇਲਾਵਾ ਕੁਝ ਨਹੀਂ ਕਰਦੇ। ਜਿਵੇਂ ਫਸਟ ਨੈਸ਼ਨਲ, ਓਕੇ, ਉਹਨਾਂ ਦੇ ਹੈੱਡਕੁਆਟਰਸ ਜ਼ਰੂਰ ਹੋਣਗੇ ਬਟ ਬ੍ਰਾਂਚਿਸ ਨਹੀਂ ਹੁੰਦੀਆਂ, ਸੋ ਉਹਨਾਂ ਦਾ ਐਕਸਪੈਂਸ ਬਹੁਤ ਘੱਟ ਆ। ਹੁਣ ਉਹ ਇਹ ਚੀਜ਼ ਅੱਗੇ ਪਾਸ ਔਨ ਕਰਦੇ ਹੋ, ਉਹਨਾਂ ਦੇ ਜਿਹੜੇ ਇੰਟਰਸਟ ਰੇਟ ਆ ਐਜ਼ ਕੰਪੇਅਰ ਟੂ ਬੈਂਕਸ ਥੋੜੇ ਹੋਰ ਕੰਪੀਟੀਟਿਵ ਹੁੰਦੇ ਆ। ਕੰਪੀਟੀਟਿਵ ਮੀਨਸ ਟੂ ਸੇ ਵੀ ਘੱਟ ਹੁੰਦੇ ਆ ਜੀ। ਓਕੇ, ਠੀਕ। ਜਿਹੜਾ ਪ੍ਰੋਡਕਟ ਬੈਂਕ 5.5 ਦਾ ਦੇ ਰਿਹਾ ਉਹ 5.25 ਚ ਦੇ ਦਿੰਦੇ ਆ। ਕਿਉਂ? ਕਿਉਂਕਿ ਉਹਨਾਂ ਦੇ ਐਕਸਪੈਂਸਿਸ ਘੱਟ ਨੇ। ਇਹ ਚੀਜ਼ ਲੋਕਾਂ ਨੂੰ ਨਹੀਂ ਪਤਾ। ਓਕੇ, ਤੇ ਆਪਾਂ ਯੂਜੂਅਲੀ ਜਿਹੜੇ ਵੀ ਬੰਦੇ ਨਾਲ ਜਾਂ ਅਸੀਂ ਗੱਲ ਕਰਦੇ ਆ ਜਾਂ ਤੁਹਾਡੇ ਕੋਲ ਵੀ ਆਉਂਦੇ ਹੋਣਗੇ, ਤੁਹਾਨੂੰ ਇੱਕ ਗੱਲ ਕਹਿੰਦੇ ਹੋਣ, ਭਾਜੀ ਆਪਾਂ ਇਹ ਲੈਂਡਰ ਤੋਂ ਅਪਰੂਵ ਕਰਾਉਣੇ ਆ, ਤੇ ਟਿਪੀਕਲ ਆਪਣੀ ਕਮਿਊਨਿਟੀ ਦੇ ਕੁਐਸਚਨ ਆ, ਭਾਜੀ ਇਹ ਲੈਂਡਰ ਤੋਂ ਮਿਲੂਗੀ। ਹੁਣ ਏ ਲੈਂਡਰ ਤੇ ਬੀ ਲੈਂਡਰ ਹੁੰਦਾ ਕੀ ਹੈ ਫਰਸਟ, ਐਂਡ ਸੈਕੰਡ ਥਿੰਗ ਕਿ ਇਦਾਂ ਵੀ ਹੁੰਦਾ ਵਾ ਵੀ ਜਿਹੜਾ ਏ ਲੈਂਡਰ ਹੁੰਦਾ ਵਾ ਤੇ ਬੀ ਲੈਂਡਰ ਆ, ਬੀ ਲੈਂਡਰ ਵਧੀਆ ਪ੍ਰਾਈਸ ਜਾਂ ਵਧੀਆ ਅਫੋਰਡੇਬਿਲਿਟੀ ਦੇ ਦਿੰਦਾ ਵਾ, ਜਿੱਦਾਂ ਤੁਸੀਂ ਕਿਹਾ ਵੀ ਜ਼ਿਆਦਾ ਰਿਲੈਕਸਡ ਹੁੰਦਾ ਵਾ, ਸੋ ਉਹਦੇ ਬਾਰੇ ਥੋੜਾ ਜਿਹਾ ਕੰਪੈਰੀਜ਼ਨ ਕਰਕੇ ਦੱਸੋਗੇ? ਤੋ ਏ ਲੈਂਡਰ ਭਾਜੀ ਜਿਹੜੇ ਬੈਂਕਸ ਨੇ, ਇਕੱਲੇ ਬੈਂਕਸ ਹੀ ਨਹੀਂ ਏ ਲੈਂਡਰ ਦੇ ਵਿੱਚ ਆਉਂਦੇ, ਮੋਨੋਲਾਈਨ ਲੈਂਡਰ ਜਿਹਦਾ ਮੈਂ ਜ਼ਿਕਰ ਕੀਤਾ ਇਹ ਵੀ ਏ ਲੈਂਡਰ ਹੀ ਨੇ। ਓਕੇ, ਠੀਕ ਹੈ ਜੀ, ਇਹ ਵੀ ਉਨੇ ਹੀ ਸਟ੍ਰਿਕਟ ਨੇ ਜਿੰਨੇ ਬੈਂਕਸ ਨੇ, ਬਟ ਇਹਨਾਂ ਦੇ ਇੰਟਰਸਟ ਰੇਟ ਥੋੜੇ ਜਿਹੇ ਬੈਟਰ ਹੁੰਦੇ ਆ। ਏ ਲੈਂਡਰ ਦੇ ਜਿਹੜੇ ਰੂਲਸ ਨੇ ਇਹ ਥੋੜੇ ਸਟ੍ਰਿਕਟ ਨੇ ਸਾਰੇ ਏ ਲੈਂਡਰਸ ਦੇ। ਜਿਵੇਂ ਮੈਂ ਐਗਜ਼ਾਮਪਲ ਦਿੱਤੀ ਕਿ ਕਮਿਸ਼ਨ ਬੇਸਡ ਜੌਬ 2 ਸਾਲ ਪੁਰਾਣੀ ਹੋਣੀ ਚਾਹੀਦੀ, ਜੋ ਉਸ ਤੋਂ ਘੱਟ ਨਹੀਂ ਐਂਟਰਟੇਨ ਕਰਦੇ ਫਾਈਲ। ਬੀ ਲੈਂਡਰ ਔਨ ਦਾ ਅਦਰ ਸਾਈਡ ਥੋੜਾ ਜਿਹਾ ਰਿਲੈਕਸਡ ਹੁੰਦੇ ਇਹਦੇ ਕੰਡੀਸ਼ਨਸ। ਜਿਵੇਂ ਤੁਸੀਂ ਜੇ 20% ਡਾਊਨ ਪੇਮੈਂਟ ਕਰਦੇ ਹੋ, ਤੁਹਾਨੂੰ ਇਹ ਕੰਸੀਡਰ ਕਰ ਲੈਂਦੇ ਆ ਐਂਡ ਮੌਰਗੇਜ ਅਮਾਊਂਟ ਵੀ ਜ਼ਿਆਦਾ ਦਿੰਦੇ ਆ। ਹੁਣ ਜਿਵੇਂ GDS TDS ਦੀ ਗੱਲ ਕੀਤੀ, ਏ ਲੈਂਡਰ ਜਿਹੜੇ ਆ 39 GDS ਐਂਡ 44 TDS ਤੋਂ ਉੱਤੇ ਨਹੀਂ ਜਾਂਦੇ। ਐਕਸੈਪਸ਼ਨ ਮਾਈਟ ਵੀ ਦੇ ਦੇਣ, ਡਿਪੈਂਡ ਕਰਦਾ ਕਿ ਬ੍ਰੋਕਰੇਜ ਦੇ ਜਾਂ ਤੁਹਾਡੇ ਰਿਲੇਸ਼ਨ ਕਿੱਦਾਂ ਦੇ ਆ ਲੈਂਡਰ ਨਾਲ। ਤੁਸੀਂ 20% ਕਰ ਰਹੇ ਹੋ, ਥੋੜੀ ਬਹੁਤੀ TDS 'ਚ ਦੇ ਦਿੰਦੇ ਐਕਸੈਪਸ਼ਨ 45 46 ਤੱਕ। ਜੇ 20% ਤੋਂ ਘੱਟ ਹੈ ਤਾਂ ਬਿਲਕੁਲ ਹਾਰਡ ਸਟਾਪ ਹੈ 39 ਤੇ 44 ਤੇ। ਬੀ ਲੈਂਡਰ ਕੁਝ ਇਹੋ ਜਿਹੇ ਜਿਹੜੇ 60 GDS TDS ਤੱਕ ਚਲੇ ਜਾਂਦੇ ਆ। ਦੈਟ ਮੀਨਸ ਕਿ ਜੇ ਤੁਸੀਂ $1,00,000 ਇਨਕਮ ਨਾਲ 4 ਲੱਖ ਲਈ ਕੁਆਲੀਫਾਈ ਹੋ ਰਹੇ ਹੋ ਏ ਲੈਂਡਰ ਕੋ, ਵਿਦ 20% ਡਾਊਨ ਪੇਮੈਂਟ ਤੁਸੀਂ $1,00,000 ਨਾਲ 5 ਤੱਕ ਵੀ ਕੁਆਲੀਫਾਈ ਹੋ ਸਕਦੇ ਹੋ। ਫਰਕ ਬਸ ਇਹਨਾਂ ਦਾ ਹੁੰਦਾ ਕਿ 20% ਡਾਊਨ ਪੇਮੈਂਟ ਤੁਹਾਡੇ ਕੋਲ ਹੋਣੀ ਚਾਹੀਦੀ ਹੈ। ਓਕੇ, ਠੀਕ ਆ। ਤੇ ਦੂਜਾ ਰੂਲ ਸਾਰਿਆਂ ਨਾਲੋਂ ਵੱਡਾ ਆਉਂਦਾ ਜੀ CMSE ਇੰਸ਼ੋਰੈਂਸ ਦਾ ਜੀ। ਇਹ ਵੀ ਬਹੁਤ ਰੌਲਾ ਪਾਇਆ ਜਾਂਦਾ ਵਾ ਵੀ ਜੇ 20% ਤੋਂ ਹੇਠਾਂ ਮਦਨ ਆਪਾਂ ਨੂੰ ਦੇਣੀ ਪੈਣੀ ਆ, ਸੋ ਉਹ CMSE ਹੈਗੀ ਕੀ ਆ? CMSE ਗਵਰਨਮੈਂਟ ਆਰਗੇਨਾਈਜੇਸ਼ਨ ਆ ਜੀ, ਜਿਹੜੀ ਇੰਸ਼ੋਰ ਕਰਦੀ ਆ, ਇੰਸ਼ੋਰੈਂਸ ਕਰਦੀ ਆ ਜਿਹੜੇ 20% ਤੋਂ ਘੱਟ ਡਾਊਨ ਪੇਮੈਂਟ ਕਰਦੇ ਆ। ਕਰਾਣੀ ਹੀ ਪੈਂਦੀ ਆ। 2 ਪ੍ਰਾਈਵੇਟ ਨੇ, ਇੱਕ ਸੇਜਨ ਤੇ ਇੱਕ ਕੈਨੇਡਾ ਗਰੰਟੀ। ਤਿੰਨਾਂ ਚੋਂ ਜਦੋਂ ਮਰਜੀ, ਲੈਂਡਰ ਦੇ ਉੱਤੇ ਡਿਪੈਂਡ ਕਰਦਾ ਵੀ ਲੈਂਡਰ ਨੇ ਕਿਤੋਂ ਇੰਸ਼ੋਰੈਂਸ ਲੈਣਾ। ਹਾਂਜੀ, ਬਟ ਮੋਸਟ ਆਫ ਦਾ ਟਾਈਮ CMHC ਕੋਲ ਹੀ ਚੱਲਦੀ ਆ। ਤੇ ਕਰਾਉਂਦੇ ਕਿਉਂ ਨੇ ਇਹ ਭਾਜੀ? ਜੇ ਇਨ ਕੇਸ ਤੁਸੀਂ ਐਜ਼ ਅ ਕਲਾਇੰਟ ਡਿਫਾਲਟ ਕਰ ਜਾਓ, ਦੈਨ CMHC ਪੇ ਕਰਦੀ ਆ ਲੈਂਡਰ ਨੂੰ। ਡਿਫਾਲਟ ਮਤਲਬ ਲਾਈਕ ਤੁਸੀਂ ਪੇ ਨਹੀਂ ਕੀਤੀ, ਮੌਰਗੇਜ ਦੀ ਪੇਮੈਂਟ ਨਹੀਂ ਕਰ ਰਹੇ, ਘਰ ਲੈ ਲਿਆ ਤੁਸੀਂ, ਠੀਕ ਹੈ ਜੀ, ਹੁਣ ਘਰ ਤੁਸੀਂ ਪੇਮੈਂਟ ਨਹੀਂ ਕਰ ਰਹੇ, ਤੁਸੀਂ ਡਿਫਾਲਟ ਤੇ ਆ ਗਏ। ਓਕੇ, ਠੀਕ ਹੈ ਜੀ। ਸੋ ਦੈਨ ਉਹ ਪੇਮੈਂਟਸ ਇੰਸ਼ੋਰ ਜਿਹੜਾ ਤੁਹਾਡੀ ਇੰਸ਼ੋਰੈਂਸ ਹੁੰਦੀ ਹੈ ਉਹ CMHC ਨੇ ਕੀਤੀ ਹੁੰਦੀ ਹੈ। ਲੈਂਡਰ ਨੂੰ ਟੈਨਸ਼ਨ ਨਹੀਂ ਹੁੰਦੀ। ਲੈਂਡਰ ਕਹਿੰਦਾ ਮੈਂ ਸਿਕਿਉਰ ਹਾਂ, ਮੈਂ ਸਿਕਿਉਰ ਹਾਂ। ਇਹ
ਇਹ ਜਿਹੜੀ ਇੰਸ਼ੋਰੈਂਸ ਹੈ ਕਰਾਂਦਾ ਕਲਾਇੰਟ ਆ ਬਟ ਇਹ ਹੁੰਦੀ ਲੈਂਡਰ ਲਈ ਆ। ਲੈਂਡਰ ਲਈ ਹੁੰਦੀ ਹੈ, ਠੀਕ ਹੈ ਜੀ। ਕਲਾਇੰਟ ਪ੍ਰੋਟੈਕਟਰ ਨਹੀਂ ਹੁੰਦਾ, ਪ੍ਰੋਟੈਕਟ ਲੈਂਡਰ ਹੁੰਦਾ ਇਹਦੇ ਪ੍ਰੋਟੈਕਟ ਲੈਂਡਰ। ਹਾਂਜੀ। ਪਰ ਉਹਨੂੰ ਕਿਹਾ ਕੀ ਜਾਂਦਾ ਵਾ ਵੀ ਕਲਾਇੰਟ ਪ੍ਰੋਟੈਕਟਡ ਆ। ਉਹ ਐਂ ਲੱਗਦਾ ਕਿਉਂਕਿ ਕਲਾਇੰਟ ਪੈਸੇ ਦਿੰਦਾ ਪਿਆ, ਉਹ ਲੱਗਦਾ ਇਦਾਂ ਕਿ ਮੇਰੇ ਲਈ ਹੋਈ ਆ, ਬਟ ਹੁੰਦੀ ਲੈਂਡਰ ਲਈ ਆ। ਓਕੇ, ਠੀਕ ਹੈ ਜੀ। ਤੇ ਸੋ ਜੇ ਕੋਈ ਡਿਫਾਲਟ ਕਰੇ ਤੇ ਫਿਰ ਲੈਂਡਰ ਨੂੰ ਪ੍ਰੋਟੈਕਟ ਕਰਦੇ ਆ। ਲੈਂਡਰ ਨੂੰ ਪ੍ਰੋਟੈਕਟ ਕਰਦੇ। ਸੋ ਇਹ ਜਿਹੜੀ CMSE ਫੀਸ ਇੰਸ਼ੋਰੈਂਸ ਸੋ ਕਾਲਡ ਹੁੰਦੀ ਆ, ਇਹ ਕਲਾਇੰਟ ਅਪਫਰੰਟ ਪੇ ਕਰਦਾ ਵਾ? ਇਹ ਦੋ ਤਰੀਕੇ ਨੇ, ਜਾਂ ਤਾਂ ਖੁਦ ਦੇ ਦੇ ਜਾਂ ਤਾਂ ਮਾਰਗੇਜ ਐਡ ਹੋ ਜਾਂਦੀ ਹੈ ਉਹ ਓਕੇ ਜਿੰਨੀ ਵੀ ਫੀਸ ਆ। ਮੈਂ ਕਦੇ ਨਹੀਂ ਦੇਖਿਆ ਕਿਸੇ ਨੇ ਆਪ ਦਿੱਤੇ ਹੋਣ, ਦੇ ਸਕਦੇ ਹੋ ਬਟ ਮੋਸਟ ਆਫ ਦਾ ਟਾਈਮ ਮਾਰਗੇਜ ਹੀ ਐਡ ਹੁੰਦੀ ਹੈ। ਤੇ ਜੇ ਆਪਾਂ ਥੋੜਾ ਜਿਹਾ ਹੋਰ ਡੀਪ ਡਾਊਨ ਜਾ ਕੇ ਦੇਖੀਏ ਇਹਦੇ ਵਿੱਚ, ਜੇ ਆਪਾਂ ਮਾਰਗੇਜ ਐਡ ਕਰਾਉਨੇ ਆ ਕਿੰਨੀ ਯੂਜੂਅਲੀ ਮਤਲਬ $20-25,000 ਕ ਮੈਕਸਿਮਮ ਬਣਦੀ ਹੁੰਦੀ ਆ ਇਹ, ਹਨਾ? ਮਿਲੀਅਨ ਤੇ ਕਿੰਨੀ ਬਣ ਜਾਂਦੀ ਆ? ਮਿਲੀਅਨ ਤੇ ਤਾਂ ਲੱਗਣੀ ਨਹੀਂ ਨਾ, 20% ਡਾਊਨ ਪੇਮੈਂਟ ਚਾਹੀਦੀ। 9,99,999 ਦੇ ਡਿਪੈਂਡ ਕਰਦਾ ਭਾਈ। ਜੇ ਤੁਸੀਂ ਮਿਨੀਮਮ ਡਾਊਨ ਪੇਮੈਂਟ ਕੀਤੀ 9,99,000 ਜਿੰਨੀ ਤੁਸੀਂ ਅਮਾਉਂਟ ਕਹਿ ਰਹੇ ਹੋ, ਮਿਨੀਮਮ ਤੇ ਸਭ ਤੋਂ ਜ਼ਿਆਦਾ ਲੱਗਦੀ ਆ। ਠੀਕ ਹੈ ਜੀ। ਜਿੰਨੀ ਤੁਸੀਂ ਜ਼ਿਆਦਾ ਕਰੀ ਜਾਓਗੇ ਉਨੀ ਇੰਸ਼ੋਰੈਂਸ ਘਟੀ ਜਾਊਗੀ। ਬਟ ਜੇ ਜ਼ਿਆਦਾ ਕਰ ਹੀ ਰਹੇ ਹੋ, ਸਪੋਜ਼ ਕਰੋ 18% ਕਰ ਰਹੇ ਹੋ, 17 ਕਰੋ, ਫਿਰ 20 ਕਰ ਦੋ, 20 ਕਰ ਦੋ, ਹਨਾ? ਫਿਰ ਕਿਉਂ ਭਰਨੀ ਕਿਉਂ? ਤੇ ਦੂਜਾ ਜੇ ਆਪਾਂ ਨੂੰ 20-25,000 ਲੱਗਦੀ ਹੈ ਇਹਦਾ, ਜੇ ਆਪਾਂ ਇੰਟਰਸਟ ਰੇਟ ਦੇ ਹਿਸਾਬ ਨਾਲ ਦੇਖੀਏ, ਕਿਉਂਕਿ ਆਪਾਂ ਨੂੰ ਜੋ ਲਾਈਕ ਮੇਰੇ ਕੋਲ ਨੌਲੇਜ ਹੈਗੀ, ਆਪਾਂ ਨੂੰ 20% ਲੈਸ ਤੇ ਆਪਾਂ ਨੂੰ ਮਿਲਦਾ ਵਾ ਜੀ 25 ਸਾਲ ਦੀ ਅਮੋਰਟਾਈਜੇਸ਼ਨ ਮਿਲਦੀ ਹੈ, ਰਾਈਟ ਜੀ? ਇਹਦਾ ਹੀ ਹੁੰਦਾ ਮੈਕਸਿਮਮ। ਓਕੇ, ਹਾਂ। ਸੋ 25 ਸਾਲ ਤੱਕ ਜੇ ਆਪਾਂ ਇਹਦਾ ਇੰਟਰਸਟ ਲਾ ਕੇ ਦੇਖੀਏ ਤਾਂ ਇੰਟਰਸਟ ਹੀ ਬਹੁਤ ਲੱਗ ਜਾਂਦਾ, ਬਹੁਤ ਜ਼ਿਆਦਾ। ਸੋ ਤਾਂ ਹੀ ਥੋੜਾ ਜੇ ਟੈਕਨੀਕਲੀ ਜਾਣਾ ਤਾਂ 20% ਤੇ ਤੁਹਾਨੂੰ ਕੋਈ ਇੰਸ਼ੋਰੈਂਸ ਨਹੀਂ ਪੈਣੀ। ਠੀਕ ਹੈ ਜੀ। ਤੇ ਦੈਟ ਮੀਨਸ ਕੋਈ ਤੁਹਾਨੂੰ ਐਕਸਟਰਾ ਇੰਟਰਸਟ ਪੇ ਕਰਨ ਦੀ ਲੋੜ ਨਹੀਂ। ਬਟ ਜੇ ਤੁਸੀਂ ਇੰਟਰਸਟ ਪੇ ਕਰਦੇ ਹੋ, ਮਤਲਬ 20 ਤੋਂ ਘੱਟ ਤੁਸੀਂ ਡਾਊਨ ਪੇਮੈਂਟ ਕੀਤੀ ਆ, ਤੇ ਇੰਟਰਸਟ ਲੱਗਣਾ ਹੈ, ਤੇ ਉਹ 25 ਸਾਲ ਦੀ ਐਮੋਰਟਾਈਜੇਸ਼ਨ ਨਾਲ ਦੇਖੋ ਤਾਂ ਕਾਫੀ ਜ਼ਿਆਦਾ। ਉਹ ਮਤਲਬ ਦਾ ਕਹਿੰਦੇ ਹੁੰਦੇ 20,000 ਦਾ 25 ਸਾਲ ਤੱਕ ਤਾਂ ਭਾਜੀ ਬਣ ਜਾਊਗਾ, 50-60,000 ਇੰਨਾ ਕੁ ਤਾਂ ਜਾਊਗਾ। ਸੋ ਦਾੜੀ ਨਾਲ ਮੁੱਛਾਂ ਲੰਬੀਆਂ ਹੋ ਜਾਂਦੀਆਂ ਨੇ। ਓਕੇ, ਠੀਕ ਹੈ ਜੀ। ਸੋ ਜੇ ਦੇਣੀ ਵੀ ਹੈ ਮੇਰੇ ਹਿਸਾਬ ਨਾਲ ਵੀ ਅਪ ਫਰੰਟ ਪੇ ਕਰ ਦੇਵੇ, ਉਹਦੇ ਵਿੱਚ ਤੁਹਾਨੂੰ ਜ਼ਿਆਦਾ ਲੌਂਗ ਟਰਮ ਫਾਇਦਾ ਹੈ। ਹਾਂਜੀ, ਬਟ ਇੰਨੇ ਹੁੰਦੇ ਨਹੀਂ ਜੀ ਕਲਾਇੰਟ ਕੋ, ਸਪੈਸ਼ਲੀ ਫਸਟ ਟਾਈਮ ਹੋਮ ਬਾਇਰ ਕੋ। ਸੋ ਬੈਟਰ ਚੋਇਸ ਇਹੀ ਆ ਕਿ ਫੈਸਿਲਿਟੀ ਪ੍ਰੋਵਾਈਡ ਉਹਨਾਂ ਨੇ ਕੀਤੀ ਹੋਈ ਹੈ ਕਿ ਮਾਰਕੇਟ 'ਚ ਇਨਕਲੂਡ ਹੋ ਜਾਣਗੇ, ਤੇ ਉਹ ਫਿਰ ਉੱਚੀ ਕਰਾ ਲੈਂਦੇ, ਉਹਦੇ ਵਿੱਚ ਹੋ ਜਾਂਦਾ ਵਾ। ਸੋ ਬਾਕੀ ਜੇ 25 ਸਾਲ ਦੀ ਜਾਂ 30 ਸਾਲ ਦੀ ਮੋਡਲਾਈਜੇਸ਼ਨ ਹੋਈ ਆ, ਆਪਾਂ ਕਿੱਦਾਂ ਉਹਨੂੰ ਜਲਦੀ ਪੇ ਆਫ ਕਰ ਸਕਦੇ ਹਾਂ? ਇੱਕ ਪੇਮੈਂਟ ਮੈਥਡ ਆ, ਮੰਥਲੀ, ਸੈਮੀ ਮੰਥਲੀ, ਬਾਈ ਵੀਕਲੀ, ਇੱਕ ਆਉਂਦਾ ਐਕਸਲਰੇਟਡ ਬਾਈ ਵੀਕਲੀ। ਕੀ ਕਿਹਾ ਤੁਸੀਂ ਦੁਬਾਰਾ ਦੱਸੋ? ਸੋ ਜਦੋਂ ਆਪਾਂ ਮਾਰਗੇਜ ਪੇਮੈਂਟ ਕਰਦੇ ਹਾਂ, ਮੰਥਲੀ ਸਾਡੀ ਕਿਸ਼ਤ ਜਾਂਦੀ ਆ, ਜਾਂ ਤਾਂ ਮੰਥਲੀ ਕਰਾਂਗੇ ਜਾਂ ਸੈਮੀ ਮੰਥਲੀ ਕਰਾਂਗੇ ਜਾਂ ਬਾਈ ਵੀਕਲੀ ਕਰਾਂਗੇ। ਇੱਕ ਹੁੰਦਾ ਐਕਸਲਰੇਟਡ ਬਾਈ ਵੀਕਲੀ ਜਾਂ ਐਕਸਲਰੇਟਡ ਵੀਕਲੀ। ਉਹਦੇ ਚ ਕੀ ਹੈ, ਬਾਈ ਵੀਕਲੀ ਸਪੋਜ਼ ਕਰੋ 1000 ਜਾ ਰਹੀ ਆ, ਐਕਸਲਰੇਟਡ ਦੇ ਵਿੱਚ 950-100 ਘੱਟ ਜਾਂਦੀ ਆ। ਓਕੇ, ਸੌਰੀ ਜ਼ਿਆਦਾ ਜਾਂਦੀ, ਜ਼ਿਆਦਾ 1050 ਜਾਂ 1100। ਉਹਦੇ ਨਾਲ ਤੁਹਾਡੀ ਅਮੋਰਟਾਈਜੇਸ਼ਨ ਦੇ ਵਿੱਚ 25 ਸਾਲ ਦੇ ਵਿੱਚ 3-4 ਸਾਲ ਦਾ ਫਰਕ ਪੈ ਜਾਂਦਾ। ਓਕੇ, ਸਿਰਫ $50 ਜਾਂ $100 ਜ਼ਿਆਦਾ ਪੇ ਕਰਨ ਨਾਲ। ਇੱਕ ਤਰੀਕਾ ਪੇ ਕਰਨ ਦਾ। ਪਲੱਸ ਜਦੋਂ ਤੁਸੀਂ ਲੈਂਡਰ ਕੋ ਕੋਈ ਵੀ ਮਾਰਗੇਜ ਲੈਂਦੇ ਹੋ, ਮੋਸਟ ਆਫ ਦਾ ਟਾਈਮ ਜਿਹੜੇ ਪ੍ਰੋਡਕਟ ਜਿਹੜਾ ਵੀ ਤੁਹਾਨੂੰ ਉਹਨਾਂ ਨੇ ਦਿੱਤਾ, ਉਹਦੇ ਵਿੱਚ ਪ੍ਰੀ ਪੇਮੈਂਟ ਦੀਆਂ ਫੈਸਿਲਿਟੀਜ਼ ਹੁੰਦੀਆਂ। ਠੀਕ ਹੈ ਜੀ। ਤੁਸੀਂ ਸਾਲ 'ਚ ਅਪ ਟੂ 10% ਜਾਂ 20% ਤੱਕ ਪ੍ਰੀ ਪੇ ਕਰ ਸਕਦੇ ਹੋ, ਜਾਂ ਆਪਣੀ ਜਿਹੜੀ ਮਾਰਗੇਜ ਪੇਮੈਂਟ ਹੈ ਉਹਨੂੰ ਡਬਲ ਵੀ ਕਰ ਸਕਦੇ ਹੋ। ਓਕੇ, ਠੀਕ ਹੈ। ਤੇ ਇਹਦੇ ਜਿਹੜੀ ਆਪਾਂ ਹੁਣ ਜਿੱਦਾਂ 50 ਦਾ 100 ਤੁਸੀਂ ਗੱਲ ਕਹੀ ਆ, ਇਹ ਇੰਟਰਸਟ ਦੇ ਵਿੱਚ ਪੇ ਆਫ ਹੁੰਦੀ ਹੈ ਜਾਂ ਪ੍ਰਿੰਸੀਪਲ ਦੇ ਵਿੱਚ ਪੇ ਆਫ ਹੁੰਦੀ ਹੈ? ਆਈ ਗੈਸ ਪ੍ਰਿੰਸੀਪਲ ਦੇ ਵਿੱਚ ਜਾਂਦੀ ਹੈ, ਇੰਟਰਸਟ ਦੇ ਵਿੱਚ ਨਹੀਂ। ਓਕੇ, ਸੋ ਯਾ ਇਟ ਮੇਕ ਸੈਂਸ। ਤੇ ਦੂਜੀ ਜਿਹੜੀ ਇਹ ਮੋਡਲਾਈਜੇਸ਼ਨਸ ਕੀਤੀਆਂ ਜਾਂਦੀਆਂ, ਜਿਹੜਾ ਇੰਟਰਸਟ ਰੇਟ ਹੁੰਦਾ, ਇਹ ਕੰਪਾਊਂਡਡ ਹੁੰਦਾ ਵਾ? ਹਾਂਜੀ, ਸੈਮੀ ਐਨੂਅਲੀ ਕੰਪਾਊਂਡਡ ਇੰਟਰਸਟ ਚੱਲਦਾ ਵਾ। ਹਾਂਜੀ। ਦੈਟਸ ਹਾਊ ਦੇ ਆਰ ਮੇਕਿੰਗ ਮਨੀ। ਹਾਂਜੀ। ਓਕੇ, ਸੋ ਜੇ ਆਪਾਂ $50-100 ਬਾਈ ਵੀਕਲੀ ਵੀ ਆਪਾਂ ਜ਼ਿਆਦਾ ਦੇਈ ਜਾਂਦੇ ਆ। ਹਾਂਜੀ, ਐਕਸਲਰੇਟਡ ਜਦੋਂ ਵੀ ਤੁਸੀਂ ਮਾਰਗੇਜ ਦੇ ਪ੍ਰੋਸੈਸ 'ਚ ਜੇ ਹੈਗੇ ਹੀ ਹੋ, ਤੇ ਆਪਣੇ ਏਜੰਟ ਨੂੰ ਪੁੱਛੋ ਕਿ ਮੈਂ ਐਕਸਲਰੇਟਡ ਬਾਈ ਵੀਕਲੀ ਦੀ, ਜੇ ਤੁਸੀਂ ਅਫੋਰਡ ਕਰ ਸਕਦੇ ਹੋ $50-100 ਜ਼ਿਆਦਾ ਦੇਣੇ, ਉਹਨੂੰ ਪੁੱਛੋ ਕਿ ਮੈਂ ਐਕਸਲਰੇਟਡ ਆਪਸ਼ਨ ਚੂਜ਼ ਕਰ ਸਕਦਾ ਜਾਂ ਨਹੀਂ। ਤਾਂ ਬਿਲਕੁਲ ਮੈਨੂੰ ਲੱਗਦਾ ਹਰੇਕ ਨੂੰ ਕਰਨਾ ਚਾਹੀਦਾ। ਜੇ ਅਫੋਰਡ ਕਰ ਸਕਦੇ ਹੋ ਤਾਂ ਗੋ। $50-100 ਬੰਦਾ ਆਪਣੇ ਕਾਫੀ ਘਰੇ ਬਣਾ ਲਵੇ। ਹਾਂਜੀ, ਬਿਲਕੁਲ। ਯੂਜੀ ਕਾਫੀ ਬਾਹਰ ਲੈਣ ਦਾ ਇੰਨਾ ਖਰਚਾ ਆਈ ਜਾਂਦਾ। ਹਾਂਜੀ, ਬਿਲਕੁਲ। ਉਹਦੇ ਨਾਲ ਜਾਂ ਜੇ ਤੁਹਾਨੂੰ ਈਅਰਲੀ ਕੁਝ ਬੈਨੀਫਿਟ ਬੋਨਸਿਸ ਮਿਲ ਰਹੇ ਜਾਂ ਕੁਝ ਮਿਲ ਰਿਹਾ, ਤੇ ਤੁਸੀਂ ਪ੍ਰੀ ਪੇ ਵੀ ਕਰ ਸਕਦੇ ਹੋ। 10% ਕਰਤਾ, ਕਈ ਪ੍ਰੋਡਕਟ ਨੇ ਜਿਹ 'ਚ 20% ਵੀ ਕਰ ਸਕਦੇ ਹੋ। ਸੋ ਜੇ 10% ਕੀਤਾ, ਸਪੋਜ਼ ਕਰੋ ਇਕੱਠੇ 50,000 ਜਾਂ ਜਿੰਨਾ ਵੀ ਬਣਦਾ 10% ਤੁਸੀਂ ਪੇ ਆਫ ਕਰਤਾ, ਉਹ ਕਾਫੀ ਫਰਕ ਪੈਂਦਾ ਐਮੋਰਟਾਈਜੇਸ਼ਨ ਤੇ। ਓਕੇ, ਤੇ ਦੂਜਾ ਹੋਰ
ਕਿਹੜੇ ਆਈਡੀਆਜ਼ ਹੈਗੇ ਜਿਹਦੇ ਵਿੱਚ ਮੋਰਗੇਜ, ਕਿਉਂਕਿ ਸਾਰਿਆਂ ਨੂੰ ਵੱਡਾ ਐਕਸਪੈਂਸ ਜੋ ontario ਚ ਮੈਨੂੰ ਲੱਗ ਰਿਹਾ, ਨਾਟ ਇਵਨ ontario, ਪੂਰੇ ਕੈਨੇਡਾ ਦੇ ਵਿੱਚ ਮਾਰਗੇਜ ਦਾ ਵਾ ਉਹ, ਹਨਾ। ਸੋ ਕਿੱਦਾਂ ਲੋਕ ਪਹਿਲਾਂ ਪੇ ਆਫ ਕਰ ਸਕਦੇ ਆ, ਪਹਿਲੀ ਗੱਲ। ਦੂਜੀ ਗੱਲ, ਪੇ ਆਫ ਜਲਦੀ ਕਰਨਾ ਚਾਹੀਦਾ ਵਾ। ਤੀਜੀ ਗੱਲ, ਪੇ ਆਫ ਕਰੇ ਤੋਂ ਬਿਨਾਂ ਅੱਗੇ ਹੋਰ ਅਫੋਰਡੇਬਿਲਿਟੀ ਕਿੱਦਾਂ ਬਣ ਸਕਦੀ ਹੈ ਜੇ ਆਪਾਂ ਐਜ਼ ਐਨ ਇਨਵੈਸਟਰ ਦੇਖੀਏ, ਜਿਹਦੇ ਵਿੱਚ ਦੂਜੇ ਪਾਸੇ ਹੋਰ ਘਰ ਲੈ ਸਕਦੇ ਆ ਜੀ। ਸੋ ਭਾਜੀ ਪੂਰੀ ਮਾਰਗੇਜ ਦਾ ਪੇ ਆਫ ਨਹੀਂ, ਲੈਂਡਰ ਨੇ ਅਲਾਉ ਨਹੀਂ ਕਰਨਾ, ਕਿਉਂਕਿ ਜਿਹੜੇ ਫੈਸਿਲਿਟੀਜ਼ ਦਿੱਤੀਆਂ 10% ਪੇ ਕਰਨ ਦੀ, 20% ਪੇ ਕਰਨ ਦੀ, ਇਥੋਂ ਤੱਕ ਹੀ ਨਹੀਂ, ਇਸ ਤੋਂ ਜ਼ਿਆਦਾ ਕਿ ਫਿਰ ਉਹਨਾਂ ਨੂੰ ਨੁਕਸਾਨ ਹੁੰਦਾ। ਠੀਕ ਹੈ ਜੀ, ਉਹ ਲੈਂਡਰ ਬੈਂਕ ਕਦੀ ਵੀ ਨਹੀਂ ਨੁਕਸਾਨ ਸਹਿਣਗੇ। ਜਾਂ ਤਾਂ ਸੈੱਲ ਕਰ ਰਹੇ ਹੋ ਫਿਰ ਇੱਕ ਸੈਪਰੇਟ ਚੀਜ਼ ਹੈ, ਕਿਉਂਕਿ ਕਲੋਜ਼ ਮਾਰਗੇਜ ਤੁਸੀਂ ਸੈੱਲ ਕਰ ਸਕਦੇ ਹੋ, ਉਹਦੇ 'ਚ ਤੁਹਾਨੂੰ ਕੋਈ ਪੈਨਲਟੀ ਨਹੀਂ ਪੈਂਦੀ। ਠੀਕ ਹੈ, ਜਲਦੀ ਪੇ ਕਰਨਾ ਤੇ ਪੇਮੈਂਟ ਆਪਸ਼ਨਸ ਹੈਗੀਆਂ ਨੇ, ਐਕਸਲਰੇਟਡ ਪੇਮੈਂਟ ਆਪਸ਼ਨਸ ਚੂਜ਼ ਕਰੋ। ਤੇ ਜੇ ਇਨਵੈਸਟਮੈਂਟ ਤੁਸੀਂ ਕਰਨੀ ਹੈ ਤੇ ਦੈਨ ਜੇ ਤੁਹਾਡੀ ਘਰ ਦੇ ਵਿੱਚ ਇਕੁਇਟੀ ਆ ਗਈ ਆ ਤੇ ਉਹਨੂੰ ਤੁਸੀਂ ਯੂਜ਼ ਕਰਕੇ ਇਨਵੈਸਟਮੈਂਟ ਪ੍ਰਾਪਰਟੀ ਲੈ ਸਕਦੇ ਹੋ। ਓਕੇ, ਸੋ ਇੱਕ ਕਹਿੰਦੇ ਆ ਜੀ ਰੀਫਾਈਨੈਂਸ ਹੁੰਦੀ ਆ, ਹਾਂਜੀ, ਇੱਕ ਕਹਿੰਦੇ ਹੀਲੌਕ ਹੁੰਦੀ ਆ ਜੀ। ਸੋ ਰੀਫਾਈਨੈਂਸ ਤੇ ਹੀਲੌਕ 'ਚ ਫਰਕ ਕੀ ਆ? ਸੋ ਰੀਫਾਈਨੈਂਸ ਭਾਜੀ ਤੁਸੀਂ ਉਹ ਵੱਖਰੇ ਵੱਖਰੇ ਤਰੀਕੇ ਨਾਲ ਕਰ ਸਕਦੇ ਹੋ, ਕਿ ਵੱਖਰੇ ਵੱਖਰੇ ਪਰਪਸ ਲਈ ਕਰ ਸਕਦੇ ਹੋ ਰੀਫਾਈਨੈਂਸ। ਇਕੁਇਟੀ ਪਹਿਲਾਂ ਸੌਰੀ ਮੈਂ ਫਿਰ ਤੁਹਾਨੂੰ ਵਿੱਚ ਕੱਟ ਲਾਂਗਾ, ਰੀਫਾਈਨੈਂਸ ਹੁੰਦਾ ਕੀ ਆ? ਰੀਫਾਈਨੈਂਸ ਮਤਲਬ ਤੁਸੀਂ ਦੁਬਾਰਾ ਮਾਰਗੇਜ ਆਪਣੇ ਘਰ 'ਚ ਜੇ ਤੁਹਾਡੇ 'ਚ ਇਕੁਇਟੀ ਹੈਗੀ ਆ ਉਹਨੂੰ ਕਢਾਉਣ ਵਾਸਤੇ ਜਾਂ ਡੈਟ ਕੰਸੋਲੀਡੇਸ਼ਨ ਕਰਨ ਵਾਸਤੇ ਰੀਫਾਈਨੈਂਸ ਕਰ ਰਹੇ ਹੋ। ਇਹ ਮੈਂ ਸਮਝਾ ਦਿੰਦਾ। ਸਪੋਜ਼ ਕਰੋ ਤੁਹਾਡੇ ਕੋਲ 5 ਲੱਖ ਦੀ ਪ੍ਰਾਪਰਟੀ ਅੱਜ 8 ਲੱਖ ਦੀ ਹੋ ਚੁੱਕੀ ਆ, 5 ਲੱਖ ਦੀ ਮਾਰਗੇਜ ਰਿਮੇਨਿੰਗ ਆ। ਇਹਨੂੰ ਤੁਸੀਂ ਜੇ ਇਕੁਇਟੀ ਕਢਾਣੀ ਇਹਦੇ ਚੋਂ, ਜਿਵੇਂ ਮੈਂ ਪਹਿਲਾਂ ਦੱਸਿਆ ਕਿ 80% ਕਢਾ ਸਕਦੇ ਹੋ, ਉਹਨੂੰ ਰੀਫਾਈਨੈਂਸ ਕਹਿੰਦੇ ਆ। ਠੀਕ ਹੈ, ਇਕੁਇਟੀ ਕਢਾਉਣ ਨੂੰ ਰੀਫਾਈਨੈਂਸ ਕਹਿੰਦੇ। ਠੀਕ ਹੈ ਜੀ। ਓਕੇ, ਹੁਣ ਉਹ ਇਕੁਇਟੀ ਦਾ ਜੋ ਮਰਜ਼ੀ ਕਰੋ, ਲਾਈਕ ਨਵੀਂ ਪ੍ਰਾਪਰਟੀ ਬਾਏ ਕਰਨੀ ਆ, ਆਪਣੇ ਬੱਚੇ ਦੇ ਕਾਲਜ ਦੀ ਫੀਸ, ਜੋ ਕਰਨਾ ਉਹ ਤੁਹਾਡੀ ਹੈਗੀ ਮਰਜ਼ੀ। ਇੱਕ ਰੀਫਾਈਨੈਂਸ ਡੈਟ ਕੰਸੋਲੀਡੇਸ਼ਨ ਵਾਸਤੇ ਵੀ ਹੋ ਜਾਂਦੀ। ਹੁਣ ਕਈਆਂ ਕੋ ਸਪੋਜ਼ ਕਰੋ ਮਾਰਗੇਜ ਹੈ 5 ਲੱਖ ਦੀ, ਬਟ ਨਾਲ ਉਹਨਾਂ ਕੋਲ ਲਾਈਨ ਆਫ ਕ੍ਰੈਡਿਟ ਜਾਂ ਕ੍ਰੈਡਿਟ ਕਾਰਡਸ ਵੀ ਹੈਗੇ ਆ ਟੋਟਲ 50-60 ਹਜ਼ਾਰ ਦੇ, ਬੈਲੈਂਸ ਲਿਮਿਟ ਦੇ ਕੋਲ ਹੈ, ਓਵਰ ਯੂਟਿਲਾਈਜ਼ਡ ਨੇ। ਹੁਣ ਕ੍ਰੈਡਿਟ ਕਾਰਡਸ ਵਗੈਰਾ ਤੁਸੀਂ ਕਹਿ ਲਓ ਕਿ 20-22% ਦਾ ਚਾਰਜ ਕਰਦੇ ਹੀ ਆ ਜ਼ਿਆਦਾ। ਠੀਕ ਹੈ ਜੀ। ਮਾਰਗੇਜ ਕੀ ਚਾਰਜ ਕਰਦੀ? 4%, 5%। ਠੀਕ ਹੈ ਜੀ। ਹੁਣ ਡੈਟ ਕੰਸੋਲੀਡੇਸ਼ਨ ਕੀ ਕਹਿੰਦੇ ਆ ਕਿ ਜਿਹੜਾ ਆ 50,000 ਜਾਂ 60,000 ਤੁਸੀਂ ਕ੍ਰੈਡਿਟ ਕਾਰਡਸ ਦਾ ਚੜਾਇਆ ਹੋਇਆ, ਇਹਨੂੰ ਮਾਰਗੇਜ ਵਿੱਚ ਹੀ ਪਾ ਲਓ। ਠੀਕ ਹੈ ਜੀ, ਕਿਉਂਕਿ ਇਹ 50,000 ਦਾ ਤੁਸੀਂ ਕਮ ਸੇ ਕਮ 600, 700, 800 ਜੋ ਵੀ ਦੇ ਰਹੇ ਹੋ ਮੰਥਲੀ, ਜਿੰਨਾ ਵੀ ਬਣ ਰਿਹਾ, 20%, 22% ਤੇ ਬਣ ਰਿਹਾ ਹੋ, ਇਹਨੂੰ ਤੁਸੀਂ ਜੇ ਤੁਹਾਡੇ ਕੋਲ ਇਕੁਇਟੀ ਹੈਗੀ ਆ ਘਰ 'ਚ ਤੇ ਮਾਰਗੇਜ ਦੇ ਵਿੱਚ ਇਨਕਲੂਡ ਕਰ ਲਓ। ਨਵੀਂ ਮਾਰਗੇਜ ਤੁਹਾਨੂੰ ਰੀਕੁਆਲੀਫਾਈ ਕਰਕੇ 5.5 ਲੱਖ ਦੀ ਦੇ ਦਿੱਤੀ ਜਾਊਗੀ। 5 ਲੱਖ ਦੀ ਤਾਂ ਮਾਰਗੇਜ ਹੀ ਆ, ਉਹ 'ਚ 50,000 ਤੁਸੀਂ ਐਡ ਕਰ ਲਿਆ ਜਿਹੜਾ ਤੁਸੀਂ ਕ੍ਰੈਡਿਟ ਕਾਰਡ ਦਾ, ਉਹ ਡੈਟ ਤੁਹਾਡਾ ਕੰਸੋਲੀਡੇਟ ਹੋ ਗਿਆ। ਠੀਕ ਹੈ, ਕ੍ਰੈਡਿਟ ਕਾਰਡਸ ਵਗੈਰਾ ਉਹ ਪੇ ਆਫ ਹੋ ਗਏ। ਐਂਡ ਹੁਣ ਮਹੀਨੇ ਦੇ ਐਂਡ 'ਚ ਤੁਹਾਡੇ ਕੋਲ ਐਟਲੀਸਟ ਆਈ ਵੁੱਡ ਸੇ 300, 400, 500 ਬਚਣਾ ਸ਼ੁਰੂ ਹੋ ਜਾਂਦਾ, ਕਿਉਂਕਿ ਤੁਸੀਂ ਕਿੱਥੇ 20-22% ਪੇ ਕਰ ਰਹੇ ਹੋ 50,000 ਤੇ, ਕਿੱਥੇ ਹੁਣ ਉਹ ਟੋਟਲ ਤੁਸੀਂ ਥੱਲੇ ਕਰਤਾ 4-5% ਤੇ ਆ ਗਏ। ਹਾਂਜੀ, ਠੀਕ ਹੈ। ਇਹਨੂੰ ਰੀਫਾਈਨੈਂਸ ਹੀ ਕਵਾਂਗੇ, ਬਟ ਡੈਟ ਕੰਸੋਲੀਡੇਸ਼ਨ ਲਈ ਕਰਦੇ ਪਏ। ਓਕੇ, ਠੀਕ ਹੈ। ਸੋ ਇਹਨਾਂ ਦੇ ਅਲੱਗ-ਅਲੱਗ ਪਰਪਸਿਸ ਹੁੰਦੇ ਰੀਫਾਈਨੈਂਸ ਦੇ। ਹਾਂਜੀ, ਰੀਫਾਈਨੈਂਸ ਬੇਸਿਕਲੀ ਮੀਨਸ ਆਪਣੇ ਘਰ ਚੋਂ ਇਕੁਇਟੀ ਕੱਢ ਕੇ ਪੈਸੇ ਲੈ ਕੇ ਆਉਣੇ। ਤੇ ਮੈਂ ਇਹ ਗੱਲ ਕਹਿਣਾ ਚਾਹੁੰਦਾ ਵਾਂ, ਇਕੁਇਟੀ ਕੱਢ ਕੇ ਅੱਗੇ ਐਸੈਟ ਲੈਣੇ ਆ, ਕਾਰਾਂ ਦੀ ਚੱਕੜੀ ਹੈਗੀ ਆ, ਕਾਰਾਂ ਜੇ ਲੈਣੀਆਂ ਨੇ ਹਮੇਸ਼ਾ ਕੈਸ਼ ਕਾਰ ਚੱਕਣੀਆਂ। ਮੈਂ ਆਪ ਵੀ ਗਲਤੀ ਕੀਤੀ ਹੋਈ ਤੇ ਨਿਊ ਕਮਰਸ ਜਿਹੜੇ ਨਵੇਂ ਆਉਂਦੇ ਉਹ ਵੀ ਗਲਤੀ ਕਰਦੇ ਆ। ਸੋ ਇਹ ਚੀਜ਼ ਮੈਂ ਹਮੇਸ਼ਾ ਕਹਿੰਦਾ ਹੁੰਦਾ ਵਾਂ ਵੀ ਐਸੈਟ ਪਹਿਲਾਂ ਐਸੈਟ ਕ੍ਰੀਏਟ ਕਰੋ, ਉਹਦੇ ਤੋਂ ਜਿਹੜੀ ਇਨਕਮ ਆਉਂਦੀ ਹੈ ਫਿਰ ਚਾਹੇ ਤੁਸੀਂ ਲੈਂਬਰਗਿਨੀ ਚੱਕੋ ਚਾਹੇ ਮਾਜ਼ਰਾਟੀ ਚੱਕੋ, ਕਿਉਂਕਿ ਤੁਹਾਡੇ ਐਸੈਟ ਨੇ ਉਹ ਜਿਹੜੀ ਮੰਥਲੀ ਕਿਸ਼ਤ ਹੈਗੀ ਉਹ ਕਵਰ ਕਰ ਦੇਣੀ ਆ। ਤੇ ਦੂਜਾ ਵੀ ਜੀ ਆਪਣੇ ਹੈਗੇ ਹੀਲੌਕ। ਸੋ ਹੀਲੌਕ ਕੀ ਹੁੰਦਾ ਵਾ? ਹੀਲੌਕ ਸਿਕਿਉਰਡ ਲਾਈਨ ਆਫ ਕ੍ਰੈਡਿਟ ਆ। ਇੱਕ ਲਾਈਨ ਆਫ ਕ੍ਰੈਡਿਟ ਹੁੰਦੀ, ਜਿਵੇਂ ਆਪਾਂ ਬੈਂਕ ਜਾਣਾ, ਤੁਸੀਂ ਬੈਂਕ ਗਏ, ਤੁਸੀਂ ਕਿਹਾ ਮੈਨੂੰ ਲਾਈਨ ਆਫ ਕ੍ਰੈਡਿਟ ਚਾਹੀਦੀ, ਉਹ ਹੁੰਦੀ ਅਨਸਿਕਿਉਰਡ। ਉਹ ਤੁਹਾਡਾ ਕ੍ਰੈਡਿਟ ਪੁੱਲ ਕਰਨਗੇ, ਸਕੋਰ ਅੱਛੀ ਆ, ਤੁਸੀਂ ਜੇ ਪਰਮਾਨੈਂਟ ਰੈਜ਼ੀਡੈਂਟ ਹੈਗੇ ਹੋ, ਵਰਕ ਪਰਮਿਟ ਤੇ ਆਈ ਗੈਸ ਨਹੀਂ ਦਿੰਦੇ, ਜੇ PR ਹੋ ਤੇ ਜਾਂ ਸਿਟੀਜ਼ਨ ਹੋ ਤੇ ਤੁਹਾਨੂੰ ਲਾਈਕ ਅਨਸਿਕਿਉਰਡ ਲਾਈਨ ਆਫ ਕ੍ਰੈਡਿਟ, ਇੱਕ ਗੁੱਡ ਫੇਥ ਤੇ ਤੁਹਾਡਾ ਕ੍ਰੈਡਿਟ ਵਧੀਆ ਵਾ, ਕੋਈ ਤੁਹਾਡਾ ਕੋਈ ਡਿਫਾਲਟ ਨਹੀਂ ਕ੍ਰੈਡਿਟ ਤੇ, 20,000, 30,000, 15,000 ਇਦਾਂ ਕਰਕੇ ਇਸ਼ੂ ਕਰ ਦਿੰਦੇ ਹੋ। ਠੀਕ ਹੈ ਜੀ, ਜ਼ਿਆਦਾ ਵੀ ਕਰ ਸਕਦੇ ਹੋ ਜੇ ਤੁਹਾਡੀ ਇਨਕਮ ਸੋਹਣੀ ਆ। ਮੇ ਵੀ ਤੁਹਾਡੇ ਕੋਲ ਮੰਗ ਲੈਣ ਕਿ ਲੈਟਰ ਆਫ ਇੰਪਲੋਇਮੈਂਟ ਦਿਖਾਓ ਸਾਨੂੰ ਜਾਂ ਪੇ ਸਟੱਬਸ ਦਿਖਾ ਦਿਓ, ਸਾਨੂੰ ਅਸੀਂ 50,000 ਦੀ ਕਰ ਦਿੰਦੇ ਲਾਈਨ ਆਫ ਕ੍ਰੈਡਿਟ। ਹੀਲੌਕ ਕੀ ਹੈ ਕਿ ਸਿਕਿਉਰਡ ਹੈ ਤੁਹਾਡੀ ਪ੍ਰਾਪਰਟੀ ਦੇ ਨਾਲ, ਘਰ ਦੇ ਨਾਲ ਸਿਕਿਉਰਡ ਲਾਈਨ ਆਫ ਕ੍ਰੈਡਿਟ ਆ। ਸੋ ਘਰ ਨੂੰ ਕੋਲੈਟਰਲ ਰੱਖਿਆ ਹੋਇਆ ਘਰ ਨੂੰ, ਐਂਡ ਇਹਦਾ ਇੰਟਰਸਟ ਰੇਟ ਹੋਰ ਘੱਟ ਹੁੰਦਾ, ਹੋਰ ਅਨਸਿਕਿਉਰਡ ਨਾਲੋਂ ਵੀ ਘੱਟ ਹੁੰਦਾ। ਜੇ ਅਨਸਿਕਿਉਰਡ ਤੁਹਾਨੂੰ 8% ਤੇ ਮਿਲ ਰਹੀ ਹੈ ਤੇ ਇਹ ਤੁਹਾਨੂੰ ਹੈਗਾ 5%, 4.5%, ਇਹ ਹੋਰ ਘੱਟ ਹੁੰਦਾ, ਕਿਉਂਕਿ ਇਹ ਸਿਕਿਉਰਡ ਆ,
ਕੋਲੈਟਰਲ ਹੈਗਾ ਆ, ਠੀਕ ਹੈ ਜੀ। ਇਹ ਸਿਰਫ ਤੁਸੀਂ ਮੈਕਸਿਮਮ ਜੇ ਤੁਸੀਂ ਘਰ ਦੇ ਨਾਲ ਸਿਕਿਉਰਡ ਹੋ, ਕੁਝ ਪ੍ਰੋਡਕਟ ਆਉਂਦੇ ਇਦਾਂ ਦੇ ਲੈਂਡਰਸ ਦੇ, ਸਪੋਜ਼ ਕਰੋ ਤੁਸੀਂ ਮੌਰਗੇਜ ਲਈ ਆ 5 ਲੱਖ ਦੀ ਮੌਰਗੇਜ ਆ, ਤੁਸੀਂ ਇਹ ਪ੍ਰੋਡਕਟ ਉਹਲਾ ਲੈ ਲਿਆ ਜਿਹਦੇ ਨਾਲ ਹੀਲੌਕ ਆ, ਠੀਕ ਹੈ, ਸਿਕਿਉਰਡ ਲਾਈਨ ਆਫ ਕ੍ਰੈਡਿਟ। ਇਹਦੇ ਚ ਲੈਂਡਰ ਨੇ ਤੁਹਾਨੂੰ ਨਾਲ $1 ਦੀ ਸਟਾਰਟਿੰਗ ਚ ਸਿਕਿਉਰਡ ਲਾਈਨ ਆਫ ਕ੍ਰੈਡਿਟ ਯਾਨੀ ਕਿ ਹੀਲੌਕ ਦੇ ਦੇਣਾ $1 ਦਾ, ਠੀਕ ਹੈ। ਵਿਦ ਟਾਈਮ ਸਪੋਜ਼ ਕਰੋ ਸਾਲ ਬਾਅਦ ਤੁਸੀਂ 50,000 ਪੇ ਆਫ ਕਰਤਾ ਪ੍ਰਿੰਸੀਪਲ, ਠੀਕ ਹੈ ਜੀ। ਹੁਣ ਉਹ 50,000 ਜਿਹੜਾ ਤੁਸੀਂ ਪ੍ਰਿੰਸੀਪਲ ਪੇ ਆਫ ਕੀਤਾ, 4.5 ਮੌਰਗੇਜ ਰਹਿ ਗਈ 4.5 ਲੱਖ, ਉਹ 50,000 ਆ ਜਿਹੜਾ ਉਹ ਤੁਹਾਡਾ ਹੀਲੌਕ ਚ ਚੱਲ ਜਾਣਾ। ਓਕੇ, ਠੀਕ ਹੈ, ਤੁਹਾਡੇ ਕੋਲ ਲਿਮਿਟ ਅਵੇਲੇਬਿਲਿਟੀ ਆ ਗਈ 50,000 ਦੀ। ਸੋ ਦੈਟਸ ਲਾਈਕ ਇਨਫਿਨਿਟ ਬੈਂਕਿੰਗ ਟੂ ਬੀ ਆਨੈਸਟ। ਹਾਂਜੀ, ਇਦਾਂ ਕਹਿ ਲਓ, ਬਟ ਇਹ ਘਰ ਦੀ ਵੈਲਿਊ ਦਾ 65% ਹੀ ਆ ਮੈਕਸਿਮਮ, ਉਸ ਤੋਂ ਜ਼ਿਆਦਾ ਨਹੀਂ ਤੁਸੀਂ ਲੈ ਸਕਦੇ। ਓਕੇ, ਜੇ 1 ਮਿਲੀਅਨ ਦਾ ਘਰ ਆ ਤੇ 6,50,000 ਤੱਕ ਹੀ ਤੁਹਾਨੂੰ ਹੀਲੌਕ ਅਪਰੂਵ ਹੋਊਗੀ, ਉਦੋਂ ਜ਼ਿਆਦਾ ਨਹੀਂ। ਉਹ ਪਰ ਘਰ ਤੇ? ਹਾਂਜੀ। ਸੋ ਜੇ ਇੱਕ ਇਨਵੈਸਟਮੈਂਟ ਪ੍ਰੋਪਰਟੀ, ਸੌਰੀ ਮੈਂ ਥੋੜਾ ਜਿਹਾ ਹੁਣ ਦੂਜਾ ਟੈਕਨੀਕਲ ਹੋ ਰਿਹਾ ਵਾ। ਸੋ ਜੇ ਇੱਕ ਘਰ ਆਪਣੇ ਕੋਲ ਹੋਰ ਹੈਗਾ ਵਾ ਤੇ ਉਹਦੇ ਤੇ ਵੀ ਆਪਾਂ ਹੀਲੌਕ ਲੈਨੇ ਆ ਭਾਈ, ਆਈ ਗੈਸ ਜੇ ਲੈਂਡਰ ਨੇ, ਹੋ ਸਕਦਾ ਲੈਂਡਰ ਨਾ ਮੰਨੇ, ਬਟ ਮੰਨ ਵੀ ਸਕਦਾ ਹੈ ਕਿ ਇੱਕ ਘਰ ਤੇ 65% ਆ ਜ਼ਰੂਰ। ਜੇ ਤੁਹਾਡਾ ਕ੍ਰੈਡਿਟ ਵਗੈਰਾ ਖਰਾਬ ਹੈ ਜਾਂ ਕੁਝ ਇਦਾਂ ਦੀ ਚੀਜ਼ ਆ, ਹੋ ਸਕਦਾ ਲੈਂਡਰ ਨਾ ਇਸ਼ੂ ਕਰੇ। ਓਕੇ, ਇਦਾਂ ਵੀ ਹੋ ਜਾਂਦਾ, ਬਟ ਯਾ 65% ਟੋਟਲ ਘਰ ਦੀ ਵੈਲਿਊ ਆ, ਉਹਦੇ ਤੇ ਉਨੀ ਤੁਹਾਨੂੰ ਹੀਲੌਕ ਮਿਲਣੀ, ਇਸ ਤੋਂ ਜ਼ਿਆਦਾ ਨਹੀਂ। ਐਂਡ ਬੜੀ ਵਧੀਆ ਚੀਜ਼, ਸਪੋਜ਼ ਕਰੋ ਤੁਸੀਂ ਪ੍ਰੋਡਕਟ ਲਿਆ, ਲਾਈਕ ਇੰਨੀ ਘੱਟ ਪਰਸੈਂਟ ਤੇ ਤੁਹਾਨੂੰ ਇਹ ਚੀਜ਼ ਮਿਲ ਰਹੀ ਹੈ, ਠੀਕ ਹੈ। ਤੁਸੀਂ ਕੱਲ ਨੂੰ ਕੋਈ ਇਨਵੈਸਟਮੈਂਟ ਪ੍ਰੋਪਰਟੀ ਬਾਏ ਕਰਨੀ ਹੈ, ਤੁਹਾਨੂੰ ਮੌਰਗੇਜ ਤੋੜਨ ਦੀ ਲੋੜ ਹੀ ਨਹੀਂ। ਤੁਹਾਡੀ ਹੀਲੌਕ 'ਚ ਜੇ 2 ਲੱਖ ਪਿਆ ਤੇ ਤੁਸੀਂ ਹੀਲੌਕ ਤੋਂ ਚੱਕ ਕੇ ਆਪਣੀ ਡਾਊਨ ਪੇਮੈਂਟ ਕਰ ਸਕਦੇ ਹੋ, ਕਿਸੇ ਵੀ ਪਰਪਸ ਵਾਸਤੇ ਯੂਜ਼ ਕਰੋ। ਸੋ ਜੇ ਲਾਈਕ ਮੇਰਾ ਪਰਸਪੈਕਟਿਵ ਤਾਂ ਇਹੀ ਆ ਵੀ ਆਪਾਂ ਨੇ ਇਨਵੈਸਟਮੈਂਟ ਕਰਨੀ ਆ, ਆਪਾਂ ਲਾਇਬਿਲਿਟੀਜ਼ ਇਕੱਠੀਆਂ ਕਰਨੀਆਂ ਨਹੀਂ ਹੈਗੀਆਂ, ਹੈਨਾ। ਸੋ ਜੇ ਹੀਲੌਕ ਹੈਗੀ ਆ, ਹੁਣ ਹੀਲੌਕ ਦੇ ਵਿੱਚ ਆਪਣੇ ਕੋਲ 6.5 ਲੱਖ ਪਿਆ, ਜਿੱਦਾਂ ਤੁਸੀਂ ਬਚਨ ਕੀਤੇ ਵੀ 6.5 ਲੱਖ ਹੈਗਾ ਆਪਣੇ ਕੋਲ, ਹੈਨਾ, ਤੇ ਉਹਦੇ ਵਿੱਚੋਂ ਆਪਾਂ 2 ਲੱਖ ਦੀ ਡਾਊਨ ਪੇਮੈਂਟ ਚੱਕ ਕੇ ਘਰ 'ਚ ਪਾਈ ਆ, ਕੋਈ ਹੋਰ ਘਰ ਹੈਗਾ ਵਾ ਵੀ ਆਪਾਂ ਨੂੰ ਉਹਦੀ ਹੁਣ ਮੌਰਗੇਜ ਹੋਣੀ ਆ, ਫਿਰ ਉਹ ਇਫੈਕਟ ਕਰਦੀ ਆ ਅਫੋਰਡੇਬਿਲਿਟੀ ਦੀ ਜਾਂ ਕਿੱਦਾਂ? ਭਾਜੀ ਹੁਣ ਹੀਲੌਕ ਦਾ ਤੁਸੀਂ 2 ਲੱਖ ਲੈ ਲਿਆ, ਹੁਣ 2 ਲੱਖ ਦੀ ਤਾਂ ਤੁਹਾਡੀ ਲਾਇਬਿਲਿਟੀ ਹੈ ਨਾ, ਮੰਥਲੀ ਪੇ ਕਰੋਗੇ ਕੁਛ ਨਾ ਕੁਛ। ਹਾਂਜੀ, ਉਹ ਮੰਥਲੀ ਲਾਇਬਿਲਿਟੀ ਤੁਹਾਡੀ ਬੈਂਕ ਨੇ ਕੰਸੀਡਰ ਕਰਨੀ ਆ ਲਾਇਬਿਲਿਟੀ ਸੈਕਸ਼ਨ ਦੇ ਵਿੱਚ, ਠੀਕ ਹੈ, ਕਿ ਤੁਹਾਨੂੰ ਇਹ ਮੰਥਲੀ ਦੇਣਾ ਪੈਣਾ। ਤੇ ਹੀਲੌਕ ਦੇ ਪ੍ਰਿੰਸੀਪਲ ਵੀ ਦੇਣਾ ਪੈਂਦਾ ਹੁੰਦਾ ਜਾਂ ਹੀਲੌਕ ਤੇ ਕੱਲਾ ਇੰਟਰਸਟ ਹੀ ਹੁੰਦਾ? ਇੰਟਰਸਟ ਓਨਲੀ। ਓਕੇ, ਸੋ ਉਹਦੇ ਜੇ 2 ਲੱਖ ਵੀ ਲੈਣੇ ਹੋਣ ਤਾਂ ਇੰਟਰਸਟ ਬਹੁਤ ਜ਼ਿਆਦਾ ਘੱਟ ਹੋਣਾ? ਜਦੋਂ ਮਰਜ਼ੀ, ਹਾਂਜੀ, ਜਦੋਂ ਮਰਜ਼ੀ ਪੇ ਆਫ ਕਰ ਦਿਓ। ਇਹਦੇ 'ਚ ਉਹ ਨਹੀਂ ਹੈ ਕਿ ਜਿਵੇਂ ਮੌਰਗੇਜ ਤੁਸੀਂ ਪੇ ਆਫ ਨਹੀਂ ਕਰ ਸਕਦੇ ਜਲਦੀ, ਜੇ ਤੁਹਾਡੇ ਕੋਲ ਪੈਸੇ ਸਪੋਜ਼ ਕਰੋ ਬਹੁਤ ਆ ਗਏ ਤੇ ਤੁਸੀਂ ਮੈਂ ਮੌਰਗੇਜ ਹੀ ਲਾ ਦਿੰਦਾ ਸਾਰੀ, ਉਹ ਨਹੀਂ ਤੁਸੀਂ ਕਰ ਸਕਦੇ, ਨਹੀਂ ਕਰ ਸਕਦੇ, ਨਹੀਂ, ਪੈਨਲਟੀ ਪਏਗੀ। ਜੋ ਪੈਨਲਟੀ ਨਹੀਂ ਦੇਣੀ ਤੇ ਦੈਨ ਸੋ ਬੇਸਿਕਲੀ ਬੈਂਕ ਨੇ ਕਹਿਣਾ ਵੀ ਮੇਰਾ ਇੰਨਾ ਇੰਟਰਸਟ ਮਰ ਗਿਆ, ਮੈਨੂੰ ਇੰਟਰਸਟ ਦਿਓ। ਪੈਨਲਟੀ ਤਾਂ ਹੀ, ਕਿਉਂਕਿ ਤੁਸੀਂ ਦੇਖੋ ਆਈ ਵੁੱਡ ਸੇ 60% ਈਜ਼ੀਲੀ ਜਿਹੜੇ ਕੈਨੇਡੀਅਨਸ ਨੇ ਆਪਣੀ ਮੌਰਗੇਜ ਬ੍ਰੇਕ ਕਰ ਦਿੰਦੇ 5 ਸਾਲ ਤੋਂ ਪਹਿਲਾਂ ਹੀ। ਉਹਨੂੰ ਇਕੁਇਟੀ ਕਢਾ ਕੇ ਉਹਨੂੰ ਕਿਸ ਪਰਪਸ ਵਾਸਤੇ ਯੂਜ਼ ਕਰਦੇ ਆ, ਉਹ ਚਲੋ ਸੈਪਰੇਟ ਇਸ਼ੂ ਆ, ਬਟ 60% ਈਜ਼ੀਲੀ ਮੌਰਗੇਜ ਬ੍ਰੇਕ ਆਫ ਕਰ ਦਿੰਦੇ ਆ। ਇਹ ਐਵਰੇਜ ਹੈਗੀ ਹੈ, ਜ਼ਿਆਦਾ ਹੀ ਆ, ਬਟ ਇੰਨੀ ਕੁ ਕਹਿ ਲਓ ਤੁਸੀਂ 60%। ਹੁਣ ਅੱਜ ਦੇ ਟਾਈਮ ਥੋੜੀ ਨਾ ਹੋ ਸਕਦਾ ਇਹ, ਕਿਉਂਕਿ ਅਫੋਰਡੇਬਿਲਿਟੀ ਕ੍ਰਾਈਸਿਸ ਚੱਲਦੇ ਪਏ, ਥੋੜੀ ਮਾਰਕੀਟ ਚੇਂਜ ਹੋ ਗਈ ਆ, ਬਟ ਸਾਲ ਕੁ ਪਹਿਲਾਂ 60% ਈਜ਼ੀਲੀ ਬ੍ਰੇਕ ਆਫ ਕਰ ਦਿੰਦੇ ਸੀ, 5 ਸਾਲ ਪੂਰੀ ਟਰਮ ਨਹੀਂ ਹੁੰਦੀ ਸੀ। ਓਕੇ ਜੀ, ਪਰ ਜਿਹੜੇ ਬ੍ਰੇਕ ਕਰਦੇ ਆ, ਜੇ ਤਾਂ ਫਿਕਸਡ ਨੇ ਤੇ ਉਹਨਾਂ ਨੂੰ ਪੈਨਲਟੀ ਪੈਂਦੀ ਆ। ਉਹ ਇੱਕ ਵੱਖਰਾ ਹੀ ਫਾਰਮੂਲਾ ਲੈਂਡਰ ਦਾ ਜਿਹੜਾ ਯੂਜ਼ ਕਰਦਾ, ਬਟ ਉਹ ਪੈਨਲਟੀ ਪੈਂਦੀ ਆ। ਜੇ ਵੇਰੀਏਬਲ ਰੇਟ ਆ ਦੈਨ ਪੈਨਲਟੀ ਫਿਰ ਵੀ ਪੈਂਦੀ, ਬਟ ਘੱਟ ਪੈਂਦੀ ਆ, 3-4 ਦਾ। ਸੋ ਤਾਂ ਹੀ ਅੱਜ ਦੀ ਡੇਟ ਦੇ ਵਿੱਚ ਜਿਹੜੇ ਆਪਣੀ ਕਮਿਊਨਿਟੀ ਦੇ ਯੂਜੂਅਲੀ ਹੈਗੇ ਲੋਕਾਂ ਨੇ ਵੇਰੀਏਬਲ ਕਰਾਏ ਤੇ ਉਹਨਾਂ ਦੇ ਹਜ਼ਾਰ ਵਧੇ ਹੋਇਆ, ਤੇ ਉਹ ਕਹਿ ਰਹੇ ਨੇ ਵੀ ਆਪਾਂ ਨੂੰ ਟਰਬਲ ਆ ਰਹੀ ਹੈ ਹੁਣ, ਜਦ ਕਿ ਲਾਈਕ ਇਹ ਮੇਰੀ ਸੋਚਣੀ ਆ ਵੀ ਆਪਾਂ ਨੂੰ ਫਿਕਸਡ ਲੈ ਲੈਣੀ ਚਾਹੀਦੀ ਹੈ ਫॉर ਸਮ ਪੀਰੀਅਡ ਆਫ ਟਾਈਮ। ਫॉर ਟਾਈਮਿੰਗ ਯੈਸ, ਮੈਂ ਪਰਸਨਲ ਆ ਮੇਰੀ ਆਪਣੀ ਐਡਵਾਈਸ ਕਿ 2 ਸਾਲ ਦਾ ਫਿਕਸ ਲੈ ਲਓ ਜਾਂ 3 ਸਾਲ ਦਾ ਲੈ ਲਓ। ਫਿਊਚਰ 'ਚ ਥੋੜੇ ਜਿਹੇ ਥੱਲੇ ਤਾਂ ਆਣਗੇ ਹੀ ਰੇਟ, ਠੀਕ ਹੈ, ਐਂਡ ਉਦੋਂ ਤੁਸੀਂ ਕਨਵਰਟ ਕਰ ਸਕਦੇ ਹੋ, ਉਹ ਦੁਬਾਰਾ ਰੀਫਾਈਨੈਂਸ ਕਰ, ਹਾਂਜੀ, ਦੁਬਾਰਾ ਰੀਨਿਊ ਹੋਣੀ ਤੁਹਾਡੀ ਜਾਂ ਜੋ ਵੀ। 5 ਸਾਲ ਦੀ ਫਿਕਸ ਦੇ ਵਿੱਚ ਇੱਦਾਂ ਹੈ ਕਿ ਲਾਈਕ ਆਈ ਥਿੰਕ 2025 'ਚ ਇਲੈਕਸ਼ਨ ਆਉਂਦੀ ਵੀ ਆ, ਜਦੋਂ ਇਲੈਕਸ਼ਨ ਆਉਂਦੀ ਤੁਹਾਨੂੰ ਪਤਾ ਗਵਰਨਮੈਂਟਸ ਥੋੜਾ ਜਿਹਾ ਤਾਂ ਘਟਾਉਂਦੇ ਨੇ ਇੰਟਰਸਟ ਰੇਟ, ਨਾ ਉਹ ਤਾਂ ਉੱਦਾਂ ਚੱਲਣਾ ਹੀ ਚੱਲਣਾ, ਤੇ ਉਦੋਂ ਫਿਰ ਥੋੜਾ ਜਿਹਾ ਜਦੋਂ ਘਟੇਗਾ ਤੁਹਾਡੀ, ਜੇ ਕੋਲ ਹੀ ਆ ਰੀਨਿਊਅਲ ਕੋਲ ਆ, ਜਾਂ ਜੇ ਤੁਹਾਨੂੰ ਬ੍ਰੇਕ ਵੀ ਕਰਨੀ ਪਈ 4 ਮਹੀਨੇ ਰਹਿੰਦੇ ਆ ਤੁਹਾਡੀ ਖਤਮ ਹੋਣ ਨੂੰ ਮੌਰਗੇਜ ਦੀ ਟਰਮ, ਤੇ ਇੰਨਾ ਇੰਟਰਸਟ ਵੀ ਨਹੀਂ ਪਊਗਾ, ਉਹ ਸੌਰੀ ਇੰਨੀ ਪੈਨਲਟੀ ਵੀ ਨਹੀਂ ਪਊਗੀ, ਠੀਕ ਹੈ। ਓਕੇ, ਸੋ 5 ਸਾਲ ਅੱਜ ਦੇ ਟਾਈਮ ਨਾ ਲਓ ਫਿਕਸ, 2 ਜਾਂ 3 ਸਾਲ। ਕੁਛ ਇਦਾਂ ਦੀ ਚੀਜ਼ ਦੱਸੋ ਜਿਹੜੀ ਮਾਰਕੀਟ 'ਚ ਪਤਾ ਨਹੀਂ ਤੇ ਪਤਾ ਹੋਣੀ ਚਾਹੀਦੀ ਆ।
ਸੋ ਇੱਕ ਚੀਜ਼ ਮੈਂ ਦੱਸ ਦਿੰਦਾ ਜੀ ਕਿ ਜਿਹੜੇ ਟੌਪ 5 ਬੈਂਕਸ ਨੇ ਉਹ ਉਹਨਾਂ ਚੋਂ ਸਿਰਫ 2 ਹੀ ਬ੍ਰੋਕਰੇਜਸ ਨਾਲ ਕੰਮ ਕਰਦੇ ਆ, ਜੋ ਕਿ ਹੈ ਸਕੋਸ਼ੀਆ ਐਂਡ ਟੀਡੀ। ਠੀਕ ਹੈ ਜੀ, ਸਕੋਸ਼ੀਆ ਐਂਡ ਟੀਡੀ ਹੀ ਬ੍ਰੋਕਰੇਜਸ ਦੇ ਨਾਲ ਕੰਮ ਕਰਦੇ ਆ। ਰੈਸਟ ਜਿਹੜੇ 3 ਨੇ ਉਹ ਕਿਸੇ ਵੀ ਬ੍ਰੋਕਰੇਜ ਨਾਲ ਕੰਮ ਨਹੀਂ ਕਰਦੇ। ਉਹਨਾਂ ਦੇ ਆਪਣੇ ਮੌਰਗੇਜ ਏਜੰਟ ਹਾਇਰ ਕੀਤੇ ਹੁੰਦੇ ਉਹਨਾਂ ਨੇ, ਜਿਹੜੇ ਤੁਸੀਂ ਬੈਂਕ ਜਾਓਗੇ ਉਹਨਾਂ ਨਾਲ ਮੀਟਿੰਗ ਸੈਟਅਪ ਕਰੋ, ਸਪੈਸ਼ਲਿਸਟ। ਉਹ ਬ੍ਰੋਕਰੇਜਸ ਨਾਲ ਕੰਮ ਨਹੀਂ ਕਰ ਸਕਦੇ, ਨਹੀਂ ਅਲਾਉਡ, ਟਰਮੀਨੇਸ਼ਨ ਹੈ ਸਿੱਧੀ। ਓਕੇ, ਠੀਕ ਹੈ ਜੀ। ਸੋ ਬੀ ਅਵੇਅਰ ਕਿ ਜੇ ਤੁਹਾਨੂੰ ਕੋਈ ਮੌਰਗੇਜ ਏਜੰਟ ਕਹਿੰਦਾ ਹੈ ਕਿ ਮੈਂ ਤੁਹਾਡਾ CIBC ਜਾਂ RBC ਤੋਂ ਕਰਾ ਦਿੰਦਾ, ਸੋ ਦੈਟ ਮੀਨਸ ਉਹ ਵੀ ਕਿਸੇ ਮੌਰਗੇਜ ਸਪੈਸ਼ਲਿਸਟ ਨੂੰ ਪਹਿਲਾਂ ਕੰਟੈਕਟ ਕਰੇਗਾ। ਥੋੜਾ ਜਿਹਾ ਮਾਰਕੀਟ 'ਚ ਅਵੇਅਰਨੈਸ ਨਹੀਂ ਹੈਗੀ, ਕਿਉਂਕਿ ਲੋਕਾਂ ਨੂੰ ਲੱਗਦਾ ਕਿ ਸਾਰੇ ਬੈਂਕਸ ਤੋਂ ਹੀ ਹੋ ਸਕਦੀ ਮੌਰਗੇਜ ਏਜੰਟ। ਹਾਂ, ਹੋਰ ਲੈਂਡਰਸ ਏਜੰਟਸ ਕੋ ਬਹੁਤ ਜ਼ਿਆਦਾ ਨੇ, ਲਾਈਕ ਆਈ ਵੁੱਡ ਸੇ ਬਹੁਤ ਏਜੰਟਸ, ਬਹੁਤ ਲੈਂਡਰਸ ਨੇ, ਬਟ ਇਹ ਜਿਹੜੇ 3 ਬੈਂਕ ਨੇ ਫॉर ਟਾਈਮ ਬੀਇੰਗ ਨਹੀਂ ਕੰਮ ਕਰਦੇ ਕਿਸੇ ਵੀ ਬ੍ਰੋਕਰੇਜ ਨਾਲ। ਸੋ TD ਹੋ ਗਈ ਤੇ CIBC ਹੋ ਗਈ, ਇਹੀ ਮੌਰਗੇਜ ਏਜੰਟ। TD ਤੇ ਸਕੋਸ਼ੀਆ, TD ਤੇ ਸਕੋਸ਼ੀਆ, ਸੌਰੀ। ਸੋ TD ਤੇ ਸਕੋਸ਼ੀਆ ਜਿਹੜੀ ਹੈਗੀ ਹੈ, ਇਹੀ ਮੌਰਗੇਜ ਏਜੰਟਸ, ਜਿੱਦਾਂ ਤੁਸੀਂ ਮੌਰਗੇਜ ਏਜੰਟ ਹੋ, ਉਹਨਾਂ ਨਾਲ ਕੰਮ ਕਰਦੇ ਆ। ਬਾਕੀ RBC ਹੋ ਗਈ, ਸਕੋਸ਼ੀਆ ਬੈਂਕ ਹੋ ਗਈ, ਜਾਂ ਹੋਰ ਕਿਹੜੀ ਹੈਗੀ BMO, ਉਹ ਉਹਨਾਂ ਦੇ ਆਪਣੇ ਬੰਦੇ ਆ। ਸੋ ਜੇ ਕੋਈ ਹੋਰ ਮੌਰਗੇਜ ਏਜੰਟ ਕਹਿੰਦਾ ਵੀ ਮੈਂ BMO ਨਾਲ ਕੰਮ ਕਰਦਾ, BMO ਤੋਂ ਕਰਾ ਦਿੰਦਾ, ਮੇਰੇ ਵਰਗਾ ਜਿਹੜਾ ਆਊਟਸਾਈਡ ਬ੍ਰੋਕਰੇਜ ਲੱਗਾ ਹੋਇਆ ਜਾਂ ਕੁਝ, ਉਹ ਵੀ ਕਿਸੇ ਮੌਰਗੇਜ ਸਪੈਸ਼ਲਿਸਟ ਨੂੰ ਹੀ ਗੱਲ ਕਰੇਗਾ ਪਹਿਲਾਂ, ਡਾਇਰੈਕਟਲੀ BMO ਨੂੰ ਅਪਰੋਚ ਨਹੀਂ ਕਰ ਸਕਦਾ, ਅਲਾਉਡ ਨਹੀਂ ਹੈਗਾ। ਫਿਊਚਰ 'ਚ ਹੋ ਜੇ ਉਹ ਪਤਾ, ਪਰ ਅੱਜ ਦੀ ਡੇਟ ਦੇ ਵਿੱਚ ਇਦਾਂ ਚੱਲ ਰਿਹਾ। ਵੀਰ ਜੀ, RRSP ਤੇ ਟੈਕਸ ਫ੍ਰੀ ਸੇਵਿੰਗਸ ਦਾ ਆਪਣਾ ਕਾਫੀ ਮਾਰਕੀਟ 'ਚ ਦੱਸਿਆ ਜਾਂਦਾ ਵੀ ਤੁਸੀਂ ਇਦਾਂ ਦਾ ਕਰ ਸਕਦੇ ਹੋ। ਸੋ ਉਹਦੇ ਵਿੱਚ ਕੀ ਬੈਨੀਫਿਟਸ ਹੈਗੇ ਨੇ ਆਪਾਂ ਨੂੰ? ਦੇਖੋ, RRSP 'ਚ ਤੁਸੀਂ ਪੈਸੇ ਸਬਮਿਟ ਕਰ ਸਕਦੇ ਹੋ, ਤੁਹਾਨੂੰ ਜਿੰਨੇ ਕਰੋਗੇ ਪੈਸੇ ਉਹ ਤੁਹਾਨੂੰ ਤੇ ਟੈਕਸ ਨਹੀਂ ਪਊਗਾ। ਠੀਕ ਹੈ ਜੀ। ਜੇ ਫਸਟ ਟਾਈਮ ਹੋਮ ਬਾਇਰ ਹੋ ਤੇ ਉਹ 'ਚੋਂ ਜੋ ਵਿਡਰਾਅ ਵੀ ਕਰਦੇ ਹੋ ਤੇ ਤੁਹਾਨੂੰ ਕੋਈ ਪ੍ਰੋਬਲਮ ਨਹੀਂ, ਤੁਹਾਨੂੰ ਟੈਕਸ ਨਹੀਂ ਪਏਗਾ, ਐਜ਼ ਲੌਂਗ ਐਜ਼ ਤੁਸੀਂ ਆਈ ਗੈਸ 15 ਸਾਲਾਂ 'ਚ ਵਾਪਸ ਦੇਣੇ। 15 ਸਾਲ ਚੱਲ, ਹਾਂਜੀ। ਠੀਕ ਹੈ ਜੀ, ਹਾਂਜੀ। ਸੋ ਜੇ ਤੁਹਾਡੀ ਇਨਕਮ ਹੈ, ਤੁਸੀਂ ਥੋੜਾ ਟੈਕਸ ਘੱਟ ਪੇ ਕਰਨਾ ਚਾਹੁੰਦੇ ਹੋ ਤਾਂ ਤੁਸੀਂ RRSP ਦੇ ਵਿੱਚ ਪਾਣੇ ਸ਼ੁਰੂ ਕਰ ਦਿਓ। ਠੀਕ ਹੈ। ਐਂਡ ਜਦੋਂ ਤੁਸੀਂ ਘਰ ਲੈਣਾ ਹੈ ਉਹਦੇ ਚੋਂ ਕਢਾ ਕੇ ਫਿਰ ਦੁਬਾਰਾ ਉਹਦੇ 'ਚ ਹੀ 15 ਸਾਲਾਂ ਦੇ ਵਿੱਚ ਸੋ ਇੰਸਟਾਲਮੈਂਟਸ 'ਚ ਪੇ ਕਰ ਦਿਓ। ਸੋ ਬੇਸਿਕਲੀ ਜਿਹੜਾ RRSP ਹੈਗਾ ਵਾ ਉਹ ਟੈਕਸ ਡਿਫਰਡ ਅਕਾਊਂਟ ਹੈਗਾ, ਉਹ ਇਹਨੂੰ ਇਦਾਂ ਕਹਿ ਲਓ। ਇਹ ਹਾਂਜੀ, ਬੇਸਿਕਲੀ ਅਕਾਊਂਟੈਂਟਸ ਨੂੰ ਬਹੁਤ ਡੀਪਲੀ ਪਤਾ ਹੁੰਦਾ, ਬਟ ਇਹ ਕਿ ਇਹਦਾ ਬੈਨੀਫਿਟ ਫਸਟ ਟਾਈਮ ਹੋਮ ਬਾਇਰ ਨੂੰ ਇਦਾਂ ਹੈ ਕਿ ਟੈਕਸ ਨਹੀਂ ਦੇਣਾ ਪਊਗਾ, ਬਟ ਇਹ ਵਾਪਸ ਜ਼ਰੂਰ ਦੇਣੇ ਪੈਂਦੇ, ਇਹ ਨਹੀਂ ਹੈ ਕਿ ਵਾਪਸ ਨਹੀਂ ਦੇਣੇ ਪੈਂਦੇ। ਓਕੇ, ਤੇ ਇਹ ਹੈਲਪ ਕਰਦੇ ਮੌਰਗੇਜ ਦੇ ਵਿੱਚ ਕਿਸੇ ਹਿਸਾਬ ਨਾਲ? ਡਾਊਨ ਪੇਮੈਂਟ ਦੇ ਵਿੱਚ ਹੀ ਹੈਲਪ ਹੋ ਸਕਦੀ ਹੈ ਜੀ। ਜੇ ਤੁਹਾਡੇ ਕੋਲ RRSP 'ਚ ਪੈਸੇ ਤੁਸੀਂ ਗੈਦਰ ਕੀਤੇ ਹੋਏ ਆ ਤੇ ਤੁਸੀਂ ਯੂਜ਼ ਕਰ ਸਕਦੇ ਹੋ ਉਹਨੂੰ ਤੁਸੀਂ ਐਜ਼ ਇਨ ਡਾਊਨ ਪੇਮੈਂਟ ਦੇ ਵਿੱਚ। ਬਟ ਇਹ ਵੀ ਇਹ ਨਹੀਂ ਹੈ ਕਿ ਤੁਸੀਂ ਸਪੋਜ਼ ਕਰੋ ਨੈਕਸਟ ਮੰਥ ਹੀ ਤੁਹਾਡੀ ਮੌਰਗੇਜ ਆ ਤੇ ਤੁਸੀਂ ਅੱਜ ਪਾਤੇ RRSP 'ਚ, ਇਹ ਵੀ 3 ਮਹੀਨੇ ਪੁਰਾਣੇ ਪੈਣੇ ਚਾਹੀਦੇ ਆ। ਸੋ ਬੇਸਿਕਲੀ ਹਰੇਕ ਚੀਜ਼ ਜਿਹੜੀ ਵੀ ਮੌਰਗੇਜ ਦੀ ਕਰਨੀ ਉਹ ਪ੍ਰੀ ਪਲਾਨਡ ਹੋਣੀ ਚਾਹੀਦੀ ਆ। ਬਹੁਤ, ਮੈਂ ਇਹੀ ਕਹਾਂਗਾ, ਮੈਂ 1.25 ਮਹੀਨਾ ਪਹਿਲਾਂ ਕਿਹਾ, 1.5 ਮਹੀਨਾ ਪਹਿਲਾਂ ਆਪਣਾ ਸ਼ੁਰੂ ਕਰ ਦਿਓ। ਆਈ ਵੁੱਡ ਸੇ ਬੀ ਲੈਂਡਰ ਜਿਹੜਾ ਆ 21 ਬਿਜ਼ਨਸ ਡੇਜ਼ ਆਰਾਮ ਨਾਲ ਲੈ ਜਾਂਦਾ ਆ ਤੁਹਾਡੀ ਮੌਰਗੇਜ ਪ੍ਰੋਸੈਸ ਕਰਨ ਨੂੰ। ਇਸ ਤੋਂ ਘੱਟ ਜੇ ਤੁਸੀਂ ਕੋਈ 10 ਦਿਨਾਂ 'ਚ ਤੁਸੀਂ ਬੀ ਲੈਂਡਰ ਨਹੀਂ, ਫਾਈਲ ਨਹੀਂ ਐਕਸੈਪਟ ਹੋਣੀ, ਘੱਟ ਹੀ ਆ ਚਾਂਸਸ। ਸੋ 1.5 ਮਹੀਨਾ ਪਹਿਲਾਂ ਹੋ ਸਕਦਾ, ਬੜੇ ਚਾਂਸਸ ਨੇ ਕਿ ਤੁਹਾਨੂੰ ਇਹ ਲੈਂਡਰ, ਤੁਸੀਂ ਬੜੇ ਕੌਨਫੀਡੈਂਟ ਹੋ ਮੇਰੀ 1.5 ਲੱਖ ਇਨਕਮ ਹੈ, 2 ਲੱਖ ਇਨਕਮ ਹੈ, ਬਟ ਤੁਸੀਂ ਜਦੋਂ ਬੈਂਕ ਕੋਲ ਗਏ ਤੁਹਾਨੂੰ ਲੱਗੇ ਤਾਂ ਕਲੀਅਰ ਹੀ ਨਹੀਂ ਕਰਦੇ ਪਏ। ਠੀਕ ਹੈ ਜੀ। ਸੋ 1.5 ਮਹੀਨਾ ਪਹਿਲਾਂ ਹੀ ਸ਼ੁਰੂ ਹੋ ਜਾਓ। ਐਂਡ ਜੇ ਤੁਹਾਨੂੰ ਇਦਾਂ ਦਾ ਕੋਈ ਸੈਟਬੈਕ ਲੱਗਦਾ ਹੈ ਕਿ ਬੈਂਕ ਨਹੀਂ ਕਰ ਰਿਹਾ, ਤਾਂ ਤੁਹਾਡੇ ਕੋਲ ਆਪਸ਼ਨਸ ਹੋਰ ਹੈਗੀਆਂ, ਤੁਸੀਂ ਉੱਥੇ ਜਾ ਸਕਦੇ ਹੋ। ਟਾਈਮ ਹੋਣਾ ਚਾਹੀਦਾ, ਸੋ ਟਾਈਮਲੀ ਸੈਂਸਿਟਿਵ ਕਾਫੀ ਪ੍ਰੋਸੈਸ। ਜੇ ਤਾਂ ਤੁਹਾਡੇ ਕੋਲ 20% ਡਾਊਨ ਪੇਮੈਂਟ ਹੈਗਾ, ਦੈਨ ਤੁਹਾਡੇ ਕੋਲ ਲੈਂਡਰ ਐਕਸੈਸ ਬਹੁਤ। ਹੁਣ ਮੈਂ ਤੁਹਾਨੂੰ ਪਹਿਲਾਂ ਜ਼ਿਕਰ ਕੀਤਾ ਕਿ GDS TDS 60 ਤੱਕ ਲੈ ਜਾਂਦੇ ਆ, ਉਹਦੇ ਨਾਲ ਟੈਕਨੀਕਲੀ ਨਾ ਦੇਖੀਏ ਤੇ ਮੇਨ ਇਹ ਹੈ ਕਿ ਤੁਹਾਡੀ ਇਹ ਲੈਂਡਰ ਨਾਲੋਂ ਲੱਖ ਸਵਾ ਲੱਖ ਮੌਰਗੇਜ ਜ਼ਿਆਦਾ ਤੁਹਾਨੂੰ ਮਿਲ ਸਕਦੀ। ਹੁਣ ਸਟ੍ਰੈਸ ਟੈਸਟ ਆ ਜਿਹੜਾ, ਕੁਝ ਕ੍ਰੈਡਿਟ ਯੂਨੀਅਨਸ ਜਾਂ ਲੈਂਡਰਸ ਇਹੋ ਜਿਹੇ ਨੇ ਜਿਹੜੇ ਸਟ੍ਰੈਸ ਟੈਸਟ ਕਰਦੇ ਹੀ ਨਹੀਂ ਨਹੀਂ ਕਰਦੇ। ਜੋ ਪੋਸਟਡ ਰੇਟ ਆ, ਜੋ 5.5 ਪੋਸਟ, ਉੱਤੇ ਹੀ ਉਹਨਾਂ ਨੇ ਤੁਹਾਨੂੰ ਕੁਆਲੀਫਾਈ ਕਰ ਦੇਣਾ। That means indirectly simple language ਕਿ ਤੁਹਾਨੂੰ mortgage amount ਜ਼ਿਆਦਾ ਮਿਲ ਜਾਣੀ ਹੈ। ਸੋ 20% ਡਾਊਨ ਪੇਮੈਂਟ ਉਹਨਾਂ ਦਾ ਵੀ ਕ੍ਰਾਈਟੇਰੀਆ। ਸੋ ਇਹਦੇ ਵਿੱਚ ਆਪਾਂ ਇਹ ਵੀ ਕਹਿ ਸਕਦੇ ਹਾਂ ਵੀ ਐਸ ਲੌਂਗ ਐਸ ਤੁਹਾਡੀ ਇਨਕਮ ਕ੍ਰੈਡਿਟ ਸਕੋਰ ਸਹੀ ਆ ਤਾਂ ਤੁਹਾਡੀ ਮੌਰਗੇਜ ਅਪਰੂਵ ਹੋ ਜਾਣੀ ਆ। ਹਾਂ, ਜੇ ਤੁਸੀਂ ਡਾਊਨ ਪੇਮੈਂਟ 20% ਕਰਦੇ ਪਏ ਹੋ, ਉਹ ਦੇਖੋ ਉਹਨਾਂ ਦਾ ਇੱਕੋ ਹੀ ਹੁੰਦਾ ਕਿ ਤੁਹਾਡੀ ਆਪਣੀ ਵੀ ਕੁਝ ਹੋਣੀ ਚਾਹੀਦੀ ਪ੍ਰੋਪਰਟੀ ਦੇ ਵਿੱਚ ਇਕੁਇਟੀ 20% ਮਿਨੀਮਮ। ਸੋ ਜੇ 20 ਕਰਦੇ ਪਏ ਹੋ
ਤੇ ਦੈਨ ਆਈ ਊਡ ਸੇ ਕਿ ਏ ਲੈਂਡਰ ਕੋ ਤੁਹਾਨੂੰ ਘੱਟ ਮਾਰਗੇਜ ਮਿਲਦੀ ਪਈ ਜਾਂ ਏ ਲੈਂਡਰ ਤੁਹਾਡੀ ਕਰਦਾ ਹੀ ਨਹੀਂ ਪਿਆ ਕਿਸੇ ਵੀ ਕਾਰਨ ਤੋਂ, ਹੋਰ ਲੈਂਡਰਸ ਨੇ ਉੱਥੇ ਟਰਾਈ ਕਰਨਾ ਸ਼ੁਰੂ ਕਰੋ, ਬਟ 1.5 ਮਹੀਨਾ ਪਹਿਲਾਂ ਪ੍ਰੋਸੈਸ ਸ਼ੁਰੂ ਕਰ ਦਿਓ, ਕਿਉਂਕਿ ਐਂਡ 'ਚ ਹੈਸਲ ਸਟ੍ਰੈਸ ਸਾਰਾ ਤੁਹਾਨੂੰ ਹੀ ਹੋਣਾ, ਕਲਾਇੰਟ ਨੂੰ ਆਉਂਦਾ ਐਂਡ ਬਹੁਤ ਜ਼ਿਆਦਾ ਹੁੰਦਾ ਹੈ, ਆਈ ਕੈਨ ਅੰਡਰਸਟੈਂਡ। ਕਾਫੀ ਸਟ੍ਰੈਸਫੁਲ ਪ੍ਰੋਸੈਸ ਹੋ ਜਾਂਦਾ ਕਦੀ ਕਦੀ ਜੇ ਪ੍ਰੀ ਪਲੈਨਿੰਗ ਨਹੀਂ ਹੈਗੀ। ਠੀਕ ਹੈ, ਹੋਰ ਤੁਸੀਂ ਕੁਝ ਦੱਸਣਾ ਚਾਹੋ ਐਂਡਿੰਗ ਦੇ ਵਿੱਚ? ਐਂਡਿੰਗ ਦੇ ਵਿੱਚ ਇਹੀ ਹੈ ਕਿ ਜੀ ਮਾਰਕੀਟ ਪੂਰੀ ਗੋ ਥਰੂ ਕਰੋ, ਕਾਹਲੀ ਨਾ ਕਰੋ ਬਿਲਕੁਲ ਵੀ। ਕਿਸੇ ਵਧੀਆ ਰੀਅਲਟਰ, ਤੁਹਾਡੇ ਵਰਗੇ ਰੀਅਲਟਰ ਨੂੰ ਮਿਲਣ, ਚੰਗੀ ਤਰ੍ਹਾਂ ਗੱਲਬਾਤ ਕਰਨ, ਸਮਝਣ, ਕਾਹਲੀ ਨਹੀਂ ਕਰਨੀ ਕਿਸੇ ਦੇ ਪਿੱਛੇ ਲੱਗ ਕੇ ਕਿ ਆਹ ਪ੍ਰੋਪਰਟੀ ਵਧੀਆ ਤੇ ਲੈ ਲਈਏ। ਪੂਰੀ ਮਾਰਕੀਟ ਗੋ ਥਰੂ ਕਰੋ, ਬੜਾ ਵੱਡਾ ਡਿਸੀਜਨ ਹੈ, ਛੋਟਾ ਡਿਸੀਜਨ ਨਹੀਂ ਹੈਗਾ, ਠੀਕ ਹੈ। ਦੈਨ ਚੰਗੇ ਮਾਰਗੇਜ ਏਜੰਟ ਨੂੰ ਮਿਲੋ, ਫਾਈਲ ਆਪਣੀ ਕੋਈ ਵੀ ਡਿਪੋਜ਼ਿਟ ਦੇਣ ਤੋਂ ਪਹਿਲਾਂ ਆਪਣੀ ਪ੍ਰੀ ਅਪਰੂਵਲ ਲਓ ਐਂਡ ਦੈਨ ਪ੍ਰੋਸੀਡ ਅਹੈਡ। ਐਂਡ ਜਦੋਂ ਤੁਹਾਡੇ ਕੋਲ ਪ੍ਰੀ ਅਪਰੂਵਲ ਹੈ, ਤੁਹਾਨੂੰ ਪਤਾ ਮੈਨੂੰ 6 ਲੱਖ ਦੀ ਮਾਰਗੇਜ ਲਈ ਅਪਰੂਵਲ ਹੈਗੀ ਆ, 50,000 ਮੇਰੇ ਕੋਲ ਡਾਊਨ ਪੇਮੈਂਟ ਪਈ ਹੋਈ ਆ, 6.5 ਤੱਕ ਮੈਕਸਿਮਮ ਮੈਂ ਜਾ ਸਕਦਾ, ਤੁਸੀਂ ਕੌਨਫੀਡੈਂਸ ਨਾਲ ਸ਼ਾਪ ਅਰਾਊਂਡ ਕਰੋਗੇ, ਠੀਕ ਹੈ। ਤੁਹਾਡੇ ਰੀਅਲਟਰ ਨੂੰ ਵੀ ਤੁਹਾਡਾ ਵੀ ਟਾਈਮ ਸੇਵ ਹੈ ਐਜ਼ ਅ ਰੀਅਲਟਰ। ਬਿਲਕੁਲ ਜੀ। ਤੁਸੀਂ ਕਿਸੇ ਕਲਾਇੰਟ ਨੂੰ ਲੈ ਕੇ ਜਾ ਰਹੇ ਹੋ, ਤੁਹਾਨੂੰ ਇਹੀ ਨਹੀਂ ਪਤਾ ਕਿ ਇਹ ਅਪਰੂਵ ਹੋਏਗਾ ਜੇ ਕਿ ਨਹੀਂ ਹੋਏਗਾ, ਹਾਂਜੀ ਠੀਕ ਹੈ। ਬਿਲਕੁਲ। ਸੋ ਐਂਡ ਸੈਲਰ ਜਾਂ ਬਿਲਡਰ ਜਿਹਦੇ ਕੋਲ ਵੀ ਜਾ ਰਹੇ ਹੋ, ਜੇ ਤੁਹਾਡੇ ਕਲਾਇੰਟ ਕੋਲ ਪ੍ਰੀ ਅਪਰੂਵਲ ਹੈਗੀ ਆ, ਉਹਦੇ ਕੋਲ ਵੀ ਕੌਨਫੀਡੈਂਸ ਆ ਜਾਂਦਾ ਕਿ ਹਾਂ ਆਲਰੇਡੀ ਪ੍ਰੀ ਅਪਰੂਵਲ ਲਿੱਤੀ ਹੋਈ ਹੈ, ਸੋ ਇਹ ਮੇਰਾ ਪੱਕਾ ਕਲਾਇੰਟ ਬਣ ਸਕਦਾ ਜਿਹਨੂੰ ਆਂਦੀ ਪਈ ਆ ਪ੍ਰਾਪਰਟੀ ਪਸੰਦ। ਹਾਂਜੀ, ਠੀਕ ਹੈ ਜੀ। ਬਿਲਕੁਲ। ਸੋ ਇਹ ਚੀਜ਼ਾਂ ਦਾ ਜ਼ਰੂਰ ਖਿਆਲ ਰੱਖੋ। ਬਾਕੀ ਠੀਕ ਹੈ, ਲਾਈਫ ਵਧੀਆ ਹੈ ਕੈਨੇਡਾ, ਇੰਜੋਏ ਕਰੋ, ਨਾਲ ਇੰਜੋਏ ਕਰੋ। ਸਟ੍ਰੈਸ ਫ੍ਰੀ ਤਾਂ ਹੀ ਘੱਟ ਹੁੰਦੀ ਜੇ ਫਾਈਨੈਂਸ਼ੀਅਲ ਲਿਟਰੇਟ ਹੁੰਦੇ ਹੋ ਤੇ ਤੁਹਾਡੀਆਂ ਲਾਇਬਿਲਿਟੀਜ਼ ਘੱਟ ਹੁੰਦੀਆਂ ਨੇ। ਥੋੜਾ ਪ੍ਰੀ ਪਲਾਨ ਚੱਲੋ, ਪ੍ਰੀ ਪਲਾਨਿੰਗ ਚੱਲਣਾ ਚਾਹੀਦਾ, ਕੋਈ ਇੰਨਾ ਵੀ ਉਹ ਨਹੀਂ ਹੈਗਾ ਕਿ ਹੋ ਨਹੀਂ ਸਕਦਾ। ਹਾਂਜੀ, ਹਰੇਕ ਚੀਜ਼ ਦਾ ਵੇ ਹੁੰਦਾ। ਹਾਂਜੀ ਹਾਂਜੀ ਹਾਂਜੀ। ਠੀਕ ਹੈ ਵੀਰ ਜੀ, ਧੰਨਵਾਦ ਤੁਹਾਡਾ ਬਹੁਤ ਬਹੁਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।